ਵਾਹਿਗੁਰੂ ਗੁਰੂ ਸ਼ਬਦ ਗੁਰੂ ਸਤਿਗੁਰੂ ਸ੍ਰੀ ਗੁਰੂ ਗਰੀਬ ਨਿਵਾਸ ਸਰਵਰੇ ਕਾਇਨਾਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਕੱਦਸ ਗੋਦ ਦੇ ਵਿੱਚ ਗੁਰੂ ਘਰ ਦੇ ਆਨੰਦ ਸਿੱਖ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਦੀ ਯਾਦ ਨੂੰ ਸਮਰਪਿਤ ਇਸ ਸਮਾਗਮ ਦੇ ਵਿੱਚ ਜੁੜੇ ਬੈਠੇ ਮੁਅੱਜ਼ਿਜ਼ ਹਾਜ਼ਰੀਨ, ਕੋਈ ਰਸਨਾ ਵਾਂਝੀ ਨਾ ਰਹੇ। ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਪਵਿੱਤਰ ਫਤਿਹ ਬੁਲੰਦ ਕਰੀਏ। ਗੱਜ ਕੇ ਆਖਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਸਰ ਜਦੋਂ ਅਸੀਂ ਸਿੱਖ ਇਤਿਹਾਸ ਦੀ ਗੱਲ ਕਰਦੇ ਹਾਂ ਤਾਂ ਸਾਡਾ ਇਤਿਹਾਸ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਕੋਈ ਬਹੁਤ ਜ਼ਿਆਦਾ ਲੰਮੇਰਾ ਨਹੀਂ ਹੈ। ਕੇਵਲ ਤੇ ਕੇਵਲ 5.5 ਸਦੀਆਂ ਦਾ ਇਤਿਹਾਸ ਹੈ। ਆਪ ਜੀ ਸਾਰੇ ਜਾਣਦੇ ਹੋ ਕਿ ਗੁਰੂ ਨਾਨਕ ਦੇਵ ਮਹਾਰਾਜ ਦਾ 550 ਸਾਲਾ ਪ੍ਰਗਟ ਦਿਹਾੜਾ ਅਸੀਂ ਇਸ ਸਾਲ ਦੇ ਵਿੱਚ ਮਨਾ ਰਹੇ ਹਾਂ। ਪਰ ਇੱਕ ਤਰਾਸਦੀ ਵੀ ਹੈ ਕਿ ਬੇਸ਼ੱਕ ਗੁਰੂ ਨਾਨਕ ਸਾਹਿਬ ਦੇ ਪ੍ਰਗਟ ਦਿਹਾੜੇ ਤੋਂ ਲੈ ਕੇ 18ਵੀਂ ਸਦੀ ਤੱਕ ਸਿੱਖਾਂ ਨੇ ਮੈਦਾਨੇ ਜੰਗ ਤੋਂ ਲੈ ਕੇ ਸੇਵਾ ਦੇ ਖੇਤਰ ਤੱਕ ਜਾਂ ਸਮਰਪਣ ਤੋਂ ਲੈ ਕੇ ਰਾਜ ਦੀ ਪ੍ਰਾਪਤੀ ਤੱਕ ਘੋੜਿਆਂ ਦੀਆਂ ਕਾਠੀਆਂ 'ਤੇ ਬੈਠ ਕੇ ਤੇਗਾਂ ਦੀਆਂ ਨੋਕਾਂ ਦੇ ਨਾਲ ਇਤਿਹਾਸ ਸਿਰਜਿਆ ਬਹੁਤ ਹੈ, ਲਿਖਿਆ ਬਹੁਤ ਘੱਟ ਹੈ। ਲਿਖਣ ਦੇ ਵਿੱਚ ਇੰਨੀ ਜ਼ਿਆਦਾ ਅਣਗਹਿਲੀ ਵਰਤੀ ਹੈ ਕਿ ਇਤਿਹਾਸ ਦੇ ਸਮਿਆਂ ਦੇ ਸਮੇਂ ਇੱਕ ਟਾਈਮ ਗੈਪ ਜਿਹੜੇ ਸੀ, ਇੱਕ ਸਮੇਂ ਦੇ ਖਾਸ ਸਰੋਤ ਜਿਹੜੇ ਸੀ, ਉਹ ਵੀ ਹੌਲੀ ਹੌਲੀ ਸਾਡੀ ਮਾਨਸਿਕਤਾ ਦੇ ਵਿੱਚੋਂ ਖਤਮ ਹੋ ਗਏ। ਅਤੇ ਜਿੰਨਾ ਅਸੀਂ ਲਿਖਿਆ ਸਾਡੇ ਪੁਰਾਤਨ ਲਿਖਾਰੀਆਂ ਨੇ, ਉਹ ਸਾਡੀ ਜਨਮ ਸਾਖੀ ਪਰੰਪਰਾ ਸੀ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਨਮ ਸਾਖੀ ਪਰੰਪਰਾ ਨੇ ਗੁਰ ਇਤਿਹਾਸ ਦੀਆਂ ਸਾਖੀਆਂ ਨੂੰ ਰੋਚਕ ਜ਼ਰੂਰ ਬਣਾਇਆ, ਦਿਲਚਸਪ ਬਣਾਇਆ। ਸਟੇਜ ਦੇ ਉੱਪਰ ਸੁਣਨ ਦਾ, ਸੁਣਾਉਣ ਦਾ ਆਨੰਦ ਹੈ, ਪਰ ਇੱਕ ਸਭ ਤੋਂ ਵੱਡੀ ਟ੍ਰੈਜਡੀ ਵੀ ਹੈ ਕਿ ਉਹਨਾਂ ਦੇ ਵਿੱਚ ਕਰੋਨੋਗ੍ਰਾਫਿਕ ਫੇਸ ਨਹੀਂ ਹੈ, ਤਾਰੀਖਾਂ ਨਹੀਂ। ਅਤੇ ਜਦੋਂ ਇਤਿਹਾਸ ਦੇ ਵਿੱਚ ਤਾਰੀਖਾਵਲੀ ਨਹੀਂ ਹੁੰਦੀ ਕਿ ਕਿਹੜਾ ਦਿਹਾੜਾ ਕਿਸ ਤਾਰੀਖ ਨੂੰ ਵਾਪਰਿਆ, ਅਤੇ ਉਹ ਇਤਿਹਾਸ ਹੌਲੀ ਹੌਲੀ ਮਿਥਿਹਾਸ ਬਣ ਜਾਂਦਾ ਹੈ। ਔਰ ਅੱਜ ਇਹ ਵਰਤਾਰਾ ਵਾਪਰ ਰਿਹਾ। ਸਾਡਾ ਇਤਿਹਾਸ ਹੌਲੀ ਹੌਲੀ ਮਿਥਿਹਾਸ ਬਣਦਾ ਜਾ ਰਿਹਾ ਹੈ। ਅਤੇ ਜਿਹੜੀਆਂ ਕੌਮਾਂ ਨੂੰ ਅਸੀਂ ਕਹਿੰਦੇ ਸੀ ਨਾ ਕਿ ਇਹਨਾਂ ਦਾ ਇਤਿਹਾਸ ਹੀ ਕੋਈ ਨਹੀਂ, ਜੇ ਮੈਂ ਨਾਮ ਲੈ ਕੇ ਕਹਾਂ ਤਾਂ ਹਿੰਦੂ ਧਰਮ ਦੀ ਗੱਲ ਕਰਾਂ ਤਾਂ ਅਕਸਰ ਸਟੇਜਾਂ ਦੇ ਉੱਪਰੋਂ ਇਹ ਗੱਲ ਕਹੀ ਜਾਂਦੀ ਸੀ ਕਿ ਇਹਨਾਂ ਦਾ ਤਾਂ ਮਿਥਿਹਾਸ ਹੈ। ਇਹਨਾਂ ਕੋਲ ਕਿਹੜਾ ਇਤਿਹਾਸ ਹੈ? ਕਿਉਂ ਅਸੀਂ ਮਿਥਿਹਾਸ ਸ਼ਬਦ ਵਰਤਦੇ ਸੀ? ਅਸੀਂ ਮਾਈਥੋਲੋਜੀ ਕਿ ਮਿਥ ਲਿਆ ਗਿਆ ਹੈ। ਮਿਥਿਹਾਸ ਹੈ ਕਿਸੇ ਚੀਜ਼ ਨੂੰ ਮਿਥ ਲੈਣਾ, ਇਤਿਹਾਸ ਹੈ ਇੰਜ ਵਾਪਰਿਆ ਸੀ। ਇਤਿਹਾਸ ਸੰਸਕ੍ਰਿਤ ਦਾ ਸ਼ਬਦ ਹੈ, ਇੰਜ ਹੋਇਆ ਸੀ। ਅਤੇ ਜੇਕਰ ਇਤਿਹਾਸ ਦੇ ਵਿੱਚ ਅਸੀਂ ਇਸ ਰੂਪ ਨੂੰ ਇੰਜ ਹੋਇਆ ਦੇ ਰੂਪ ਦੇ ਵਿੱਚ ਵੇਖੀਏ ਤਾਂ ਉਸ ਦੇ ਵਾਸਤੇ ਸਾਡੇ ਕੋਲ ਇਤਿਹਾਸ ਦੀ ਸਿੱਕੇਬੰਦ ਤਾਰੀਖਾਵਲੀ ਦੀ ਲੋੜ ਹੁੰਦੀ ਹੈ ਅਤੇ ਸਿੱਕੇਬੰਦ ਸਰੋਤਾਂ ਦੀ ਲੋੜ ਹੁੰਦੀ ਹੈ। ਜਦੋਂ ਇਹ ਦੋ ਚੀਜ਼ਾਂ ਸਾਡੇ ਕੋਲ ਨਹੀਂ ਹੁੰਦੀਆਂ, ਸਰੋਤ ਔਰ ਤਾਰੀਖ, ਫਿਰ ਅਸੀਂ ਮਿੱਥਦੇ ਹਾਂ ਕਿ ਮਿੱਥ ਲਓ ਕਿ ਇੰਜ ਹੋਇਆ ਸੀ। ਪਰ ਜਿਨ੍ਹਾਂ ਲੋਕਾਂ ਨੂੰ ਅਸੀਂ ਕਹਿੰਦੇ ਸੀ ਕਿ ਉਹਨਾਂ ਕੋਲ ਇਤਿਹਾਸ ਨਹੀਂ, ਮਿਥਿਹਾਸ ਹੈ, ਉਹਨਾਂ ਲੋਕਾਂ ਨੇ ਤਾਂ ਅਖਿਲ ਭਾਰਤੀ ਰਾਸ਼ਟਰੀਆ ਇਤਿਹਾਸ ਸੰਕਲਨ ਯੋਜਨਾ, ਇੱਕ RSS ਦੀ ਜਥੇਬੰਦੀ ਹੈ, ਜਿਹੜੀ ਕਿ ਹਿੰਦੁਸਤਾਨ ਦੇ ਹਿੰਦੂਆਂ ਦੇ 5000 ਸਾਲੇ ਪੁਰਾਣੇ ਇਤਿਹਾਸ ਨੂੰ ਤਾਰੀਖਾਵਲੀ ਦੇ ਰਹੀ ਹੈ। ਉਹ ਤਾਰੀਖਾਂ ਨਿਰਧਾਰਿਤ ਕਰਦੇ ਜਾ ਰਹੇ ਨੇ, ਇੱਥੋਂ ਤੱਕ ਕਿ ਉਹਨਾਂ ਨੇ ਆਪਣੇ ਪੁਰਾਣਿਕ ਸਰੋਤਾਂ ਦੇ ਵਿੱਚੋਂ ਰਾਹੂ, ਕੇਤੂ ਅਤੇ ਨਛੱਤਰਾਂ ਦੀਆਂ ਚਾਲਾਂ ਨੂੰ ਲੈ ਕੇ ਰਾਮ ਦਾ ਜਨਮ ਦਿਨ ਵੀ ਨਿਰਧਾਰਿਤ ਕਰ ਲਿਆ। ਇੱਕ ਰਿਟਾਇਰਡ IRS ਆਫਿਸਰ ਹੈ ਰੈਵਨਿਊ ਡਿਪਾਰਟਮੈਂਟ ਦੇ ਵਿੱਚੋਂ, ਸਰੋਜ ਬਾਲਾ, ਉਹਦਾ ਲੇਖ ਟਾਈਮਸ ਆਫ ਇੰਡੀਆ ਦੇ ਵਿੱਚ ਛਪਿਆ ਸੀ, ਮੇਰੇ ਕੋਲ ਪਿਆ ਹੈ। ਉਸ ਨੇ ਪੁਰਾਤਨ ਸਰੋਤਾਂ ਦੇ ਵਿੱਚੋਂ ਇੱਕ ਸੌਫਟਵੇਅਰ ਪਲੈਨੇਟੇਰੀਅਮ ਤਿਆਰ ਕਰਕੇ ਰਾਮ ਦੀ ਜਨਮ ਤਰੀਕ ਨੂੰ ਨਿਰਧਾਰਿਤ ਕੀਤਾ ਹੈ। ਔਰ ਉਸਨੇ ਲਿਖਿਆ ਹੈ ਕਿ ਜੇਕਰ ਉਦੋਂ ਈਸਵੀ ਸਨ ਨੂੰ ਮੰਨਿਆ ਜਾਵੇ ਅਤੇ ਈਸਾ ਤੋਂ 5114 ਸਾਲ ਪਹਿਲਾਂ ਦੀ 10 ਜਨਵਰੀ। ਹੁਣ ਸਮਝੋ ਕਿ ਜੇਕਰ ਉਹ ਆਪਣਾ ਮਿਥਿਹਾਸ ਇਤਿਹਾਸ ਦੇ ਵਿੱਚ ਬਦਲ ਰਹੇ ਨੇ
ਤੇ ਸਾਡਾ ਇਤਿਹਾਸ ਮਿਥਿਹਾਸ ਕਿਉਂ ਬਣਦਾ ਜਾ ਰਿਹਾ? ਉਹਦੇ ਪਿੱਛੇ ਕੋਈ ਇੱਕ ਵਿਅਕਤੀ, ਇੱਕ ਸਿੱਖ, ਇੱਕ ਸੰਸਥਾ ਜ਼ਿੰਮੇਵਾਰ ਨਹੀਂ ਹੈ, ਅਸੀਂ ਸਾਰੇ ਹੀ ਜ਼ਿੰਮੇਵਾਰ ਹਾਂ। ਕਿਉਂਕਿ ਅਸੀਂ ਵੀ ਉਹ ਸੁਣਨਾ ਪਸੰਦ ਕਰਦੇ ਹਾਂ ਜਿਹਦੇ ਵਿੱਚ ਕੰਨ ਰਸ ਹੋਵੇ, ਦਿਲਚਸਪੀ ਹੋਵੇ, ਜਿਹੜਾ ਮਨ ਨੂੰ ਮੋਹ ਰਿਹਾ ਹੋਵੇ, ਅਸੀਂ ਉਹੀ ਸੁਣਨਾ ਪਸੰਦ ਕਰਦੇ ਹਾਂ। ਪਰ ਜਦੋਂ ਇਤਿਹਾਸ ਸਹੀ ਰੂਪ ਦੇ ਵਿੱਚ ਪੇਸ਼ ਕਰਨਾ ਹੁੰਦਾ ਹੈ ਤੇ ਉਹਦੇ ਵਿੱਚ ਸਾਨੂੰ ਆਪਣੀ ਕੌਮ ਦੇ ਸਕਾਰਾਤਮਕ ਪੱਖ ਵੀ ਵੇਖਣੇ ਪੈਂਦੇ ਨੇ, ਨਕਾਰਾਤਮਕ ਪੱਖ ਵੀ ਵੇਖਣੇ ਪੈਂਦੇ ਨੇ। ਸੋ ਜਿਹੜੀ ਇਤਿਹਾਸਕਾਰੀ ਹੁੰਦੀ ਹੈ ਉਹਦੇ ਵਿੱਚ ਅਹਿਮ ਗੱਲ ਹੁੰਦੀ ਹੈ ਕਿ ਸਾਡੇ ਕੋਲ ਉਸ ਵਕਤ ਦੇ ਸਮਕਾਲੀ ਸਰੋਤ ਤੇ ਉਹਨਾਂ ਦਾ ਕਰੋਨੋਗ੍ਰਾਫਿਕ ਫੇਸ, ਤਾਰੀਖਾਵਲੀ ਜ਼ਰੂਰ ਹੋਵੇ। ਜਦੋਂ ਅਸੀਂ ਖਾਸ ਕਰਕੇ ਜੇ ਮੈਂ ਅੱਜ ਦੇ ਦਿਹਾੜੇ ਨਾਲ ਸੰਬੰਧਿਤ ਗੱਲ ਕਰਾਂ ਤੇ ਜਦੋਂ ਅਸੀਂ ਬਾਬਾ ਮੱਖਣ ਸ਼ਾਹ ਲੋਬਾਣਾ ਜੀ ਦੀ ਗੱਲ ਕਰਦੇ ਹਾਂ ਤਾਂ ਮੇਰੇ ਖਿਆਲ ਦੇ ਨਾਲ ਸਾਡੀ ਮਾਨਸਿਕਤਾ ਦੇ ਵਿੱਚ ਇੱਕ ਤਸਵੀਰ ਬਸ ਇੰਨੀ ਕੁ ਵਸੀ ਹੈ ਕਿ ਬਾਬਾ ਮੱਖਣ ਸ਼ਾਹ ਲੋਬਾਣਾ ਜੀ ਨੇ ਆ ਕੇ ਬਾਬੇ ਬਕਾਲੇ ਦੀ ਧਰਤੀ ਦੇ ਉੱਪਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਬਤੌਰ ਗੁਰੂ ਪ੍ਰਗਟ ਕੀਤਾ। ਜਾਂ ਕਿਤੇ ਇਸ ਦੀ ਰੌਚਕਤਾ ਵੇਖਣੀ ਹੋਵੇ ਤੇ ਫਿਰ ਅਸੀਂ ਸਮੁੰਦਰ ਦੇ ਵਿੱਚ ਜਹਾਜ਼ ਵਾਲੀ ਜਿਹੜੀ ਸਾਖੀ ਹੈ ਉਹਦਾ ਪਿਛੋਕੜ ਬਣਾ ਲਈਏ। ਪਰ ਖਿਆਲ ਕਰੋ ਕਿ ਇਸ ਪਰਿਵਾਰ ਦਾ ਵੀ ਤਾਂ ਕੋਈ ਪਿਛੋਕੜ ਹੋਵੇਗਾ ਨਾ। ਇਹ ਪਰਿਵਾਰ ਗੁਰੂ ਘਰ ਦੇ ਨਾਲ ਕਿਵੇਂ ਜੁੜਿਆ? ਇਤਿਹਾਸਕਾਰੀ ਤਾਂ ਇਹ ਹੈ ਨਾ, ਇਹ ਤਾਂ ਮਹਿਜ਼ ਇੱਕ ਸਾਖੀ ਤੱਕ ਸੀਮਤ ਹੈ ਨਾ ਜੋ ਕੁਝ ਤੁਸੀਂ ਸੁਣਿਆ। ਪਰ ਇਤਿਹਾਸਕਾਰੀ ਕੀ ਹੈ ਕਿ ਇਸ ਪਰਿਵਾਰ ਦਾ ਪਰਿਵਾਰਕ ਪਿਛੋਕੜ ਕੀ ਸੀ? ਰਾਜਪੂਤਾਂ ਤੋਂ ਆਏ ਇਸ ਪਰਿਵਾਰ ਨੂੰ ਲੋਬਾਣਾ ਸ਼ਬਦ ਕਿਵੇਂ ਮਿਲਿਆ? ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੱਕ ਇਹਨਾਂ ਦਾ ਉੱਚ ਪੱਧਰੀ ਜਿਹੜਾ ਸਟੇਟਸ ਸੀ ਰਾਜ ਦੇ ਵਿੱਚ ਉਹ ਕੀ ਸੀ? ਔਰ ਕਿਸ ਤਰ੍ਹਾਂ ਦੇ ਨਾਲ ਇਹ ਪਰਿਵਾਰਾਂ ਦੇ ਪਰਿਵਾਰ ਗੁਰੂ ਘਰ ਦੇ ਨਾਲ ਜੁੜੇ ਰਹੇ? ਅਹਿਮ ਗੱਲ ਤਾਂ ਇਹ ਹੈ। ਸੋ ਜੇਕਰ ਮੈਂ ਸਾਰੇ ਵਿਸਥਾਰ ਦੀ ਗੱਲ ਕਰਾਂ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪਬਲੀਕੇਸ਼ਨ ਡਿਪਾਰਟਮੈਂਟ, ਪਬਲੀਕੇਸ਼ਨ ਬਿਊਰੋ ਦੇ ਵੱਲੋਂ ਅੱਜ ਤੋਂ 30 ਸਾਲ ਪਹਿਲਾਂ ਇੱਕ ਕਿਤਾਬ ਛਾਪੀ ਗਈ ਸੀ। ਉਸ ਕਿਤਾਬ ਦਾ ਆਧਾਰ ਕੀ ਸੀ? 1963 ਦੇ ਵਿੱਚ ਆਲੋਚਨਾ ਨਾਮਕ ਮਾਸਿਕ ਪੱਤਰ ਦੇ ਵਿੱਚ ਭੱਟ ਵਹੀਆਂ ਦਾ ਆਲੋਚਨਾਤਮਕ ਅਧਿਐਨ ਛਪਿਆ ਸੀ। ਜੇ ਮੈਂ ਹੋਰ ਉਹਦੇ ਤੋਂ ਪਿੱਛੇ ਚਲਾ ਜਾਵਾਂ ਤੇ 1882 ਦੇ ਵਿੱਚ ਲੋਬਾਣਾ ਬਰਾਦਰੀ ਦੇ ਦੇਸਾ ਸਿੰਘ ਜੀ ਬਰਸਿੰਘਾਣਾ ਨੇ ਇੱਕ ਕਿਤਾਬ ਲਿਖੀ ਸੀ। ਉਹਦਾ ਆਧਾਰ ਲੈ ਕੇ ਰਣਧੀਰ ਸਿੰਘ ਰਿਸਰਚ ਸਕਾਲਰ ਨੇ ਇੱਕ ਕਿਤਾਬ ਲਿਖੀ ਸੀ, ਉਦਾਸੀ ਸਿੱਖਾਂ ਦੀ ਵਿਥਿਆ। ਤੇ ਹੁਣ ਟ੍ਰੈਜਡੀ ਕੀ ਹੈ, ਤਰਾਸਦੀ ਕੀ ਹੈ, ਮੈਂ ਜਿੰਨੀਆਂ ਕਿਤਾਬਾਂ ਦੇ ਨਾਮ ਲਏ ਨੇ ਉਹ ਕਿਸੇ ਲਾਇਬ੍ਰੇਰੀ ਦੇ ਵਿੱਚ ਅਵੇਲੇਬਲ ਨਹੀਂ। ਕਿਤਾਬਾਂ ਕਿਉਂ ਗਵਾਚਦੀਆਂ ਨੇ, ਕਿਉਂ ਗੁੰਮ ਹੋ ਜਾਂਦੀਆਂ ਨੇ? ਕਿਉਂਕਿ ਸਾਨੂੰ ਪੜ੍ਹਨ ਦਾ ਸ਼ੌਕ ਹੀ ਨਹੀਂ ਹੈ। ਅਸੀਂ ਕਿਤਾਬ ਦੇ ਨਾਲ ਤੇ ਨਫ਼ਰਤ ਕਰਦੇ ਹਾਂ, ਅਸੀਂ ਪੜ੍ਹਨਾ ਹੀ ਨਹੀਂ ਚਾਹੁੰਦੇ, ਅਸੀਂ ਵੇਖਣਾ ਹੀ ਨਹੀਂ ਚਾਹੁੰਦੇ ਕਿ ਸਾਡਾ ਇਤਿਹਾਸ ਕੀ ਸੀ। ਤੇ ਮਾਫ਼ ਕਰਨਾ, ਜਿਸ ਕੌਮ ਦੇ ਬਸ਼ਰ ਨੂੰ, ਜਿਸ ਕੌਮ ਦੇ ਬਸ਼ਿੰਦੇ ਨੂੰ ਆਪਣੀ ਕੌਮ ਦਾ ਇਤਿਹਾਸ ਨਹੀਂ ਪਤਾ ਨਾ, ਉਹਦੀ ਹਾਲਤ ਬਿਲਕੁਲ ਉਸ ਬੱਚੇ ਵਰਗੀ ਹੈ ਜਿਸ ਨੂੰ ਆਪਣੇ ਮਾਂ-ਬਾਪ ਦੇ ਨਾਮ ਦਾ ਨਹੀਂ ਪਤਾ। ਇੱਕ ਕੌੜਾ ਸੱਚ ਹੈ ਕਿ ਜੇਕਰ ਸਾਨੂੰ ਆਪਣੇ ਵਡੇਰਿਆਂ ਦਾ, ਆਪਣੇ ਪੁਰਖਿਆਂ ਦਾ, ਉਹਨਾਂ ਦੀ ਕੀਤੀ ਘਾਲ ਕਮਾਈ ਦਾ ਤੇ ਉਹਨਾਂ ਦੇ ਕੀਤੇ ਘਾਲਣਾ ਔਰ ਸਮਰਪਣ ਦਾ ਨਹੀਂ ਪਤਾ, ਤੇ ਇਸ ਦਾ ਮਤਲਬ ਸਾਨੂੰ ਆਪਣੇ ਪਿਛੋਕੜ ਦੇ ਬਾਰੇ ਕੁਝ ਵੀ ਨਹੀਂ ਪਤਾ। ਸੋ ਸਭ ਤੋਂ ਪਹਿਲਾਂ ਜਦੋਂ ਪਬਲੀਕੇਸ਼ਨ ਬਿਊਰੋ ਨੇ ਕਿਤਾਬ ਛਾਪੀ ਕਿਰਪਾਲ ਕਜ਼ਾਕ ਦੀ ਸਿਕਲੀਗਰ ਕਬੀਲੇ ਦਾ ਸੱਭਿਆਚਾਰ, ਜਦੋਂ ਉਸ ਨੇ ਖੋਜ ਕੀਤੀ ਤੇ ਫਿਰ ਉਸ ਨੇ ਵੇਖਿਆ ਕਿ ਲੋਬਾਣਾ ਔਰ ਵਣਜਾਰੇ ਪਰਿਵਾਰਾਂ ਦੇ ਵਿੱਚ ਸਾਂਝ ਕੀ ਹੈ। ਇਹ ਸਾਂਝ ਕਿਉਂ ਹੈ? ਸਾਂਝ ਹਮੇਸ਼ਾ ਪਰਿਵਾਰਕ ਰਿਸ਼ਤੇਦਾਰੀ ਦੀ ਉਦੋਂ ਬਰਕਰਾਰ ਰਹਿੰਦੀ ਹੈ ਜਦੋਂ ਪਰਿਵਾਰਕ ਪਿਛੋਕੜ ਇੱਕ ਖਾਨਦਾਨ ਦੇ ਨਾਲ ਸੰਬੰਧ ਰੱਖਦਾ ਹੋਵੇ। ਹੁਣ ਮੈਂ ਤੁਹਾਨੂੰ ਅੱਜ ਦੀ ਉਦਾਹਰਨ ਦੇਵਾਂ, ਅੱਜ ਦੀ ਰਾਜਨੀਤੀ ਦੀ ਉਦਾਹਰਨ, ਕਿ ਨਹਿਰੂ ਪਰਿਵਾਰ ਦੀ ਜਿਹੜੀ ਸਾਂਝ ਹੈ ਉਹ ਹਮੇਸ਼ਾ ਤੋਂ ਹੀ ਜੰਮੂ ਕਸ਼ਮੀਰ ਦੇ ਫਾਰੂਕ ਅਬਦੁੱਲਾ ਦੇ ਪਰਿਵਾਰ ਦੇ ਨਾਲ ਰਹੀ ਹੈ। ਪਾਰਟੀਆਂ ਅਲੱਗ ਸੀ ਪਰ ਇਹ ਸਾਂਝ ਨਹੀਂ ਟੁੱਟ ਸਕੀ। ਕਿਉਂ? ਕਿਉਂਕਿ ਕਿਤੇ ਨਾ ਕਿਤੇ ਪਰਿਵਾਰਕ ਪਿਛੋਕੜ ਇੱਕ ਸੀ। ਤੁਸੀਂ ਦੋ ਕਿਤਾਬਾਂ ਪੜ੍ਹ ਲਓ, ਇੱਕ ਨਹਿਰੂ ਦੀ ਆਟੋਬਾਇਓਗ੍ਰਾਫੀ ਪੜ੍ਹ ਲਓ ਤੇ ਇੱਕ ਫਾਰੂਕ ਅਬਦੁੱਲਾ ਦੀ ਉਰਦੂ ਦੀ ਕਿਤਾਬ ਹੈ ਆਤਿਸ਼ ਚਿਨਾਰ, ਉਹ ਪੜ੍ਹ ਲਓ। ਇਹਨਾਂ ਦੋਵਾਂ ਦਾ ਵਡੇਰਾ ਜਿਹੜਾ ਹੈ ਉਹ ਰਾਜ ਕੌਲ ਹੈ। ਕੌਲ ਬ੍ਰਾਹਮਣ ਨੇ ਦੋਵੇਂ। ਇੱਕ ਪੁੱਤ ਨੇ ਦੀਨੇ ਇਸਲਾਮ ਧਾਰਨ ਕਰ ਲਿਆ,
ਉਹ ਫਾਰੂਕ ਅਬਦੁੱਲਾ ਦੀ ਜਿਹੜੀ ਹੈਗਾ ਪਰਿਵਾਰ ਹੈ, ਅਤੇ ਦੂਜਾ ਪਰਿਵਾਰ ਜਿਹੜਾ ਸੀ ਉਸਨੇ ਕੌਲ ਬ੍ਰਾਹਮਣ ਹੀ ਰਿਹਾ, ਉਹ ਨਹਿਰੂ ਖਾਨਦਾਨ ਹੈ। ਅਤੇ ਇੱਕ ਗੱਲ ਹੋਰ ਵੀ ਹੈ, ਬ੍ਰਾਹਮਣਾਂ ਦੀਆਂ ਜਾਤਾਂ ਦੇ ਵਿੱਚ ਨਹਿਰੂ ਨਾਮ ਦੀ ਕੋਈ ਗੋਤ ਨਹੀਂ। ਫਿਰ ਸਵਾਲ ਪੈਦਾ ਹੋ ਜਾਂਦਾ ਹੈ ਕਿ ਇਹਨਾਂ ਦੇ ਨਾਲ ਇਹ ਲਕਬ, ਇਹ ਜਿਹੜੀ ਸਬ ਕਾਸਟ ਇਸ ਪਰਿਵਾਰ ਦੇ ਨਾਲ ਕਿਵੇਂ ਜੁੜੀ? ਇਹ ਫਾਰੂਕਸੀਅਰ ਦੇ ਸਮੇਂ ਜੁੜੀ ਹੈ। ਅਤੇ ਫਾਰੂਕਸੀਅਰ ਜਿਸ ਨੇ ਸਿੱਖਾਂ ਦਾ ਸਭ ਤੋਂ ਵੱਧ ਕਤਲੇਆਮ ਕੀਤਾ ਔਰ ਜਨਤਕ ਤੌਰ 'ਤੇ ਜਿਸ ਨੇ ਐਲਾਨ ਕੀਤਾ ਸੀ, ਨਾਨਕ ਪ੍ਰਸਤਾਂ ਬਾ ਬੇਅੰਤ ਬਾ ਕਤਲ ਰਸਾਨੰਦ, ਜਿੱਥੇ ਵੀ ਗੁਰੂ ਨਾਨਕ ਨੂੰ ਮੰਨਣ ਵਾਲਾ ਸਿੱਖ ਮਿਲਦਾ ਹੈ ਉਸ ਦਾ ਸਿਰ ਵੱਢ ਕੇ ਲੈ ਆਓ ਅਤੇ ਸਾਡੇ ਕੋਲੋਂ ਇਨਾਮ ਲੈ ਲਓ। ਉਹਦਾ ਜਿਹੜਾ ਮੁੱਖ ਦਰਬਾਰੀ ਸੀ ਉਹ ਰਤਨ ਚੰਦ ਕੌਲ ਸੀ, ਅਤੇ ਉਸ ਰਤਨ ਚੰਦ ਨੂੰ ਸਿੱਖਾਂ ਦੇ ਕੀਤੇ ਕਤਲੇਆਮ ਦੇ ਇਵਜ਼ ਦੇ ਵਜੋਂ ਇਲਾਹਾਬਾਦ ਨਹਿਰ ਦੇ ਕੰਢੇ 1700 ਏਕੜ ਜ਼ਮੀਨ ਫਾਰੂਕਸੀਅਰ ਨੇ ਦਿੱਤੀ ਸੀ, ਜਿਸ ਕਰਕੇ ਨਾਮ ਨਹਿਰੂ ਪਿਆ। ਨਹੀਂ ਤੇ ਬ੍ਰਾਹਮਣਾਂ ਦੇ ਵਿੱਚ ਕੋਈ ਨਹਿਰੂ ਸਬ ਕਾਸਟ ਨਹੀਂ। 2 ਕਿਤਾਬਾਂ ਦੇ ਮੈਂ ਤੁਹਾਨੂੰ ਨਾਮ ਦੱਸੇ ਨੇ, ਇੱਕ ਨਹਿਰੂ ਦੀ ਆਪਣੀ ਆਟੋਬਾਇਓਗ੍ਰਾਫੀ ਅਤੇ ਇੱਕ ਅਬਦੁੱਲਾ ਦੀ ਲਿਖੀ ਹੋਈ ਆਤਿਸ਼ੇ ਚਿਨਾਰ, ਉਰਦੂ ਦੇ ਵਿੱਚ ਹੈ। ਹੁਣ ਸ਼ਾਇਦ ਉਸ ਦਾ ਅੰਗਰੇਜ਼ੀ ਅਨੁਵਾਦ ਵੀ ਹੋ ਚੁੱਕਾ ਹੈ, ਉਸ ਨੂੰ ਪੜ੍ਹ ਲਿਓ। ਇਹਦਾ ਮਤਲਬ ਇਹ ਕਿ ਜਿਹੜੀਆਂ ਪਰਿਵਾਰਕ ਮੁਖੀਆਂ ਜਾਂ ਜਿਹੜੇ ਪਰਿਵਾਰਕ ਇਨਸੈਸਟਰਜ਼ ਇੱਕ ਹੁੰਦੇ ਨੇ, ਉਹਨਾਂ ਦੀਆਂ ਸਾਂਝਾਂ ਨਹੀਂ ਟੁੱਟਦੀਆਂ। ਹੁਣ ਇਹੀ ਸਾਂਝ ਵਣਜਾਰਿਆਂ ਦੀ ਔਰ ਲਵਾੜਿਆਂ ਦੀ ਹੈ। ਅਤੇ ਮੈਂ ਸ਼ੁਰੂ ਕਰੂੰਗਾ 13ਵੀਂ ਸਦੀ ਤੋਂ। ਇੱਕ ਰਾਜਪੂਤ ਰਾਜਾ ਹੋਇਆ ਧੱਜ। ਉਸ ਨੇ ਰਾਜਪੂਤਾਨੇ ਦੇ ਇਲਾਕੇ ਦੇ ਵਿੱਚ ਇੱਕ ਵਧੀਆ ਰਾਜ ਸਥਾਪਿਤ ਕੀਤਾ, ਔਰ ਉਸ ਤੋਂ ਬਾਅਦ ਉਹਦੇ ਤੋਂ ਬਾਅਦ ਮੈਂ ਉਹਦੀਆਂ ਪੀੜ੍ਹੀਆਂ ਗਿਣਾਉਣ ਤੋਂ ਪਹਿਲਾਂ ਮੈਂ ਅਗਲੀ ਗੱਲ ਕਰਾਂ। ਉਹਦੇ ਤੋਂ ਬਾਅਦ ਜੇਕਰ ਅਟਕ ਦੇ ਇਲਾਕੇ ਦੇ ਵਿੱਚ, ਅਟਕ ਦਾ ਉਹ ਇਲਾਕਾ ਹੈ ਜਿੱਥੇ ਪਠਾਣਾਂ ਦੀਆਂ 22 ਮੁਖੀਆਂ ਵਸਦੀਆਂ ਨੇ, ਜਿਹਨਾਂ ਨੂੰ ਅਸੀਂ ਯੂਸਫ ਜਈ, ਸੱਦੋ ਜ਼ਈ, ਬਰਕ ਜ਼ਈ, ਇਹ ਸਾਰੇ ਜਿਹੜੇ ਪਠਾਣਾਂ ਦੇ ਨਾਮ ਨੇ, ਇਹਨਾਂ ਦੀਆਂ ਉੱਥੇ 22 ਮੁਖੀਆਂ ਨੇ, ਭਾਵ ਕਿ 22 ਤਰ੍ਹਾਂ ਦੀਆਂ ਇਹਨਾਂ ਦੀਆਂ ਜਾਤਾਂ ਨੇ ਔਰ 22 ਪਿੰਡ ਨੇ। ਇਹਨਾਂ ਦੇ ਪਿੰਡਾਂ ਦੇ ਨਾਮ ਵੀ ਨੇ। ਉਸ ਇਲਾਕੇ ਦੇ ਵਿੱਚ ਜੇ ਪਹਿਲੀ ਵਾਰ ਕਿਸੇ ਨੇ ਰਾਜ ਸਥਾਪਿਤ ਕੀਤਾ ਹੈ, ਬਾਬਾ ਬੰਦਾ ਸਿੰਘ ਬਹਾਦਰ ਤੋਂ ਪਹਿਲਾਂ ਵੀ ਔਰੰਗਜ਼ੇਬ ਦੇ ਸਮੇਂ ਜੇ ਕਿਤੇ ਰਿਆਸਤ ਸਥਾਪਿਤ ਕੀਤੀ ਹੈ, ਅਤੇ ਉਹ ਵੀ ਭਾਗੂ ਲਵਾਣਾ ਸੀ, ਜਿਸ ਨੂੰ ਭਗਵੰਤ ਸਿੰਘ ਕਿਹਾ ਜਾਂਦਾ ਹੈ, ਜਿਹੜਾ 25 ਜੂਨ ਕੱਲ੍ਹ ਦਾ ਦਿਨ ਲੰਘ ਕੇ ਗਿਆ 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਸ਼ਹੀਦ ਹੋਇਆ ਸੀ। ਉਹਦਾ ਜ਼ਿਕਰ ਹੁਣ ਤੁਸੀਂ ਵੇਖੋਗੇ ਕਿ ਉਹਦਾ ਜ਼ਿਕਰ ਅਸੀਂ ਕਿੱਥੋਂ ਲੱਭਣਾ ਹੈ? ਪੰਜਾਬੀ ਦੀ ਕਿਸੇ ਕਿਤਾਬ ਦੇ ਵਿੱਚ ਹੈ ਹੀ ਨਹੀਂ। ਪਰ ਔਰੰਗਜ਼ੇਬ ਦੀ ਆਪਣੀ ਜਿਹੜੀ ਦਰਬਾਰ ਦੀ ਡਾਇਰੀ ਹੈ, ਅਹਿਕਾਮੇ ਆਲਮਗੀਰੀ ਅਤੇ ਮੁਅੱਸਰੇ ਆਲਮਗੀਰੀ, ਉਹਨਾਂ ਦੋਵਾਂ ਦੇ ਵਿੱਚ ਉਸ ਦਾ ਜ਼ਿਕਰ ਹੈ, ਭਾਗੂ ਵਣਜਾਰਾ ਅਤੇ ਭਾਗੂ ਲਵਾਣਾ ਨਾਮ ਦੇ ਨਾਲ। ਇਹਦਾ ਮਤਲਬ ਇਤਿਹਾਸ ਕਿਉਂ ਗਵਾਚਦਾ ਜਾ ਰਿਹਾ? ਅਸੀਂ ਇਤਿਹਾਸ ਦੀ ਖੋਜ ਕਰਨੀ ਛੱਡ ਦਿੱਤੀ, ਇਤਿਹਾਸਕ ਸਰੋਤਾਂ ਤੋਂ ਹੌਲੀ ਹੌਲੀ ਦੂਰ ਹੁੰਦੇ ਗਏ। ਔਰ ਖਾਸ ਕਰਕੇ ਇਤਿਹਾਸ ਦੀ ਇੱਕ ਪਰੰਪਰਾ ਹੁੰਦੀ ਹੈ ਬੋਲੀ। ਕੁਝ ਇਤਿਹਾਸ ਦੇ ਪੱਖ ਐਸੇ ਹੁੰਦੇ ਨੇ ਜਿਹੜੀ ਮਾਂ ਆਪਣੀ ਗੋਦੀ ਦੇ ਵਿੱਚ ਆਪਣੇ ਬੱਚੇ ਨੂੰ ਆਪਣੀ ਭਾਸ਼ਾ 'ਚ ਦੱਸਦੀ ਹੈ, ਔਰ ਜਿਹੜਾ ਉਹ ਗੋਦ ਦੇ ਵਿੱਚ ਸੁਣਿਆ ਗਿਆ ਇਤਿਹਾਸ ਦਾ ਅੰਸ਼ ਹੈ ਨਾ, ਉਹ ਬੱਚੇ ਦੇ ਬਜ਼ੁਰਗ ਹੋਣ ਤੱਕ ਉਹਦੀ ਮਾਨਸਿਕਤਾ 'ਚੋਂ ਕਦੀ ਮਨਫੀ ਨਹੀਂ ਹੁੰਦਾ, ਜਿਹੜਾ ਮਾਂ ਦੀ ਗੋਦ ਦੇ ਵਿੱਚ ਸੁਣਿਆ ਹੁੰਦਾ। ਔਰ ਉਹ ਸਾਡੇ 'ਚੋਂ ਕਿਵੇਂ ਲੁਪਤ ਹੋਇਆ? ਤੁਸੀਂ ਬਜ਼ੁਰਗ ਬੈਠੇ ਹੋ, ਮੈਨੂੰ ਦੱਸ ਦਿਓ ਕਿੰਨੇ ਬਜ਼ੁਰਗ ਨੇ ਜਿਹੜੇ ਅੱਜ ਲੁਬਾਣਕੀ ਬੋਲੀ ਜਾਣਦੇ ਨੇ? ਲੁਬਾਣਕੀ ਬੋਲੀ ਕਿਉਂ ਖਤਮ ਹੋਈ? ਕਿਉਂਕਿ ਬੋਲੀ ਦੀ ਲਿਪੀ ਨਹੀਂ ਸੀ। ਬੋਲੀ ਦੀ ਲਿਪੀ ਨਾ ਹੋਣ ਕਰਕੇ ਇਹ ਬੋਲਚਾਲ ਦੀ ਬੋਲੀ ਸੀ। ਹੌਲੀ ਹੌਲੀ ਸਾਡੇ ਪਰਿਵਾਰਾਂ ਨੂੰ ਇਸ ਬੋਲੀ ਦੇ ਨਾਲ ਇੱਕ ਪਛੜਿਆਪਨ ਮਹਿਸੂਸ ਹੋਣ ਲੱਗਾ ਕਿ ਨਹੀਂ ਜੀ, ਇਹ ਬੋਲੀ ਤਾਂ ਸ਼ਾਇਦ ਕਬਾਇਲੀ ਬੋਲੀ ਹੈ, ਇਹ ਤਾਂ ਸ਼ਾਇਦ ਅਨਪੜ੍ਹਾਂ ਦੀ ਬੋਲੀ ਹੈ। ਸਾਡੇ ਪਰਿਵਾਰਾਂ 'ਚ ਹੌਲੀ 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 ਲੁਬਾਣਕੀ ਬੋਲੀ ਦੇ ਅੰਸ਼ ਖਤਮ ਹੋ ਗਏ, ਅਤੇ ਜਿਹੜੀ ਸੀਨਾ ਬਸੀਨਾ ਮਾਵਾਂ ਤੋਂ ਗੋਦ ਦੇ ਵਿੱਚ ਸੁਣੀ ਜਾਣ ਵਾਲੀ ਆਪਣੀ ਬੋਲੀ ਦੀ ਪ੍ਰਕਿਰਿਆ ਸੀ, ਉਹ ਖਤਮ ਹੋ ਗਈ। ਸੋ ਬੋਲੀ ਦੀ ਅਣਹੋਂਦ ਕਰਕੇ ਵੀ ਇਤਿਹਾਸ ਦਾ ਇੱਕ ਬਹੁਤ ਵੱਡਾ ਸਰੋਤ ਸਾਡੇ ਵਿੱਚੋਂ ਖਤਮ ਹੋ ਗਿਆ। ਹੁਣ ਜਿਹੜਾ ਉਹ ਰਾਜਾ ਹੈ ਧੱਜ, ਧੱਜ ਨੇ ਇੱਕ ਰਿਆਸਤ ਸਥਾਪਿਤ ਕੀਤੀ। ਉਸ ਦਾ ਪੁੱਤਰ ਸੀ ਕੋਹ ਧੱਜ। ਕੋਹ ਧੱਜ ਦਾ ਪੁੱਤਰ ਸੀ ਕਰਨ। ਕਰਨ ਦਾ ਪੁੱਤਰ ਸੀ ਕੈਸ਼ਵ। ਕੈਸ਼ਵ ਦਾ ਪੁੱਤਰ ਸੀ ਚਾਡਾ। ਚਾਡੇ ਦਾ ਇੱਕ ਪੁੱਤਰ ਸੀ ਥਿੱਡਾ, ਅਤੇ ਥਿੱਡੇ ਦੇ ਅੱਗੋਂ 2 ਪੁੱਤਰ ਸੀ ਮੌਲਾ ਔਰ ਮੌਤਾ। ਇੱਕ ਪਰਿਵਾਰ ਦੇ ਵਿੱਚੋਂ ਲਬਾਣੇ ਪਰਿਵਾਰ ਸ਼ੁਰੂ ਹੋਏ ਨੇ, ਇੱਕ 'ਚੋਂ ਵਣਜਾਰੇ ਪਰਿਵਾਰ ਸ਼ੁਰੂ ਹੋਏ ਨੇ।
ਇਹ 1309 ਤੋਂ ਸ਼ੁਰੂ ਕਰਕੇ ਤੁਸੀਂ ਇਸ ਪਰਿਵਾਰ ਦੀ ਜਿਹੜੀ ਵੰਸ਼ਾਵਲੀ ਹੈ ਉਹ ਪੜ੍ਹ ਸਕਦੇ ਹੋ। ਰਾਜਾ ਧੱਜ, ਧੱਜ ਦਾ ਕੋਤਜ, ਕੋਤਜ ਦਾ ਕਰਨ, ਕਰਨ ਦਾ ਕੈਸ਼ਪ, ਕੈਸ਼ਪ ਦਾ ਚਾਡਾ, ਚਾਡੇ ਦਾ ਥਿੱਡਾ ਔਰ ਥੋਡੇ ਦੇ 2 ਪੁੱਤਰ ਮੌਲਾ ਤੇ ਮੋਤਾ। ਹੁਣ ਤੁਸੀਂ ਖਿਆਲ ਕਰੋ ਕਿ ਇਹ ਪਰਿਵਾਰ ਰਾਜਪੁਤਾਨੇ ਦੇ ਨਾਲ ਸੰਬੰਧ ਰੱਖਦਾ ਹੈ। ਅਲਾਉਦੀਨ ਖਿਲਜੀ ਦੇ ਸਮੇਂ 1295 ਦੇ ਵਿੱਚ ਅਲਾਉਦੀਨ ਖਿਲਜੀ ਨੇ ਹਿੰਦੁਸਤਾਨ 'ਤੇ ਹਮਲੇ ਸ਼ੁਰੂ ਕੀਤੇ ਨੇ ਔਰ ਉਹਨਾਂ ਸਮਿਆਂ ਦੇ ਵਿੱਚ ਇਹਨਾਂ ਦੀ ਇੱਕ ਆਪਣੀ ਰਿਆਸਤ ਹੈ। ਰਿਆਸਤਾਂ ਕਦੋਂ ਖਤਮ ਹੁੰਦੀਆਂ ਨੇ? ਜਦੋਂ ਜਾਂ ਤਾਂ ਕੌਮਾਂ ਦੇ ਵਿੱਚ ਇਤਫਾਕ ਖਤਮ ਹੋ ਜਾਂਦਾ ਹੈ ਤੇ ਜਾਂ ਤੁਹਾਡਾ ਵਿਰੋਧੀ ਜਿਹੜਾ ਬਹੁਤ ਬਲਸ਼ਾਲੀ ਹੁੰਦਾ ਹੈ। ਰਿਆਸਤਾਂ ਉਦੋਂ ਖਤਮ ਹੁੰਦੀਆਂ ਨੇ। ਤੀਜੀਆਂ ਰਿਆਸਤਾਂ ਖਤਮ ਹੁੰਦੀਆਂ ਨੇ ਸਾਜ਼ਿਸ਼ ਦੇ ਨਾਲ, ਜਿਸ ਤਰ੍ਹਾਂ ਹਿੰਦੁਸਤਾਨ ਨੇ ਹੈਦਰਾਬਾਦ ਤੇ ਕਸ਼ਮੀਰ ਨੂੰ ਆਪਣੇ 'ਚ ਮਿਲਾਇਆ। ਸੋ ਇਹ ਕੁਝ ਕਾਰਨ ਹੁੰਦੇ ਨੇ ਤੇ ਜਦੋਂ ਰਿਆਸਤਾਂ ਖਤਮ ਹੁੰਦੀਆਂ ਨੇ ਇਤਿਹਾਸਕ ਸਰੋਤ ਆਪਣੇ ਆਪ ਖਤਮ ਹੋਣੇ ਸ਼ੁਰੂ ਹੋ ਜਾਂਦੇ ਨੇ। ਪਰ ਅਸੀਂ ਗੱਲ ਕਰਨੀ ਹੈ ਬਾਬਾ ਮੱਖਣ ਸ਼ਾਹ ਲਵਾਣਾ ਜੀ ਦੇ ਪਰਿਵਾਰ ਦੀ। ਮੈਂ ਜਦੋਂ ਇਸ ਪਰਿਵਾਰ ਦੇ ਬਾਰੇ ਖੋਜ ਕਰ ਰਿਹਾ ਸੀ, ਤਕਰੀਬਨ 2010 ਦੇ ਵਿੱਚ ਮੈਂ ਖੋਜ ਸ਼ੁਰੂ ਕੀਤੀ। 19 ਆ ਗਿਆ ਹੈ, ਯਾਨੀ ਕਿ 9 ਸਾਲ ਹੋ ਗਏ ਨੇ। ਮੈਂ ਤਕਰੀਬਨ 1800 ਪੇਜ ਦੀ ਕਿਤਾਬ ਲਿਖ ਚੁੱਕਾ ਇਸ ਪਰਿਵਾਰ ਦੇ ਉੱਪਰ। ਜਦੋਂ ਛਪਾਉਣੀ ਸੀ ਤਾਂ ਕਿਹਾ ਗਿਆ ਕਿ ਇੰਨੀ ਵੱਡੀ ਕਿਤਾਬ ਕਿਸੇ ਨੇ ਖਰੀਦਣੀ ਨਹੀਂ ਹੈ, ਇਹਨੂੰ ਛੋਟਾ ਕੀਤਾ ਜਾਵੇ। ਹੁਣ ਉਸ ਨੂੰ ਥੋੜ੍ਹਾ ਛੋਟਾ ਕਰ ਰਿਹਾ ਔਰ ਮੈਂ ਸੋਚ ਰਿਹਾ ਕਿ ਇਹਦੇ 2 ਹਿੱਸੇ ਕਰ ਦਿੱਤੇ ਜਾਣ। ਕਮ ਸੇ ਕਮ ਸਾਡੇ ਕੋਲ ਸਾਰਾ 13ਵੀਂ ਸਦੀ ਤੋਂ ਲੈ ਕੇ ਹੁਣ ਤੱਕ ਦਾ ਇਤਿਹਾਸ ਤਾਂ ਹੋਵੇ, ਖਾਸ ਕਰਕੇ ਰਣਜੀਤ ਸਿੰਘ ਦੇ ਰਾਜ ਦਾ। ਸਾਡੇ ਕੋਲ ਪਤਾ ਤਾਂ ਹੋਵੇ ਸਾਡੇ ਵਡੇਰੇ ਕੀ ਸੀ, ਸਾਡਾ ਪਿਛੋਕੜ ਕੀ ਸੀ, ਕਿਸ ਤਰ੍ਹਾਂ ਦੇ ਨਾਲ ਸਾਡੇ ਵਡੇਰਿਆਂ ਨੇ ਕੁਰਬਾਨੀਆਂ ਕੀਤੀਆਂ, ਕਿਸ ਤਰ੍ਹਾਂ ਸਾਡੇ ਵਡੇਰਿਆਂ ਨੇ ਔਖੇ ਸਮੇਂ ਆਪਣੇ ਉੱਪਰ ਹੰਢਾਏ ਨੇ। ਮੈਂ ਤਾਂ ਹੈਰਾਨ ਹਾਂ, ਪਾਕਿਸਤਾਨ ਦੇ ਵਿੱਚ ਮੁਜ਼ੱਫਰਾਬਾਦ ਦੇ ਕੋਲ ਇੱਕ ਪਿੰਡ ਹੈ ਢੇਟਾ ਟਾਂਡਾ। ਮੈਂ ਜਦੋਂ ਮੁਜ਼ੱਫਰਾਬਾਦ ਦੀ ਜਿਹੜੀਆਂ ਸਾਲਟ ਰੇਂਜਸ ਨੇ, ਜਿਹੜੀਆਂ ਲੂਣ ਦੀਆਂ ਖਾਣਾਂ ਨੇ, ਜਦੋਂ ਮੈਂ ਉਹਨਾਂ ਦੇ ਬਾਰੇ ਖੋਜ ਕਰ ਰਿਹਾ ਸੀ, ਉਹਨਾਂ ਦੇ ਬਾਰੇ ਖੋਜ ਮੈਨੂੰ ਇਸ ਕਰਕੇ ਕਰਨੀ ਪਈ ਕਿ ਇੰਗਲੈਂਡ ਦੇ ਵਿੱਚ ਮਹਾਰਾਜਾ ਦਲੀਪ ਸਿੰਘ ਨੇ ਮਲਕਾ ਵਿਕਟੋਰੀਆ ਨੂੰ ਇੱਕ ਚਿੱਠੀ ਲਿਖੀ ਹੈ, ਜਿਹੜੀ ਚਿੱਠੀ ਮੈਨੂੰ ਪੜ੍ਹਨ ਦਾ ਮੌਕਾ ਮਿਲਿਆ। ਉਸ ਚਿੱਠੀ ਦੇ ਵਿੱਚ ਸੀ ਕਿ ਤੁਸੀਂ ਸਾਡਾ ਪੰਜਾਬ ਦਾ ਕਬਜ਼ਾ ਕੀਤਾ ਹੋਇਆ ਰਾਜ ਵਾਪਸ ਦੇ ਦਿਓ। ਤੇ ਉਸ ਰਾਜ ਦੀ ਵਾਪਸੀ ਦੇ ਵਿੱਚ ਉਹਨੇ 14 ਪਿੰਡਾਂ ਦੀਆਂ ਸਾਲਟ ਰੇਂਜਸ ਦੀ ਗੱਲ ਕੀਤੀ ਸੀ ਕਿ ਇਹਨਾਂ ਪਿੰਡਾਂ ਦੇ ਵਿੱਚ ਜ਼ੇਲਮ ਦੇ ਕੰਢੇ ਸਾਡੀਆਂ ਲੂਣ ਦੀਆਂ ਖਾਣਾਂ ਵਾਲੇ ਪਿੰਡ ਨੇ, ਜਿੱਥੇ ਸਾਡੇ ਲੁਬਾਣੇ ਪਰਿਵਾਰ ਜਿਹੜੇ ਨੇ ਉਸ ਦਾ ਵਪਾਰ ਕਰਦੇ ਨੇ, ਸਾਨੂੰ ਉਹ ਵੀ ਵਾਪਸ ਦੇ ਦਿਓ। ਸੋ ਇਹ ਇੱਕ ਬੜੀ ਅਹਿਮ ਗੱਲ ਸੀ ਕਿ ਮਹਾਰਾਜਾ ਦਲੀਪ ਸਿੰਘ ਕਿਉਂ ਮੰਗ ਰਿਹਾ ਉਹ ਇਲਾਕਾ ਵਾਪਸ। ਹਾਂ, ਤੁਸੀਂ ਅੱਜ ਵੇਖਦੇ ਹੋ ਨਾ ਕਿ ਜਿਹੜਾ ਕੀਮਤ ਸੂਚਕ ਅੰਕ ਹੈ ਸੰਸਾਰ ਦੇ ਵਿੱਚ, ਜਿਹੜੀਆਂ ਕੀਮਤਾਂ ਵੱਧਦੀਆਂ ਨੇ, ਜਿਹੜਾ ਕੀਮਤ ਸੂਚਕ ਅੰਕ ਨਿਰਧਾਰਿਤ ਕੀਤਾ ਜਾਂਦਾ ਹੈ ਕਿ ਰੁਪਈਏ ਦਾ ਕੀ ਰੇਟ ਹੋਵੇਗਾ, ਡਾਲਰ ਦਾ ਰੇਟ ਕੀ ਹੋਵੇਗਾ, ਉਹਦਾ ਸਾਰਾ ਆਧਾਰ ਜਿਹੜਾ ਗੋਲਡ ਹੁੰਦਾ ਹੈ, ਸੋਨਾ ਹੁੰਦਾ ਹੈ। ਇਹ ਇੰਟਰਨੈਸ਼ਨਲ ਮਾਰਕੀਟ ਦੀ ਗੱਲ ਹੈ, ਅੰਤਰਰਾਸ਼ਟਰੀ ਮੰਡੀ ਦੀ ਗੱਲ ਹੈ ਕਿ ਜਿਹੜੀ ਕਰੰਸੀ ਹੈ, ਜਿਹੜੀ ਮੁਦਰਾ ਹੈ, ਉਹਦਾ ਕੀਮਤ ਸੂਚਕ ਅੰਕ ਜਿਹੜਾ ਹੈ ਉਹ ਸੋਨੇ ਦੇ ਹਿਸਾਬ ਦੇ ਨਾਲ ਤੈਅ ਕੀਤਾ ਜਾਂਦਾ ਹੈ ਕਿ ਡਾਲਰ ਦੇ ਇੰਨੇ ਰੁਪਈਏ ਬਣਦੇ ਨੇ, ਪਾਉਂਡ ਦੇ ਇੰਨੇ ਰੁਪਈਏ ਬਣਦੇ ਨੇ। ਜੇਕਰ ਕੀਮਤ ਸੂਚਕ ਅੰਕ ਸੋਨੇ ਦੇ ਆਧਾਰ 'ਤੇ ਨਾ ਹੋਵੇ ਤਾਂ ਕਰੰਸੀ ਤਾਂ ਇੱਕ ਕਾਗਜ਼ ਹੀ ਹੈ, ਜਿੰਨੀ ਮਰਜ਼ੀ ਛਾਪੀ ਜਾਓ, ਪਰ ਉਹਦਾ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ, ਮੰਡੀ ਦੇ ਵਿੱਚ ਕੋਈ ਮੁੱਲ ਨਹੀਂ ਹੋਵੇਗਾ। ਪਰ ਜਿਹੜਾ 15ਵੀਂ ਸਦੀ ਦਾ ਸਮਾਂ ਹੈ, ਉਹਨਾਂ ਸਮਿਆਂ ਦੇ ਵਿੱਚ ਕੀਮਤ ਸੂਚਕ ਅੰਕ ਜਿਹੜਾ ਹੈ ਉਹ ਪਹਾੜੀ ਲੂਣ ਦੇ ਨਾਲ ਤੈਅ ਕੀਤਾ ਜਾਂਦਾ ਸੀ। ਅਜੇ ਕੱਲ੍ਹ ਦੀਆਂ ਗੱਲਾਂ ਨੇ, ਸ਼ਾਇਦ ਬਜ਼ੁਰਗਾਂ ਨੂੰ ਯਾਦ ਹੋਵੇਗਾ, ਪਾਕਿਸਤਾਨੀ ਲੂਣ ਸਾਲਟ ਮਾਈਨ ਪਿੰਡਾਂ 'ਚ ਵਿਕਣ ਆਉਂਦਾ ਸੀ। ਕਣਕ ਦੇ ਨਾਲ ਸਾਵਾਂ ਹੁੰਦਾ ਸੀ, ਅਨਾਜ ਦੇ ਨਾਲ ਸਾਵਾਂ, ਕਿ 2 ਕਿਲੋ ਕਣਕ ਦਿਓ ਤੇ 2 ਕਿਲੋ ਪਾਕਿਸਤਾਨੀ ਲੂਣ ਲੈ ਲਓ। ਇਹਦਾ ਮਤਲਬ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਅਨਾਜ ਦਾ ਜਿਹੜਾ ਕੀਮਤ ਸੂਚਕ ਅੰਕ ਹੈ ਉਹ ਉਸ ਪਹਾੜੀ ਜਾਂ ਪਾਕਿਸਤਾਨੀ ਲੂਣ ਦੇ ਬਰਾਬਰ ਰਿਹਾ। ਖੈਰ, ਮੈਂ ਵਿਸ਼ੇ ਤੋਂ ਥੋੜ੍ਹਾ ਬਾਹਰ ਨਾ ਜਾਵਾਂ। ਇਸ ਸਾਰੀ ਖੋਜ ਦੇ ਦੌਰਾਨ ਜਦੋਂ ਮੈਂ ਮੁਜ਼ੱਫਰਾਬਾਦ ਗਿਆ ਤੇ ਉੱਥੇ ਇੱਕ ਪਿੰਡ ਹੈ ਢੇਟਾ ਟਾਂਡਾ। ਜੇ ਕੋਈ ਪਰਿਵਾਰ ਉਸ ਇਲਾਕੇ 'ਚੋਂ, ਪਾਕਿਸਤਾਨ 'ਚੋਂ ਆਇਆ ਹੋਵੇ ਤਾਂ ਸ਼ਾਇਦ ਉਹ ਇਸ ਘਟਨਾ ਨੂੰ ਬਹੁਤ ਸੰਜੀਦਗੀ ਦੇ ਨਾਲ ਜਾਣਦਾ ਹੋਵੇਗਾ, ਕਿਉਂਕਿ ਮੈਂ ਜਦੋਂ ਲੰਦਨ ਦੇ ਵਿੱਚ ਇਹ ਲੈਕਚਰ ਕਰ ਰਿਹਾ ਸੀ ਕਿ ਮੈਂ ਉਸ ਪਰਿਵਾਰ ਦੀ ਆਹ ਕਹਾਣੀ ਜਿਹੜੀ ਹੈ, ਉਸ ਪਿੰਡ ਦੀ ਕਹਾਣੀ ਜਿਹੜੀ ਆਹ ਸੁਣ ਕੇ ਆਇਆ ਔਰ ਉਹਦੇ ਉੱਪਰ ਮੈਂ ਡਾਕੂਮੈਂਟਰੀ ਵੀ ਤਿਆਰ ਕੀਤੀ ਸਾਰੀ। ਉੱਥੇ ਜਾ ਕੇ ਕਿਤੇ ਮੌਕਾ ਮਿਲਿਆ ਤਾਂ ਤੁਹਾਡੇ ਪਿੰਡ ਆ ਕੇ ਜ਼ਰੂਰ ਤੁਹਾਨੂੰ ਸਾਰੀ 2 ਘੰਟੇ ਦੀ ਡਾਕੂਮੈਂਟਰੀ ਵਿਖਾਊਂਗਾ
ਪਿੰਡ ਨੂੰ 26 ਅਕਤੂਬਰ 1947 ਨੂੰ ਕਬਾਇਲੀਆਂ ਨੇ ਘੇਰਾ ਪਾ ਲਿਆ। ਪਿੰਡ ਦਾ ਨਾਮ ਹੈ ਢੇਟਾ ਟਾਂਡਾ, ਸਾਰੇ ਲਬਾਣੇ ਪਰਿਵਾਰ ਵਸਦੇ ਨੇ। ਮਰਦਾਂ ਨੇ ਫੈਸਲਾ ਕੀਤਾ ਕਿ ਅਸੀਂ ਕਬਾਇਲੀਆਂ ਦਾ ਮੁਕਾਬਲਾ ਕਰਾਂਗੇ, ਪਰ ਜੇ ਅਸੀਂ ਮੁਕਾਬਲਾ ਕਰਦੇ ਮਾਰੇ ਗਏ ਤੇ ਜਿਹੜੀਆਂ ਸਾਡੀਆਂ ਨੌਜਵਾਨ ਬੱਚੀਆਂ ਨੇ ਇਹਨਾਂ ਦਾ ਕਬਾਇਲੀ ਕੀ ਹੱਲ ਕਰਨਗੇ? ਬਲਾਤਕਾਰ ਵੀ ਕਰਨਗੇ, ਮੁਸਲਮਾਨ ਵੀ ਬਣਾਉਣਗੇ, ਚੁੱਕ ਕੇ ਵੀ ਲੈ ਜਾਣਗੇ। ਮੈਂ ਉਸ ਘਰ ਨੂੰ ਵੇਖਿਆ ਜਿਸ ਘਰ ਦੇ ਵਿੱਚ ਪਿੰਡ ਨੇ ਸਾਰੇ ਨੇ ਇਕੱਠੇ ਹੋ ਕੇ ਅਰਦਾਸ ਕੀਤੀ, ਆਪਣੀਆਂ ਜਵਾਨ ਬੱਚੀਆਂ ਨੂੰ ਬਿਠਾਇਆ ਤੇ ਉਸ ਘਰ ਨੂੰ ਅੱਗ ਲਾ ਕੇ ਆਪਣੀਆਂ ਬੱਚੀਆਂ ਨੂੰ ਆਪ ਹੀ ਸ਼ਹੀਦ ਕਰ ਦਿੱਤਾ ਕਿ ਇਹਨਾਂ ਦੀ ਇੱਜ਼ਤ ਨਾ ਲੁੱਟੀ ਜਾਵੇ, ਇਹਨਾਂ ਦੀ ਕਿਤੇ ਇੱਜ਼ਤ ਨਾ ਲੁੱਟੀ ਜਾਵੇ। ਉਸ ਤੋਂ ਅਗਲੇ ਪਿੰਡ ਦੇ ਵਿੱਚ ਅਤਨਾ ਬੇਰਵਾ ਦੇ ਵਿੱਚ ਸਰਦਾਰ ਠਾਕਰ ਸਿੰਘ ਆਪਣੇ ਪਰਿਵਾਰ ਦੀਆਂ ਆਪਣੀਆਂ ਹੀ 25 ਬੱਚੀਆਂ ਨੂੰ ਤਲਵਾਰ ਦੇ ਨਾਲ ਸਿਰ ਧੜ ਤੋਂ ਜੁਦਾ ਕਰ ਦਿੱਤੇ ਕਿ ਬੱਚੀਆਂ ਦੀ ਇੱਜ਼ਤ ਨਾ ਲੁੱਟੀ ਜਾਵੇ। ਕਾਹਦੇ ਕਰਕੇ? ਇਹ ਕਿਉਂ ਸੀ ਸਾਡੇ ਵਡੇਰੇ? ਇਸੇ ਕਰਕੇ ਕਿ ਸਾਡਾ ਸਵੈਮਾਨ, ਸਾਡੀ ਗੈਰਤ, ਸਾਡੀ ਦ੍ਰਿੜਤਾ, ਸਾਡੀ ਬਹਾਦਰੀ ਜਿਹੜੀ ਹੈ ਨਾ, ਉਹ ਜ਼ਿੰਦਾ ਰਹਿ ਸਕੇ। ਬੇਸ਼ੱਕ ਸਾਨੂੰ ਆਪਣੀਆਂ ਬੱਚੀਆਂ ਆਪ ਸ਼ਹੀਦ ਕਰਨੀਆਂ ਪੈਣ, ਪਰ ਸਾਡੀਆਂ ਬੱਚੀਆਂ ਦੀ ਇੱਜ਼ਤ ਬਾਜ਼ਾਰਾਂ ਦੇ ਵਿੱਚ ਨਾ ਰੁਲੇ। ਮੇਰੀਓ ਭੈਣੋ, ਇਸ ਗੱਲ ਨੂੰ ਤੁਸੀਂ ਬੜੇ ਖਿਆਲ ਦੇ ਨਾਲ ਸੋਚਿਓ, ਕਿਉਂਕਿ ਤੁਹਾਡੀ ਗੋਦ ਦੇ ਵਿੱਚ ਕੌਮ ਦਾ ਭਵਿੱਖ ਪਲਣਾ ਹੈ। ਜੇਕਰ ਤੁਹਾਡੇ ਵਿੱਚੋਂ ਅਣਖ, ਗੈਰਤ, ਬਹਾਦਰੀ, ਦ੍ਰਿੜਤਾ ਤੇ ਕੌਮੀ ਇਤਿਹਾਸ ਦਾ ਮੁਲਾਂਕਣ ਖਤਮ ਹੋ ਗਿਆ ਨਾ, ਤੇ ਤੁਹਾਡੀ ਆਉਣ ਵਾਲੀ ਕੌਮ ਕਦੇ ਵੀ ਤੁਹਾਡੇ ਇਤਿਹਾਸ ਤੇ ਮਾਣ ਨਹੀਂ ਕਰੇਗੀ। ਇਹ ਤੁਹਾਡੀ ਜ਼ਿੰਮੇਵਾਰੀ ਜ਼ਿਆਦਾ ਬਣ ਜਾਂਦੀ। ਅਕਸਰ ਅਸੀਂ ਕਹਿੰਦੇ ਹਾਂ ਨਾ ਕਿ ਮਰਦ ਪੜ੍ਹਿਆ ਹੋਵੇ ਤਾਂ ਉਹ ਪੜ੍ਹਿਆ, ਪਰ ਜੇਕਰ ਔਰਤ ਪੜ੍ਹੀ ਹੈ ਤੇ ਪੀੜ੍ਹੀਆਂ ਪੜ੍ਹ ਜਾਂਦੀਆਂ ਨੇ, ਉਹਦਾ ਕਾਰਨ ਇਹ ਹੁੰਦਾ ਕਿ ਔਰਤ ਦੀ ਗੋਦ ਦੇ ਵਿੱਚ ਕੌਮ ਦਾ ਭਵਿੱਖ ਖੇਡਣਾ ਹੁੰਦਾ ਹੈ। ਤੇ ਇਹ ਮਾਂ ਦੇ ਉੱਪਰ ਹੈ ਕਿ ਉਸਨੇ ਸਾਰਾ ਦਿਨ ਬੈਠ ਕੇ ਟੈਲੀਵਿਜ਼ਨ ਵੇਖਣਾ ਹੈ ਜਾਂ ਗੋਦ ਦੇ ਵਿੱਚ ਬੱਚੇ ਨੂੰ ਬਿਠਾ ਕੇ ਆਪਣੇ ਇਤਿਹਾਸ ਦੀ ਕੋਈ ਗਾਥਾ ਸੁਣਾਉਣੀ ਹੈ। ਇਹ ਤੁਹਾਡੇ ਤੇ ਮੁਨੱਸਰ ਹੈ। ਬੱਚੇ ਨੂੰ ਕਿਵੇਂ ਬਣਾਉਣਾ ਹੈ, ਇਹ ਮਾਂ ਦੇ ਉੱਪਰ ਮੁਨੱਸਰ ਹੈ। ਪਰ ਜਦੋਂ ਅਸੀਂ ਖੁਦ ਹੀ ਇਤਿਹਾਸ ਨਹੀਂ ਜਾਣਦੇ ਤੇ ਬੱਚਿਆਂ ਨੂੰ ਕੀ ਸਮਝਾਵਾਂਗੇ? ਅਸੀਂ ਤੇ ਆਪਣੇ ਇਤਿਹਾਸ ਨੂੰ ਆਪ ਗਵਾਇਆ ਹੋਇਆ ਹੈ। ਸੋ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜਿਸ ਵੇਲੇ ਮਾਨਸਰੋਵਰ ਦੇ ਇਲਾਕੇ 'ਚੋਂ ਵਾਪਸ ਆ ਰਹੇ ਨੇ ਲਦਾਖ ਤੋਂ ਨਿੰਮੂ ਤੋਂ ਸਕਾਰਡੂ, ਕਾਰਗਿਲ, ਇਸ ਤੋਂ ਬਾਅਦ ਆਏ ਨੇ ਮੱਟਨ, ਤੇ ਮੱਟਨ ਤੋਂ ਬਾਅਦ ਗਏ ਨੇ ਮੁਜ਼ੱਫਰਾਬਾਦ, ਜਿਹੜਾ ਅੱਜ ਪਾਕਿਸਤਾਨ ਦੇ ਵਿੱਚ ਹੈ। ਮੁਜ਼ੱਫਰਾਬਾਦ ਦਾ ਜ਼ਿਕਰ ਮੈਂ ਇਸ ਕਰਕੇ ਕਰਨ ਲੱਗਾ ਕਿਉਂਕਿ ਬਾਬਾ ਮੱਖਣ ਸ਼ਾਹ ਲਬਾਣਾ ਜੀ ਦਾ ਪਰਿਵਾਰਕ ਪਿਛੋਕੜ ਦਾ ਸੰਬੰਧ ਉੱਥੇ ਹੈ। ਪਰ ਸਾਡੇ ਕੁਝ ਇਤਿਹਾਸਕਾਰਾਂ ਨੇ ਦੱਖਣ ਦੇ ਨਾਲ ਜੋੜਿਆ। ਉਹ ਸਾਡੇ ਇਤਿਹਾਸਕਾਰ ਨੇ ਸ਼ੇਰ ਸਿੰਘ, ਉਸ ਤੋਂ ਬਾਅਦ ਗੁਲਚਰਨ ਸਿੰਘ ਤੇ ਉਸ ਤੋਂ ਬਾਅਦ ਪਿਆਰਾ ਸਿੰਘ ਪਦਮ, ਕਿਉਂਕਿ ਉਹਨਾਂ ਨੇ ਜਿਹੜਾ ਇਤਿਹਾਸ ਦਾ ਆਧਾਰ ਲਿਆ, ਉਹਨਾਂ ਲਿਆ ਹੈ ਕਨ੍ਹਈਆ ਲਾਲ ਦੀ ਫਾਰਸੀ ਦੀ ਲਿਖਤ ਤਾਰੀਖੇ ਪੰਜਾਬ। ਤੇ ਜਿਹੜਾ ਕਨ੍ਹਈਆ ਲਾਲ ਹੈ ਉਹ ਅੰਗਰੇਜ਼ਾਂ ਦਾ ਨੌਕਰ ਸੀ, ਉਹਦਾ ਤਾਂ ਕੰਮ ਹੈ ਇਤਿਹਾਸ ਨੂੰ ਸਿੱਖੀ ਤੋਂ ਦੂਰ ਕਰਨਾ। ਸੋ ਉਹਨੇ ਆਪਣੀ ਮਰਜ਼ੀ ਦੇ ਅਨੁਸਾਰ ਦੱਖਣ ਦੇ ਨਾਲ ਜੋੜ ਦਿੱਤਾ। ਪਰ ਮੈਂ ਕਹਿੰਦਾ ਭਲਾ ਹੋਵੇ ਭੱਟ ਪਰਿਵਾਰਾਂ ਦਾ, ਜਿਨ੍ਹਾਂ ਨੇ ਭੱਟ ਵਹੀਆਂ ਲਿਖੀਆਂ। ਤੇ ਜੇਕਰ ਅੱਜ ਸਾਡੇ ਕੋਲ ਭੱਟ ਅੱਖਰੀ ਦੇ ਵਿੱਚ ਲਿਖੀਆਂ ਉਹਨਾਂ ਦੀਆਂ ਭੱਟ ਵਹੀਆਂ ਨਾ ਹੁੰਦੀਆਂ, ਮੈਨੂੰ ਲੱਗਦਾ ਕਿ ਆਉਣ ਵਾਲੇ ਹੋਰ 10-20 ਸਾਲ ਨੇ ਭੱਟ ਅੱਖਰੀ ਪੜ੍ਹਨ ਵਾਲੇ ਵਿਦਵਾਨ ਵੀ ਕੌਮ 'ਚੋਂ ਖਤਮ ਹੋ ਜਾਣਗੇ, ਕਿਉਂਕਿ ਉਹਦੀ ਵੀ ਇੱਕ ਵੱਖਰੀ ਲਿਪੀ ਹੈ। ਜੇ ਕਿਤੇ ਸਾਡੇ ਕੋਲ ਉਹ ਭੱਟ ਵਹੀਆਂ ਨਾ ਹੁੰਦੀਆਂ ਤੇ ਸਾਡੇ ਕੋਲ ਲਬਾਣਾ ਬਰਾਦਰੀ ਦੇ ਇਤਿਹਾਸ ਦੇ ਕਈ ਅੰਸ਼ ਤੇ ਕਈ ਤਾਰੀਖਾਵਲੀਆਂ ਹਮੇਸ਼ਾ ਵਾਸਤੇ ਖਤਮ ਹੋ ਜਾਣੀਆਂ ਸੀ। ਅੱਜ ਜਿੱਦਾਂ ਵੀ ਸਾਡੇ ਕੋਲ ਇਤਿਹਾਸ ਹੈ ਉਹ ਭੱਟ ਵਹੀ ਮੁਲਤਾਨੀ ਦੇ ਉੱਪਰ ਆਧਾਰਿਤ ਹੈ। ਜਿੰਨੀਆਂ ਵੀ ਖੋਜਾਂ ਹੋ ਰਹੀਆਂ ਨੇ ਇਸ ਪਰਿਵਾਰ ਦੇ ਉੱਪਰ, ਇਸ ਬਰਾਦਰੀ ਦੇ ਉੱਪਰ, ਉਹਨਾਂ ਦਾ ਆਧਾਰ ਹੀ ਇਹੀ ਹੈ ਕਿ ਸਾਡੇ ਕੋਲ ਭੱਟ ਵਹੀਆਂ ਦੇ ਪ੍ਰਮਾਣਿਕ ਸਰੋਤ ਨੇ। ਸੋ ਉਹਨਾਂ ਸਰੋਤਾਂ ਦਾ ਆਧਾਰ ਮੈਂ ਗੁਰੂ ਨਾਨਕ ਸਾਹਿਬ ਤੋਂ ਤੁਹਾਡੇ ਨਾਲ ਸਾਂਝਾ ਕਰਦਾ। ਗੁਰੂ ਨਾਨਕ ਸਾਹਿਬ ਮੁਜ਼ੱਫਰਾਬਾਦ ਦੇ ਕੋਲ ਇੱਕ ਛੋਟਾ ਜਿਹਾ ਪਿੰਡ ਹੈ ਗੁਜਰਾਤ। ਹੁਣ ਸਮੱਸਿਆ ਇੱਥੇ ਇਹ ਹੋ ਗਈ ਕਿ ਜਦੋਂ ਸਰੋਤਾਂ ਦੇ ਵਿੱਚ ਗੁਜਰਾਤ ਸ਼ਬਦ ਆਇਆ ਨਾ ਤਾਂ ਅਸੀਂ ਹਿੰਦੁਸਤਾਨ ਵਾਲੇ ਗੁਜਰਾਤ ਦੇ ਨਾਲ ਜੋੜ ਲਿਆ। ਇੱਥੇ ਗਲਤਫਹਿਮੀ ਪੈਦਾ ਹੋ ਗਈ। ਇਹ ਗੁਜਰਾਤ ਜਿਹੜਾ ਇਹ ਬਾਅਦ 'ਚ ਹੋਣ 'ਚ ਆਇਆ, ਪਰ ਜਿਹੜਾ ਗੁਰੂ ਕਾਲ ਦੇ ਸਮੇਂ ਗੁਜਰਾਤ ਸ਼ਬਦ ਆਉਂਦਾ ਹੈ ਉਹ ਰਾਮ ਗੋਪਾਲ ਗੁੱਜਰ ਦਾ ਵਛਾਇਆ ਨਗਰ ਪਾਕਿਸਤਾਨ ਦੇ ਵਿੱਚ ਹੈ ਗੁਜਰਾਤ, ਜਿਹੜਾ ਕਦੀ ਇੱਕ ਛੋਟਾ ਜਿਹਾ ਪਿੰਡ ਸੀ ਜਿੱਥੇ ਭਾਈ ਭਿਖਾਰੀ ਵਰਗੇ ਵਸਦੇ ਸੀ, ਉਹ ਵੀ ਗੁਜਰਾਤ ਦੇ ਵਿੱਚ ਸੀ, ਜਿੱਥੇ ਸਿੱਖੀ ਬਹੁਤ ਫੈਲੀ ਹੋਈ ਸੀ। ਔਰ ਉਸ ਨਗਰ ਦੇ ਵਿੱਚ ਜਦੋਂ ਗੁਰੂ ਨਾਨਕ ਸਾਹਿਬ ਪਹੁੰਚੇ ਤੇ ਉਹਦਾ ਆਧਾਰ ਹੈ ਸਾਡੇ ਕੋਲ ਪੁਰਾਤਨ ਜਨਮ ਸਾਖੀ, ਜਿਸ ਨੂੰ ਵਿਲਾਇਤ ਵਾਲੀ ਜਨਮ ਸਾਖੀ ਕਿਹਾ ਜਾਂਦਾ ਹੈ।
ਗੁਰੂ ਨਾਨਕ ਸਾਹਿਬ ਮਰਦਾਨੇ ਨੂੰ ਇੱਕ ਸਵਾਲ ਕਰਦੇ ਨੇ। ਸਵਾਲ ਕੀ ਹੈ? ਕਿਤੇ ਉਸ ਜਨਮ ਸਾਖੀ ਦਾ ਇੱਕ ਖਰੜਾ ਮੇਰੀ ਲਾਇਬ੍ਰੇਰੀ ਦੇ ਵਿੱਚ ਪਿਆ ਹੈ, ਕਿਸੇ ਵੀਰ ਨੂੰ ਕਿਤੇ ਪੜ੍ਹਨ ਦਾ ਸ਼ੌਕ ਹੋਵੇ ਆ ਕੇ ਜ਼ਰੂਰ ਵੇਖਿਓ। ਉਹਦੇ ਵਿੱਚ ਤਸਵੀਰਾਂ ਵੀ ਨੇ, ਅਤੇ ਉਸ ਤਸਵੀਰ ਦੇ ਵਿੱਚ ਇੱਕ ਨਾਇਕ ਜਿਹੜਾ ਕਿ ਲੁਬਾਣਿਆਂ ਦੇ ਮੁਖੀ ਨੂੰ ਕਿਹਾ ਜਾਂਦਾ ਸੀ, ਉਹ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਬੈਠਾ ਹੈ। ਪਿੱਛੇ ਇੱਕ ਘਰ ਹੈ ਅਤੇ ਘਰ ਦੇ ਪਿੱਛੇ 4 ਝੰਡੇ ਝੂਲਦੇ ਨਜ਼ਰ ਆ ਰਹੇ ਨੇ। ਇਹ ਜਿਹੜੇ ਝੰਡੇ ਝੂਲਣੇ ਜਨਮ ਸਾਖੀ ਦੇ ਵਿੱਚ ਵਿਖਾਉਣੇ ਨੇ, ਇਹਨਾਂ ਦਾ ਇੱਕ ਆਪਣਾ ਬਹੁਤ ਵੱਡਾ ਮਹੱਤਵ ਹੈ। ਹੁਣ ਤਾਂ ਮੈਂ ਬਾਰ-ਬਾਰ ਕਹਿ ਰਿਹਾ ਕਿ ਅੰਗਰੇਜ਼ੀ ਸ਼ਬਦਾਂ ਦਾ ਸਾਡੀ ਬੋਲੀ ਦੇ ਵਿੱਚ ਇੰਨਾ ਮਿਲਗੋਭਾ ਹੁੰਦਾ ਜਾ ਰਿਹਾ ਕਿ ਸਾਡੀ ਮੂਲ ਬੋਲੀ ਦੇ ਜਿਹੜੇ ਸ਼ਬਦ ਨੇ ਉਹ ਗਵਾਚਦੇ ਜਾ ਰਹੇ। ਪੁਰਾਣੇ ਬਜ਼ੁਰਗਾਂ ਨੂੰ ਪਤਾ ਹੈ, ਕਿਤੇ ਮਜ਼ਾਕ ਦੇ ਨਾਲ ਕਿਸੇ ਨੂੰ ਕਹਿ ਦੇਣਾ ਨਾ ਕਿ ਤੇਰੇ ਕੋਲ ਕੀ ਹੈ, ਅਤੇ ਅੱਗੋਂ ਜਵਾਬ ਪਤਾ ਕੀ ਹੁੰਦਾ ਸੀ? ਜੇ ਮੇਰੇ ਕੋਲ ਕੁਝ ਨਹੀਂ ਤੇ ਤੇਰੇ ਕਿਹੜੇ ਝੰਡੇ ਝੂਲਦੇ ਨੇ। ਸਾਡਾ ਹੀ ਜਵਾਬ ਹੁੰਦਾ ਸੀ ਨਾ ਕਿ ਜੇ ਮੇਰੇ ਕੋਲ ਕੁਝ ਨਹੀਂ ਤੇ ਤੇਰੇ ਕੋਲ ਕਿਹੜੇ ਝੰਡੇ ਝੂਲਦੇ ਨੇ। ਅਤੇ ਹੁਣ ਇਹੀ ਸਵਾਲ ਗੁਰੂ ਨਾਨਕ ਸਾਹਿਬ ਦਾ ਮਰਦਾਨੇ ਨੂੰ ਹੈ। ਮਰਦਾਨਿਆਂ ਕਿਸਕਾ ਗ੍ਰਹਿ ਹੈ, 4 ਧਵਜ ਝੂਲਦੇ ਹਨ। ਮਰਦਾਨਿਆਂ ਇਹ ਕਿਹਦਾ ਘਰ ਹੈ? ਪਿੱਛੇ 4 ਝੰਡੇ ਝੂਲ ਰਹੇ ਨੇ। ਇਹਦਾ ਮਤਲਬ ਕਿ ਝੰਡੇ ਝੂਲਣ ਦਾ ਬਹੁਤ ਵੱਡਾ ਮਤਲਬ ਸੀ। ਤੁਸੀਂ ਹਰ ਸਾਲ ਖੇਤੀਬਾੜੀ ਵਾਲੇ ਵੀਰਾਂ ਨੂੰ, ਜ਼ਰਾਇਤੀ ਖੇਤਰ ਵਾਲਿਆਂ ਨੂੰ ਤਾਂ ਮਾਫ ਹੈ, ਜਿਹੜੇ ਨੌਕਰੀਆਂ ਕਰਦੇ ਨੇ ਜਾਂ ਬਿਜ਼ਨਸ ਕਰਦੇ ਨੇ, ਤੁਸੀਂ ਹਰ ਸਾਲ ਆਪਣੀ ITR ਇਨਕਮ ਟੈਕਸ ਰਿਟਰਨ ਫਾਈਲ ਕਰਦੇ ਹੋ। ਤੁਸੀਂ ਦੱਸਦੇ ਹੋ, ਬੇਸ਼ੱਕ ਸਾਰੇ ਅਸੀਂ ਛਪਾਉਂਦੇ ਵੀ ਹਾਂ, ਕਦੀ ਸੱਚ ਨਹੀਂ ਦੱਸਦੇ। ਅਸੀਂ ਦੱਸਦੇ ਹਾਂ ਕਿ ਇੰਨਾ ਕਮਾਇਆ ਅਸੀਂ ਸਾਲ ਦੇ ਵਿੱਚ, ਅਤੇ ਅਸੀਂ ਡਿਕਲੇਅਰ ਕਰ ਦਿੱਤਾ। ਟਰਕਿਸ਼ ਤੋਂ ਬਾਅਦ ਇਹ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਬਹੁਤ ਖੇਤਰਾਂ ਦੇ ਵਿੱਚ ਪਰੰਪਰਾ ਰਹੀ ਹੈ ਕਿ ਜਿਸ ਘਰ ਦੇ ਵਿੱਚ ਸੋਨੇ ਦੀਆਂ 1 ਲੱਖ ਮੋਹਰਾਂ ਦੀ ਮਲਕੀਅਤ ਹੋਵੇ, ਉਹ ਆਪਣੇ ਘਰ ਦੇ ਉੱਪਰ ਇੱਕ ਝੰਡਾ ਲਗਾ ਸਕਦਾ ਸੀ। ਇਹਦਾ ਮਤਲਬ ਕਿ ਝੰਡਾ ਝੂਲਣ ਦਾ ਮਤਲਬ ਸੀ ਕਿ ਘਰ ਦੇ ਵਿੱਚ ਬਹੁਤ ਵੱਡਾ ਖਜ਼ਾਨਾ ਹੈ। ਇਸੇ ਕਰਕੇ ਇਹ ਮੁਹਾਵਰਾ ਬਣ ਗਿਆ ਕਿ ਜੇ ਮੇਰੇ ਕੋਲ ਕੁਝ ਨਹੀਂ ਤੇ ਤੇਰੇ ਕਿਹੜੇ ਝੰਡੇ ਝੂਲਦੇ ਨੇ। ਹੁਣ ਇਹੀ ਸਵਾਲ ਗੁਰੂ ਨਾਨਕ ਸਾਹਿਬ ਦਾ ਹੈ ਮਰਦਾਨੇ ਨੂੰ। ਮਰਦਾਨਿਆਂ ਕਿਹਦਾ ਘਰ ਹੈ, ਕਿਸਕਾ ਗ੍ਰਹਿ? ਜਨਮ ਸਾਖੀ ਦੇ ਸ਼ਬਦ ਨੇ। ਕਿਹਦਾ ਘਰ ਹੈ? 4 ਧਵਜ ਝੂਲਦੇ ਨੇ। ਇਹਦਾ ਮਤਲਬ ਅੰਦਾਜ਼ਾ ਤੁਸੀਂ ਲਾ ਲਓ ਕਿ ਉਹਨਾਂ ਸਮਿਆਂ ਦੇ ਵਿੱਚ ਉਹਦਾ ਆਰਥਿਕ ਪੱਧਰ ਉਸ ਪਰਿਵਾਰ ਦਾ ਕਿੰਨਾ ਉੱਚਾ ਹੋਵੇਗਾ। 1850-60 ਤੱਕ ਪੰਜਾਬ ਦੇ ਦੁਆਬੇ ਦੇ ਵਿੱਚ ਇੱਕ ਪਿੰਡ ਹੈ ਜਿੱਥੇ ਹਰ ਘਰ ਦੇ ਉੱਪਰ ਤਕਰੀਬਨ ਇੱਕ ਝੰਡਾ ਝੂਲਦਾ ਸੀ। ਸੁਨਿਆਰਾ ਬਰਾਦਰੀ ਦਾ ਪਿੰਡ ਹੈ, ਫਿਲੌਰ ਦੇ ਕੋਲ ਅਪਰਾ। ਕਾਹਦੇ ਕਰਕੇ ਝੂਲਦਾ ਸੀ ਝੰਡਾ? ਅੰਗਰੇਜ਼ ਰਾਜ ਤੱਕ ਝੂਲਦਾ ਰਿਹਾ ਕਿ ਇਸ ਘਰ ਦੇ ਵਿੱਚ ਇੰਨੀ ਸੋਨੇ ਦੀ ਮਲਕੀਅਤ ਹੈ। ਡੈਕਲੇਰੇਸ਼ਨ ਸੀ ਇੱਕ ਤਰ੍ਹਾਂ ਦੀ। ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਇਹ ਘਟਨਾ 1520-21 ਦੀ ਹੈ, ਅਤੇ ਜਿਸ ਘਰ ਦੇ ਉੱਪਰ 550 ਸਾਲ ਪਹਿਲਾਂ 4 ਝੰਡੇ ਝੂਲ ਰਹੇ ਨੇ, ਉਸ ਪਰਿਵਾਰ ਦਾ ਆਰਥਿਕ ਪੱਧਰ ਕਿੰਨਾ ਉੱਚਾ ਹੋਵੇਗਾ। ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਸਾਹਿਬ ਨੂੰ ਆ ਕੇ ਦੱਸਿਆ, ਬਾਬੇ ਸਾਉਣ ਦਾ ਗ੍ਰਹਿ ਹੈ। ਗੁਰੂ ਨਾਨਕ ਸਾਹਿਬ ਨੇ ਕਿਹਾ ਬੁਲਾਓ। ਬਾਬਾ ਸਾਉਣ ਆਇਆ। ਜਦੋਂ ਬਾਬਾ ਸਾਉਣ ਆਇਆ ਤੇ ਗੁਰੂ ਨਾਨਕ ਸਾਹਿਬ ਦੀ ਸੰਗਤ ਕੀਤੀ। ਗੁਰੂ ਨਾਨਕ ਸਾਹਿਬ ਨੇ 3 ਦਿਨ ਉਸ ਸ਼ਹਿਰ 'ਚ ਵਿਸ਼ਰਾਮ ਕੀਤਾ ਅਤੇ 3 ਦਿਨ ਸਵੇਰੇ ਸ਼ਾਮ ਬਾਬਾ ਸਾਉਣ ਆ ਕੇ ਗੁਰੂ ਨਾਨਕ ਸਾਹਿਬ ਦੇ ਪ੍ਰਵਚਨਾਂ ਨੂੰ ਸੁਣਦਾ ਹੈ। ਅਖੀਰ ਐਸਾ ਅਸਰ ਹੋਇਆ ਕਿ ਗੁਰੂ ਨਾਨਕ ਸਾਹਿਬ ਦਾ ਸਿੱਖ ਬਣ ਗਿਆ। ਚੌਥੇ ਦਿਨ ਜਦੋਂ ਗੁਰੂ ਨਾਨਕ ਸਾਹਿਬ ਵਾਪਸ ਜਾਣ ਲੱਗੇ ਨਾ, ਤੇ ਪੈਰਾਂ ਦੇ ਉੱਪਰ ਸਿਰ ਰੱਖ ਕੇ ਕਹਿੰਦਾ ਹੈ, ਹੁਣ ਤੁਸੀਂ ਵੇਖਿਓ ਸਿੱਖੀ, ਸਮਰਪਣ। ਬਾਬਾ ਸਾਉਣ ਬਾਬਾ ਮੱਖਣ ਸ਼ਾਹ ਲਬਾਣੇ ਦੇ ਦਾਦੇ ਦਾ ਦਾਦਾ ਗੁਰੂ ਨਾਨਕ ਸਾਹਿਬ ਦੇ ਪੈਰਾਂ ਦੇ ਉੱਪਰ ਸਿਰ ਰੱਖ ਕੇ ਕਹਿੰਦਾ ਹੈ, ਬਾਬਾ ਜਾਂ ਤੇ ਤੂੰ ਇੱਥੇ ਰਹਿ ਜਾ ਤੇ ਜਾਂ ਮੈਨੂੰ ਵੀ ਲੈ ਜਾ, ਮੈਂ ਤੇਰੇ ਤੋਂ ਬਿਨਾਂ ਰਹਿ ਹੀ ਨਹੀਂ ਸਕਦਾ। ਜਾਂ ਤਾਂ ਤੂੰ ਇੱਥੇ ਰਹਿ ਜਾ ਤੇ ਜਾਂ ਮੈਨੂੰ ਵੀ ਲੈ ਜਾ, ਮੈਂ ਤੇਰੇ ਤੋਂ ਬਿਨਾਂ ਰਹਿ ਹੀ ਨਹੀਂ ਸਕਦਾ। ਤੇ ਗੁਰੂ ਨਾਨਕ ਸਾਹਿਬ ਨੇ ਜਿਹੜਾ ਸੰਦੇਸ਼ ਦਿੱਤਾ ਬੜਾ ਪਿਆਰਾ ਹੈ। ਕਹਿੰਦੇ ਬਾਬਾ ਸਾਉਣ, ਜੇ ਤੇ ਮੇਰੇ ਸਰੀਰ ਦੇ ਨਾਲ ਜੁੜੇਗਾ ਫਿਰ ਕਦੀ ਮਿਲਾਪ ਹੋ ਹੀ ਨਹੀਂ ਸਕਦਾ, ਕਿਉਂਕਿ ਤੇ ਸਰੀਰ ਤੇ ਸਾਰਿਆਂ ਦਾ ਜਾਣਾ ਹੈ। ਅਸੀਂ ਜਿੰਨੇ ਵੀ ਬੈਠੇ ਹਾਂ, ਜਿਸ ਆਸਣ ਹਮ ਬੈਠੇ ਕਿਤੇ ਬੈਸ ਗਿਆ, ਕਈ ਆਏ ਕਈ ਚਲੇ ਗਏ। ਸਰੀਰ ਕਰਕੇ ਇੱਥੇ ਕੋਈ ਨਹੀਂ ਰਹਿ ਸਕਦਾ। ਅੱਜ ਸਾਡੇ 'ਚ ਵੀ ਤਾਂ ਇਹ ਘਾਟ ਆਈ ਹੈ ਨਾ, ਅਸੀਂ ਸਰੀਰਾਂ ਦੇ ਨਾਲ ਜੁੜਦੇ, ਸ਼ਬਦ ਦੇ ਨਾਲ ਨਹੀਂ ਜੁੜਦੇ। ਕੋਈ ਵੀ ਪਖੰਡੀ ਆਉਂਦਾ ਹੈ, ਡੇਰੇਦਾਰ ਆਉਂਦਾ, ਸਾਧ ਆਉਂਦਾ ਹੈ, ਉਹ ਸਾਨੂੰ ਸਰੀਰ ਦੇ ਨਾਲ ਜੋੜਦਾ ਹੈ। ਮੇਰਾ ਡੇਰਾ,
ਮੇਰੀ ਮਰਿਆਦਾ, ਮੇਰੇ ਪੰਜ ਪਿਆਰੇ। ਵੀ ਕਦੋਂ ਦੇ ਹੋ ਗਏ? ਪੰਜ ਪਿਆਰੇ ਤਾਂ ਗੁਰੂ ਦੇ ਸੀ, ਡੇਰੇਦਾਰ ਦੇ ਕਦੋਂ ਦੇ ਹੋ ਗਏ? ਮੇਰੇ ਪੰਜ ਪਿਆਰੇ, ਮੇਰੀ ਮਰਿਆਦਾ, ਮੇਰੇ ਗਾਤਰੇ ਦਾ ਰੰਗ ਵੱਖਰਾ, ਮੇਰਾ ਡੇਰਾ, ਸਭ ਕੁਝ ਮੇਰਾ। ਸਰੀਰ ਦੇ ਨਾਲ ਜੋੜਿਆ ਜਾ ਰਿਹਾ ਸੀ। ਪਰ ਜੇਕਰ ਸ਼ਬਦ ਦੇ ਨਾਲ ਜੋੜਿਆ ਜਾਂਦਾ ਫਿਰ ਮੇਰਾ ਸ਼ਬਦ ਨਾ ਹੁੰਦਾ, ਫਿਰ ਕਿਹਾ ਜਾਂਦਾ ਗੁਰੂ ਦੀ ਮਰਿਆਦਾ, ਗੁਰੂ ਦਾ ਅੰਮ੍ਰਿਤ, ਗੁਰੂ ਦੀ ਕਿਰਪਾਨ, ਗੁਰੂ ਦੀ ਸ਼ਮਸ਼ੀਰ। ਫਿਰ ਤੇ ਗੁਰੂ ਦੇ ਨਾਲ ਜੋੜਿਆ ਜਾਂਦਾ। ਅੱਜ ਸਾਨੂੰ ਸਰੀਰ ਦੇ ਨਾਲ ਜੋੜਿਆ ਜਾ ਰਿਹਾ। ਤੇ ਗੁਰੂ ਨਾਨਕ ਸਾਹਿਬ ਨੇ ਬਾਬਾ ਸੌਣ ਨੂੰ ਕਿਹਾ, ਬਾਬਾ ਸੌਣ, ਜੇ ਤੇ ਸਰੀਰ ਦੇ ਨਾਲ ਜੁੜੇਗਾ ਫਿਰ ਕਦੀ ਵੀ ਮਿਲਾਪ ਨਹੀਂ, ਤੇ ਜੇ ਸ਼ਬਦ ਦੇ ਨਾਲ ਜੁੜੇਗਾ ਫਿਰ ਕਦੀ ਵੀ ਵਿਛੋੜਾ ਨਹੀਂ। ਗੱਲ ਤਾਂ ਸਿੱਧੀ ਹੈ। ਸਰੀਰ ਦੇ ਨਾਲ ਜੁੜੇਗਾ ਤੇ ਮਿਲਾਪ ਕਦੀ ਨਹੀਂ, ਸ਼ਬਦ ਦੇ ਨਾਲ ਜੁੜੇਗਾ ਤੇ ਵਿਛੋੜਾ ਕਦੀ ਨਹੀਂ। ਤੂੰ ਸ਼ਬਦ ਦੇ ਨਾਲ ਜੁੜ, ਤੇਰੀਆਂ ਪੀੜ੍ਹੀਆਂ ਜੁੜੀਆਂ ਰਹਿਣਗੀਆਂ। ਉਹ ਪੀੜ੍ਹੀਆਂ ਹੀ ਜੁੜੀਆਂ ਰਹੀਆਂ। ਬਾਬੇ ਸੌਣ ਦਾ ਪੁੱਤਰ ਸੀ ਬਾਬਾ ਅਰਥਾ, ਬਾਬੇ ਅਰਥੇ ਦਾ ਪੁੱਤਰ ਬਾਬਾ ਬਿੰਨਾ ਜੀ। ਬਾਬਾ ਆਓ ਜੀ ਇੱਕ ਵਾਰੀ ਫਿਰ ਫਤਿਹ ਦੀ ਸਾਂਝ ਪਾਈਏ, ਮਨ ਬਿਰਤੀਆਂ ਇਕਾਗਰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਸੌਣ ਜੀ ਦਾ ਪੁੱਤਰ ਬਾਬਾ ਅਰਥਾ, ਬਾਬੇ ਅਰਥਾ ਜੀ ਦਾ ਪੁੱਤਰ ਬਾਬਾ ਬਿੰਨਾ, ਬਾਬੇ ਬਿੰਨਾ ਜੀ ਦਾ ਪੁੱਤਰ ਬਾਬਾ ਦਾਸਾ, ਔਰ ਬਾਬਾ ਦਾਸਾ ਜੀ ਦਾ ਪੁੱਤਰ ਬਾਬਾ ਮੱਖਣ ਸ਼ਾਹ ਲਵਾਣਾ। ਹੁਣ ਗੁਰੂ ਨਾਨਕ ਸਾਹਿਬ ਦੇ ਸਮੇਂ ਪਰਿਵਾਰ ਜੁੜਿਆ ਸੀ ਤੇ ਨੌਵੇਂ ਪਾਤਸ਼ਾਹ ਤੱਕ ਜੁੜਿਆ ਰਿਹਾ। ਕਿਉਂ ਜੁੜਿਆ ਰਿਹਾ? ਕਿਉਂਕਿ ਸ਼ਬਦ ਦੇ ਨਾਲ ਜੁੜਿਆ ਸੀ। ਜੇ ਸਰੀਰ ਦੇ ਨਾਲ ਜੁੜਿਆ ਤੇ ਮਿਲਾਪ ਉਦੋਂ ਹੀ ਖਤਮ ਸੀ। ਸ਼ਬਦ ਦੇ ਨਾਲ ਜੁੜਿਆ ਤੇ ਸ਼ਬਦ ਦੇ ਨਾਲ ਜੁੜਿਆ ਸੀ ਤੇ ਇਹ ਪਰਿਵਾਰ ਦੀਆਂ ਪੀੜ੍ਹੀਆਂ ਜਿਹੜੀਆਂ ਦਸਮ ਪਾਤਸ਼ਾਹ ਤੱਕ ਜੁੜੀਆਂ ਰਹੀ। ਖੈਰ, ਅੱਗੇ ਅਸੀਂ ਚੱਲੀਏ ਕਿ ਇਸ ਪਰਿਵਾਰ ਦਾ ਵਪਾਰ ਅਜੇ ਤੱਕ ਇਹਦੀਆਂ ਤੰਦਾਂ ਨਹੀਂ ਸੀ ਖੁੱਲ੍ਹ ਰਹੀਆਂ ਕਿ ਪਰਿਵਾਰ ਦਾ ਵਪਾਰ ਜਿਹੜਾ ਸੀ, ਬੇਸ਼ੱਕ ਉਹ ਸਾਲਟ ਰੇਂਜਸ ਦੇ ਵਿੱਚੋਂ ਲੂਣ ਦਾ ਵਪਾਰ ਸੀ, ਪਰ ਇਹ ਵਪਾਰ ਕਿਹੜੇ ਦੇਸ਼ਾਂ 'ਚ ਕੀਤਾ ਜਾਂਦਾ ਸੀ? ਇੱਕ ਇਤਿਹਾਸਕਾਰ ਨੇ ਸਰਦਾਰ ਹਰਪਾਲ ਸਿੰਘ, ਕੈਨੇਡਾ ਵਸਦੇ ਨੇ। ਜਦੋਂ ਉਹ ਪਹਿਲੀ ਵਾਰੀ ਬਾਬਾ ਮੱਖਣ ਸ਼ਾਹ ਲਵਾਣਾ ਜੀ ਦੇ ਪਰਿਵਾਰ ਦੇ ਉੱਪਰ ਖੋਜ ਕਰਦੇ ਕੀਨੀਆ ਗਏ, ਤੇ ਕੀਨੀਆ ਦਾ ਜਿਹੜਾ ਹਾਊਸ ਆਫ ਕਾਲਮਸ ਹੈ, ਜਿੱਥੇ ਬਾਅਦ ਦੇ ਵਿੱਚ ਮੈਂ ਵੀ ਜਾ ਕੇ ਆਇਆ ਤੇ ਉੱਥੋਂ ਦਸਤਾਵੇਜ਼ ਦੀਆਂ ਫੋਟੋ ਕਾਪੀਆਂ ਲੈ ਕੇ ਆਇਆ, ਉੱਥੋਂ ਪਤਾ ਲੱਗਾ ਕਿ ਇਹਨਾਂ ਦਾ ਵਪਾਰ ਉਹਨਾਂ ਸਮਿਆਂ ਦੇ ਵਿੱਚ ਅਫਰੀਕਾ ਦੇ ਨਾਲ ਚੱਲਦਾ ਸੀ। ਔਰ ਜਿੰਨੀਆਂ ਵੀ ਇਹ ਸਾਲਟ ਰੇਂਜਸ ਤੋਂ ਜਿਹੜੇ ਇਹ ਜਹਾਜ਼ ਨੇ, ਇਹ ਸਾਰੇ ਸਿੰਧ ਨਦੀ ਤੋਂ ਕਰਾਚੀ ਦੇ ਕੋਲੋਂ ਸਿੱਧੇ ਉੱਧਰ ਨੂੰ ਜਾਂਦੇ ਸੀ। ਉਹਨਾਂ ਸਮਿਆਂ ਦੇ ਵਿੱਚ ਕੋਈ ਡੀਜ਼ਲ ਵਾਲੇ ਜਾਂ ਕੋਲੇ ਵਾਲੇ ਇੰਜਨ ਨਹੀਂ ਸੀ ਹੁੰਦੇ। ਉਹਨਾਂ ਸਮਿਆਂ ਦੇ ਵਿੱਚ ਜਿਨ੍ਹਾਂ ਨੂੰ ਡੋਹ ਕਿਹਾ ਜਾਂਦਾ ਸੀ, ਜਿਹੜੇ ਸਮੁੰਦਰੀ ਜਹਾਜ਼ ਸੀ, ਉਹ ਹਵਾ ਦੇ ਦਬਾਅ ਦੇ ਨਾਲ ਚੱਲਦੇ ਸੀ। ਔਰ ਉਹ ਸਰਦੀਆਂ ਦੇ ਵਿੱਚ ਇੱਧਰੋਂ ਉੱਧਰ ਨੂੰ ਜਾਂਦੇ ਸੀ, ਹਵਾ ਹੁੰਦੀ ਸੀ, ਤੇ ਗਰਮੀਆਂ ਦੇ ਵਿੱਚ ਉੱਧਰੋਂ ਇੱਧਰ ਨੂੰ ਆਉਂਦੇ ਸੀ। ਸਾਲ ਦੇ ਵਿੱਚ ਇੱਕ ਚੱਕਰ ਲੱਗਦਾ ਸੀ। ਇਹ ਉਸ ਪਰਿਵਾਰ ਦਾ ਵਪਾਰ ਸੀ। ਹੁਣ ਬਾਬਾ ਸੌਣ ਜੀ ਦੇ ਪੋਤਰੇ ਬਾਬਾ ਦਾਸਾ ਜੀ, ਇੱਕ ਸਿੱਖ ਹੋਰ ਹੋਏ ਨੇ ਇਤਿਹਾਸ ਦੇ ਵਿੱਚ। ਤੁਹਾਨੂੰ ਉਹਨਾਂ ਦਾ ਨਾਮ ਮਿਲੇਗਾ ਬਾਬਾ ਬੋੜੂ। ਉਹ ਵੀ ਗੁਰੂ ਨਾਨਕ ਸਾਹਿਬ ਦੇ ਸਿੱਖ ਨੇ। ਤੇ ਜਦੋਂ ਤੁਸੀਂ ਬਾਬਾ ਮੱਖਣ ਸ਼ਾਹ ਲਵਾਣਾ ਦੀਆਂ ਪਰਿਵਾਰਕ ਭੱਟਵਈਆਂ ਪੜ੍ਹਦੇ ਹੋ ਨਾ, ਤੇ ਉੱਥੇ ਇੱਕ ਸ਼ਬਦ ਹੁੰਦਾ ਨਾਤੀ ਬਹੋੜੂ ਕਾ। ਮੱਖਣ ਸ਼ਾਹ ਨਾਤੀ ਬਹੋੜੂ ਕਾ, ਇਹਦਾ ਮਤਲਬ ਉਹਦੇ ਨਾਨਕੇ, ਨਾਨਾ ਜਿਹੜਾ ਭਾਈ ਬਹੋੜੂ ਹੈ, ਤੇ ਜਿਹੜੇ ਭਾਈ ਬਹੋੜੂ ਨੇ, ਇਹਨਾਂ ਦਾ ਬਾਬਾ ਮੱਖਣ ਸ਼ਾਹ ਲਵਾਣੇ ਦੇ ਪੜਦਾਦੇ ਦੇ ਨਾਲ ਵਪਾਰਕ ਸਾਂਝ ਸੀ। ਉਸ ਵਪਾਰਕ ਸਾਂਝ ਨੂੰ ਰਿਸ਼ਤੇ ਦੇ ਵਿੱਚ ਬਦਲਿਆ ਗਿਆ ਤੇ ਬਾਬਾ ਦਾਸਾ ਜੀ ਨੂੰ ਉਹਨਾਂ ਦੀ ਬੇਟੀ ਬਾਬੇ ਸੌਣ ਦੀ ਬੇਟੀ ਦਾ ਰਿਸ਼ਤਾ ਕੀਤਾ ਗਿਆ। ਜਿਸ ਸਮੇਂ ਰਿਸ਼ਤਾ ਕੀਤਾ ਗਿਆ, ਜਿਹੜੇ ਉਹ ਸਰੋਤ ਨੇ ਉਹ ਉਹਨਾਂ ਦੀ ਬੇਟੀ ਦਾ ਨਾਮ ਸਭਰਾਈ ਦੱਸਦੇ ਨੇ, ਤੇ ਜਿਹੜੇ ਸਾਡੇ ਕੋਲ ਭੱਟਵਈ ਸਰੋਤ ਨੇ ਉਹ ਸੋਲਜਈ ਦੇਵੀ ਦੱਸਦੇ ਨੇ। ਇੰਨਾ ਕੁ ਅੰਤਰ ਹੈ ਨਾਮ ਦਾ ਦੋ ਸਰੋਤਾਂ ਦੇ ਵਿੱਚ। ਮੈਨੂੰ ਦੋਵਾਂ ਨੂੰ ਪੜ੍ਹਨ ਦਾ ਮੌਕਾ ਮਿਲਿਆ। ਸੋ ਇਹ ਜਿਹੜਾ ਵਪਾਰ ਹੈ ਇਹਨਾਂ ਦਾ ਇਸ ਇਲਾਕੇ ਤੋਂ ਲੈ ਕੇ ਅਫਰੀਕਾ ਤੱਕ ਫੈਲਿਆ ਹੋਇਆ ਸੀ।
ਔਰ ਜੇਕਰ ਪੁਰਾਤਨ ਸਰੋਤ ਜਿਹੜੇ ਕੀਨੀਆਂ ਦੇ ਵਿੱਚੋਂ ਜਿਨ੍ਹਾਂ ਦੀਆਂ ਫੋਟੋ ਕਾਪੀਜ਼ ਮੈਂ ਵੀ ਲੈ ਕੇ ਆਇਆ ਉਹਨਾਂ ਦੇ ਹਾਊਸ ਆਫ ਕਾਲਮਸ ਦੇ ਵਿੱਚੋਂ, ਉਹਨਾਂ ਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਮਿਲਦਾ ਹੈ ਕਿ ਇੱਥੇ ਪਾਕਿਸਤਾਨੀ ਗੁਜਰਾਤ ਦੇ ਇਲਾਕੇ ਦੇ, ਜਿਹੜਾ ਕੱਛ ਪੁੱਜ ਦਾ ਇਲਾਕਾ ਅੱਜ ਹਿੰਦੁਸਤਾਨ ਦੇ ਇਲਾਕੇ ਵਾਲੇ ਪਾਸੇ ਵੀ ਆ ਗਿਆ, ਇਸ ਇਲਾਕੇ ਦੇ ਜਿੰਨੇ ਵੀ ਵਪਾਰੀ ਸਨ ਉਹ ਉੱਥੇ ਵਪਾਰ ਕਰਦੇ ਸਨ। ਅਤੇ ਵਪਾਰ ਹੁੰਦਾ ਸੀ ਅਕਸਰ ਜਾਂ ਹਾਥੀ ਦੰਦ ਦਾ ਜਾਂ ਫਿਰ ਲੂਣ ਦਾ, ਪਾਕਿਸਤਾਨੀ ਲੂਣ ਜਿਹੜਾ ਅਸੀਂ ਮਾਈਨ ਸਾਲਟ ਕਹਿੰਦੇ ਹਾਂ। ਆਹ ਸਮੁੰਦਰ 'ਚੋਂ ਪੈਦਾ ਹੋਣ ਵਾਲਾ ਲੂਣ ਤਾਂ ਉੱਥੇ ਵੀ ਬਹੁਤ ਸੀ, ਖਾਸ ਕਰਕੇ ਜਿਸ ਨੂੰ ਅਸੀਂ ਪਾਕਿਸਤਾਨੀ ਲੂਣ ਕਹਿੰਦੇ ਹਾਂ, ਜਿਹੜਾ ਖਾਣਾਂ ਦੇ ਵਿੱਚੋਂ ਨਿਕਲਦਾ ਉਹਦਾ ਵਪਾਰ ਹੁੰਦਾ ਸੀ। ਇਹ ਕੇਵਲ ਖਾਣ ਵਾਸਤੇ ਨਹੀਂ ਸੀ ਵਰਤਿਆ ਜਾਂਦਾ। ਹੁਣ ਤੁਸੀਂ ਵੇਖੋ ਕਿ ਅਫਰੀਕਾ ਤੱਕ ਇਸ ਲੂਣ ਦਾ ਵਪਾਰ ਹੁੰਦਾ ਹੈ। ਕਿਉਂ? ਅਫਰੀਕਾ ਸਾਰੇ ਦੇ ਆਲੇ ਦੁਆਲੇ ਸਮੁੰਦਰ ਲੱਗਦਾ ਹੈ, ਖਾਣ ਵਾਲਾ ਲੂਣ ਤਾਂ ਉਹਨਾਂ ਕੋਲ ਬਹੁਤ ਸੀ। ਇਸ ਲੂਣ ਦਾ ਵਪਾਰ ਇਸ ਕਰਕੇ ਹੁੰਦਾ ਸੀ ਕਿ ਉਹਨਾਂ ਸਮਿਆਂ ਦੇ ਵਿੱਚ ਬਰੂਦ ਬਣਾਉਣ ਦੇ ਵਾਸਤੇ ਵੀ ਇਹ ਲੂਣ ਵਰਤਿਆ ਜਾਂਦਾ ਸੀ। ਇਹਦੀ ਬੜੀ ਅਹਿਮੀਅਤ ਸੀ। ਇਹ ਕੇਵਲ ਖਾਣ ਵਾਸਤੇ ਨਹੀਂ ਸੀ ਵਰਤਿਆ ਜਾਂਦਾ, ਇੱਕ ਕੈਮੀਕਲ ਦੇ, ਇੱਕ ਰਸਾਇਣਿਕ ਦੇ ਤੌਰ 'ਤੇ ਹੋਰ ਵੀ ਕਈ ਚੀਜ਼ਾਂ ਦੇ ਵਿੱਚ ਇਸ ਦੀ ਵਰਤੋਂ ਹੁੰਦੀ ਸੀ। ਉਸ ਤੋਂ ਬਾਅਦ ਗੁਰੂ ਅਰਜਨ ਦੇਵ ਮਹਾਰਾਜ ਦਾ ਸਮਾਂ, ਇੱਕ ਭੱਟਵਈ ਸਰੋਤ, ਭੱਟਵਈ ਮੁਲਤਾਨੀ ਸਿੰਧੀ, ਉਹਦੇ ਵਿੱਚ ਸਾਨੂੰ ਮਿਲਦਾ ਹੈ ਕਿ ਸੰਨ 1605 ਦੇ ਵਿੱਚ ਬਾਬਾ ਦਾਸਾ ਜੀ ਅੰਮ੍ਰਿਤਸਰ ਆਏ ਅਤੇ ਉਹਨਾਂ ਦੇ ਨਾਲ ਉਹਨਾਂ ਦਾ 15 ਸਾਲ ਦਾ ਬੇਟਾ ਬਾਬਾ ਮੱਖਣ ਸ਼ਾਹ ਲਵਾਣਾ ਸੀ। ਇਹ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ 1 ਸਾਲ ਪਹਿਲਾਂ ਦੀ ਗੱਲ ਹੈ, ਪੂਰਾ 1 ਸਾਲ ਪਹਿਲਾਂ ਦੀ ਗੱਲ, ਔਰ ਬੜਾ ਪ੍ਰਮਾਣਿਤ ਸਰੋਤ ਹੈ ਜਿਸ ਦਾ ਜ਼ਿਕਰ ਸਰਦਾਰ ਗਰਜਾ ਸਿੰਘ ਹੁਣਾਂ ਨੇ ਆਪਣੇ ਸ਼ਹੀਦ ਬਿਲਾਸ ਦੇ ਵਿੱਚ ਵੀ ਕੀਤਾ ਹੈ। ਇਹ ਗੱਲ ਵੱਖਰੀ ਹੈ ਕਿ ਉਹ ਵੀ ਕਿਤਾਬ ਹੁਣ ਅਣਛਪੀ ਪਈ ਹੈ। ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਸਰੋਤ ਉਦੋਂ ਛਪਣੋਂ ਬੰਦ ਹੋ ਜਾਂਦੇ ਨੇ ਜਦੋਂ ਪੜ੍ਹਨ ਦੀ ਮੰਗ ਘੱਟ ਜਾਂਦੀ ਹੈ। ਜਦੋਂ ਪੜ੍ਹਨ ਦੀ ਮੰਗ ਨਹੀਂ ਹੈ, ਸਰੋਤ ਨਹੀਂ ਛਪਦੇ। ਇਸੇ ਤਰ੍ਹਾਂ ਸਾਡੀ ਕੌਮ ਦੇ ਨਾਲ ਹੋ ਰਿਹਾ ਹੈ ਕਿ ਇਤਿਹਾਸ ਪੜ੍ਹਨ ਦੀ ਰੁਚੀ ਘਟਦੀ ਜਾ ਰਹੀ ਹੈ, ਪੁਰਾਤਨ ਸਰੋਤ ਹੌਲੀ ਹੌਲੀ ਛਪਣੇ ਬੰਦ ਹੁੰਦੇ ਜਾ ਰਹੇ ਨੇ, ਨਹੀਂ ਛਪ ਰਹੇ। ਕਿਸੇ ਵੀ ਤੁਸੀਂ ਪ੍ਰਕਾਸ਼ਕ ਨੂੰ ਪੁੱਛੋ ਜੀ ਆਹ ਕਿਤਾਬ ਛਪ ਨਹੀਂ ਰਹੀ, ਕਹਿੰਦੇ ਮੰਗ ਹੀ ਨਹੀਂ ਹੈਗੀ, ਕੋਈ ਪੜ੍ਹਦਾ ਹੀ ਨਹੀਂ, ਕਿਉਂਕਿ ਸੱਚਮੁੱਚ ਅਸੀਂ ਪੜ੍ਹਨਾ ਛੱਡ ਦਿੱਤਾ। ਮੈਂ ਵਿਦੇਸ਼ਾਂ ਦੇ ਵਿੱਚ ਜਾਂਦਾ ਕਈ ਵਾਰੀ, ਤੁਸੀਂ ਇੱਥੇ ਵੀ ਵੇਖਦੇ ਹੋ ਕਿ ਜਾਂ ਕਿਤੇ ਕਿਸੇ ਅੰਗਰੇਜ਼ ਨੂੰ ਵੇਖੋ, ਜਦੋਂ ਉਹ ਟ੍ਰੇਨ ਦੇ ਵਿੱਚ, ਬੱਸ ਦੇ ਵਿੱਚ ਜਾਂ ਜਹਾਜ਼ ਦੇ ਵਿੱਚ ਬੈਠਦਾ, ਉਹ ਪਹਿਲਾਂ ਆਪਣੇ ਬੈਗ 'ਚੋਂ ਕਿਤਾਬ ਕੱਢਦਾ ਅਤੇ ਪੜ੍ਹਨਾ ਸ਼ੁਰੂ ਕਰਦਾ ਹੈ। ਅਤੇ ਜਦੋਂ ਸਾਡੇ ਨੌਜਵਾਨ ਸਫ਼ਰ ਕਰਦੇ ਨੇ, ਇਹ ਜੇਬ 'ਚੋਂ ਮੋਬਾਈਲ ਕੱਢਦੇ ਨੇ ਅਤੇ ਕੰਨਾਂ ਨੂੰ ਹੈੱਡਫੋਨ ਲਾਉਂਦੇ ਨੇ, ਗਾਣੇ ਸੁਣਨੇ ਸ਼ੁਰੂ ਕਰਦੇ ਨੇ। ਇੱਕ ਕੌੜਾ ਸੱਚ ਹੈ, ਬਿਲਕੁਲ ਕੌੜਾ ਸੱਚ ਹੈ ਕਿ ਸਾਡੇ ਨੌਜਵਾਨਾਂ ਦੇ ਵਿੱਚ ਪੜ੍ਹਨ ਦੀ ਪ੍ਰਵਿਰਤੀ ਹੌਲੀ ਹੌਲੀ ਖਤਮ ਹੋ ਚੁੱਕੀ ਹੈ। ਬਿਲਕੁਲ ਜਿੰਨਾ ਕਿ ਇਤਿਹਾਸ ਸਾਨੂੰ ਆ ਵੀ ਰਿਹਾ ਨਾ ਅੱਜ, ਉਹ ਵੀ ਮੈਂ ਕਹਿੰਦਾ ਭਲਾ ਹੋਵੇ ਸੋਸ਼ਲ ਮੀਡੀਆ ਦਾ, ਕਿ ਉਹ ਵੀ ਸੋਸ਼ਲ ਮੀਡੀਆ ਦੇ ਰਾਹੀਂ ਅਸੀਂ ਸੁਣ ਰਹੇ ਹਾਂ ਕਿ ਸਾਡਾ ਇਤਿਹਾਸ ਆਹ ਸੀ। ਸੁਣਨ ਤੋਂ ਬਾਅਦ ਫਿਰ ਵੀ ਅਸੀਂ ਸਰੋਤਾਂ ਨੂੰ ਪੜ੍ਹਦੇ ਨਹੀਂ, ਜਦੋਂ ਕਿ ਪੜ੍ਹਨਾ ਬਹੁਤ ਜ਼ਰੂਰੀ ਹੈ। ਇਤਿਹਾਸਕਾਰੀ ਦੀ ਗੱਲ ਕਰਦੇ ਹਾਂ ਜਾਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ, ਗਲਤੀ ਮੈਂ ਵੀ ਕਰ ਸਕਦਾ, ਪਰ ਸਰੋਤ ਗਲਤੀ ਨਹੀਂ ਕਰੇਗਾ। ਜਦੋਂ ਤੁਸੀਂ ਸਰੋਤ ਨੂੰ ਆਪ ਪੜ੍ਹੋਗੇ, ਤੁਹਾਡੇ ਕੋਲ ਇਤਿਹਾਸ ਦੀ ਸਿੱਕੇਬੰਦ ਪੇਸ਼ਕਾਰੀ ਹੋਵੇਗੀ। ਸੋ ਮੈਂ ਹਮੇਸ਼ਾ ਬੇਨਤੀ ਕਰਦਾ, ਇਤਿਹਾਸ ਨੂੰ ਆਪ ਪੜ੍ਹੋ। ਸੋ ਇਸ ਦਾ ਮਤਲਬ ਇਹ ਕਿ ਜੇਕਰ 1605 ਦੇ ਵਿੱਚ ਬਾਬਾ ਦਾਸਾ ਜੀ ਦੇ ਨਾਲ ਬਾਬਾ ਮੱਖਣ ਸ਼ਾਹ ਲੁਬਾਣਾ ਆਉਂਦੇ ਨੇ, ਉਦੋਂ ਉਮਰ 15 ਸਾਲ ਹੈ, ਅਤੇ ਫਿਰ ਉਹਨਾਂ ਦੇ ਜਿਹੜੇ ਜਨਮ ਦਾ ਸਾਲ ਹੈ ਉਹ ਬਣਦਾ ਹੈ 1499, ਮਾਫ਼ ਕਰਨਾ 1599। 1599 ਉਹਨਾਂ ਦਾ ਜਨਮ ਦਾ ਸਾਲ ਹੈ ਅਤੇ 1605 ਦੇ ਵਿੱਚ ਉਹਨਾਂ ਦੀ ਉਮਰ 15 ਸਾਲ ਹੈ। ਬਾਬਾ ਦਾਸਾ ਜੀ ਦੇ ਜਨਮ ਤਰੀਕ ਸਾਨੂੰ ਇਤਿਹਾਸ ਦੇ ਵਿੱਚੋਂ ਨਹੀਂ ਮਿਲਦੀ, ਪਰ ਉਹਨਾਂ ਦੇ ਅੰਤਮ ਚਲਾਣੇ ਦੀ ਤਰੀਕ ਮਿਲਦੀ ਹੈ। ਹੁਣ ਤੁਸੀਂ ਵੇਖੋ ਕਿ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਹੋ ਜਾਂਦੀ ਹੈ ਅਤੇ ਗੁਰਤਾ ਗੱਦੀ ਦੇ ਉੱਪਰ ਬੈਠਦੇ ਨੇ ਗੁਰੂ ਹਰਗੋਬਿੰਦ ਸਾਹਿਬ। ਮੀਰੀ ਪੀਰੀ ਦੀਆਂ 2 ਤਲਵਾਰਾਂ ਪਹਿਨਦੇ ਨੇ, ਔਰ ਉਹ ਜਿਹੜੀਆਂ ਤਲਵਾਰਾਂ ਪਹਿਨਦੇ ਨੇ ਉਹਨਾਂ ਦੇ ਬਾਰੇ ਢਾਡੀ ਨੱਥਮਲ ਅਤੇ ਅਬਦੁੱਲਾ, ਜਿਹੜੇ ਮਾਝੇ ਦੇ ਪਿੰਡ ਸੁਰ ਸਿੰਘ ਦੇ ਰਹਿਣ ਵਾਲੇ ਸੀ, ਉਹਨਾਂ ਨੇ ਇੱਕ ਵਾਰ ਦੇ ਵਿੱਚ ਵੀ ਜ਼ਿਕਰ ਕੀਤਾ, 2 ਤਲਵਾਰੀ ਬੱਧੀਆਂ, ਇੱਕ ਮੀਰ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟਗੜ੍ਹ, ਦਰਵਾਜ਼ਾ ਬਲਖ ਬਖੀਰ ਦੀ, ਨਾਲ ਸਿਪਾਹੀ ਨੀਲ ਨਾਲ, ਮਾਰ ਦੁਸ਼ਟਾਂ ਕਰੇ ਤਾਕੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਉਹਨਾਂ ਨੇ ਵਾਰ ਪੜ੍ਹੀ। ਹੁਣ 6ਵੇਂ ਪਾਤਸ਼ਾਹ ਨੇ ਉਸ ਵੇਲੇ ਜਿਹੜੀ ਸਿੱਖੀ ਦੀ ਭੇਟਾ ਸੀ ਉਹਦਾ ਰੂਪ ਬਦਲ ਦਿੱਤਾ ਹੈ। ਪਾਤਸ਼ਾਹ ਨੇ ਕਿਹਾ ਹੈ ਕਿ ਭੇਟਾ ਲੈ ਕੇ ਆਓ, ਪਰ ਮੇਰੀ ਪਿਆਰੀ ਭੇਟਾ ਹੈ ਚੰਗਾ ਸ਼ਸਤਰ, ਚੰਗੇ ਘੋੜੇ ਤੇ ਚੰਗੀ ਜਵਾਨੀ। ਸਿੱਖਾਂ ਨੇ ਸ਼ਸਤਰ ਰੱਖਣੇ ਸ਼ੁਰੂ ਕੀਤੇ।
ਮੁਗਲਾਂ ਦੇ ਨਾਲ ਟਕਰਾਅ ਪੈਦਾ ਹੋਇਆ, ਜੰਗਾਂ ਲੜੀਆਂ ਗਈਆਂ ਔਰ ਗਵਾਲੀਅਰ ਦੀ ਰਿਹਾਈ ਤੋਂ ਬਾਅਦ, ਗਵਾਲੀਅਰ ਦੇ ਕਿਲ੍ਹੇ ਦੀ ਰਿਹਾਈ ਤੋਂ ਬਾਅਦ ਜਿਸ ਵੇਲੇ 1619 ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਕਸ਼ਮੀਰ ਜਾਂਦੇ ਨੇ, ਤੇ ਕਸ਼ਮੀਰ ਜਦੋਂ ਜਾਂਦੇ ਨੇ ਤੇ ਸ਼੍ਰੀਨਗਰ ਦੇ ਕੋਲ ਨਲੂਸ਼ੀ ਪਿੰਡ ਦੇ ਵਿੱਚ ਬਾਬਾ ਦਾਸਾ ਜੀ ਉਹਨਾਂ ਨੂੰ ਦਸਵੰਧ ਭੇਟ ਕਰਦੇ ਨੇ। ਇਹਦਾ ਜ਼ਿਕਰ ਸਾਨੂੰ ਪੁਰਾਤਨ ਸਰੋਤਾਂ 'ਚ ਮਿਲਦਾ ਹੈ। ਇਹਦਾ ਮਤਲਬ ਕਿ 6ਵੇਂ ਪਾਤਸ਼ਾਹ ਦੇ ਬਾਬਾ ਦਾਸਾ ਜੀ ਦੇ ਨਾਲ ਬੜੇ ਚੰਗੇ ਸੰਬੰਧ ਸੀ, ਤੇ 6ਵੇਂ ਪਾਤਸ਼ਾਹ ਦੇ ਸਮੇਂ ਬਾਬਾ ਦਾਸਾ ਜੀ ਅਜੇ ਜਿਉਂਦੇ ਸੀ, ਕਿਉਂਕਿ ਉਹਨਾਂ ਨੇ ਆਪਣਾ ਦਸਵੰਧ ਭੇਟਾ ਕੀਤਾ। ਇਸ ਦਾ ਮਤਲਬ ਕਿ ਇਹ ਪਰਿਵਾਰ ਜਿਹੜਾ ਹੈ ਇਹ ਦਸਵੰਧ ਭੇਟਾ ਕਰ ਰਿਹਾ ਹੈ। ਉਸ ਤੋਂ ਬਾਅਦ ਇੱਕ ਸਮੱਸਿਆ ਹੋਰ ਆਈ ਹੈ। ਜਿਹੜੇ ਲੋਹਾਰ ਹਥਿਆਰ ਬਣਾਇਆ ਕਰਦੇ ਸੀ, ਉਹਨਾਂ ਦੇ ਵਿੱਚ ਲਾਹੌਰ ਦਾ ਇੱਕ ਬੜਾ ਹੀ ਮਸ਼ਹੂਰ ਲੋਹਾਰ ਸੀ ਬਖਤਮਲ, ਜਿਹੜਾ ਸਿੱਖਾਂ ਦੇ ਵਾਸਤੇ ਢਾਲਾਂ ਔਰ ਕਿਰਪਾਨਾਂ ਤਿਆਰ ਕਰਦਾ ਸੀ। ਹੁਣ ਹੌਲੀ ਹੌਲੀ ਹਕੂਮਤ ਤੱਕ ਇਹ ਖਬਰ ਪਹੁੰਚ ਗਈ ਕਿ ਬਖਤਮਲ ਹੈ ਤੇ ਮੁਸਲਮਾਨ, ਪਰ ਹਥਿਆਰ ਤਿਆਰ ਕਰਕੇ ਦਿੰਦਾ ਹੈ ਸਿੱਖਾਂ ਦੇ ਗੁਰੂ ਦੀ ਫੌਜ ਨੂੰ, ਸਿੱਖਾਂ ਨੂੰ ਹਥਿਆਰ ਤਿਆਰ ਕਰਕੇ ਦਿੰਦਾ ਹੈ। ਉਸ ਤੱਕ ਅਪਰੋਚ ਕੀਤੀ ਗਈ, ਪਹੁੰਚ ਕੀਤੀ ਗਈ। ਜਦੋਂ ਉਹ ਪਹੁੰਚ ਕੀਤੀ ਗਈ ਤੇ ਉਸ ਨੂੰ ਮੁਸਲਮਾਨਾਂ ਨੇ ਕਿਹਾ ਕਿ ਤੇਰੇ ਰੁਜ਼ਗਾਰ ਦਾ ਕੰਮ ਹੈ, ਤੇਰੀ ਕਮਾਈ ਦਾ ਸਾਧਨ ਹੈ, ਤੂੰ ਹਥਿਆਰ ਬਣਾ, ਅਸੀਂ ਤੈਨੂੰ ਨਹੀਂ ਰੋਕਦੇ, ਪਰ ਜਿਹੜੇ ਤੂੰ ਸਿੱਖਾਂ ਦੇ ਹਥਿਆਰ ਬਣਾਉਣੇ ਨੇ ਉਹ ਦੁੱਪੜ ਲੋਹੇ ਦੇ ਬਣਾ, ਮਾੜੇ ਲੋਹੇ ਦੇ ਬਣਾ ਕੇ ਸਾਡੇ ਅੱਗੇ ਟਿਕ ਨਾ ਸਕਣ। ਇੱਕ ਜੰਗ ਦੇ ਵਿੱਚ ਇੰਝ ਹੀ ਹੋਇਆ, ਢਾਲਾਂ ਵੀ ਟੁੱਟੀਆਂ, ਕਿਰਪਾਨਾਂ ਵੀ ਟੁੱਟੀਆਂ। 6ਵੇਂ ਪਾਤਸ਼ਾਹ ਕੋਲ ਸਿੱਖਾਂ ਨੇ ਆ ਕੇ ਸ਼ਿਕਾਇਤ ਕੀਤੀ। ਪਾਤਸ਼ਾਹ ਬਖਤਮਲ ਪਹਿਲਾਂ ਵੀ ਹਥਿਆਰ ਬਣਾਉਂਦਾ ਸੀ ਤੇ ਹੁਣ ਵੀ ਜਿਹੜੇ ਉਹਦੇ ਹਥਿਆਰ ਬਣ ਕੇ ਆਏ ਨੇ ਉਹ ਮੈਦਾਨੇ ਜੰਗ ਦੇ ਵਿੱਚ ਕਾਰਗਰ ਸਾਬਤ ਨਹੀਂ ਹੋਏ। ਤੇ ਉਸ ਵੇਲੇ ਫਿਰ ਬਾਬਾ ਦਾਸਾ ਜੀ 6ਵੇਂ ਪਾਤਸ਼ਾਹ ਦੇ ਕੋਲ ਆਏ ਤੇ ਫਿਰ ਰਾਜਪੂਤਾਨੇ ਦੇ ਇਲਾਕੇ ਦੇ ਵਿੱਚੋਂ ਸਿਕਲੀਗਰ ਕਬੀਲੇ ਦੇ ਜਿਹੜੇ ਹਥਿਆਰ ਬਣਾਉਣ ਵਾਲੇ ਸਿੱਖ ਸੀ ਉਹਨਾਂ ਨੂੰ ਲਿਆ ਕੇ ਗੁਰੂ ਸਾਹਿਬ ਦੇ ਕੋਲ ਲਿਆਂਦਾ, ਜਿਹੜੇ 10ਵੇਂ ਪਾਤਸ਼ਾਹ ਤੱਕ ਮੁੜ ਕੇ ਹਥਿਆਰ ਬਣਾਉਂਦੇ ਰਹੇ। ਇਹਦਾ ਜ਼ਿਕਰ ਸਾਨੂੰ ਇਤਿਹਾਸਕ ਸਰੋਤਾਂ ਦੇ ਵਿੱਚ ਮਿਲਦਾ ਹੈ। ਕਿਉਂਕਿ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਸ਼ਿਕਲੀਗਰ ਵਣਜਾਰੇ ਲੋਕ ਸੀ, ਪਰਿਵਾਰਕ ਤੌਰ ਤੇ ਇਹਨਾਂ ਦੇ ਆਪਸ 'ਚ ਚੰਗੇ ਸੰਬੰਧ ਸੀ, ਉਹਨਾਂ ਨੂੰ ਜਾਣਦੇ ਸੀ ਤੇ ਉਹਨਾਂ ਨੂੰ ਹਥਿਆਰ ਬਣਾਉਣ ਦੇ ਵਾਸਤੇ 6ਵੇਂ ਪਾਤਸ਼ਾਹ ਦੇ ਕੋਲ ਲੈ ਕੇ ਆਏ। ਹੁਣ ਵਕਤ ਆ ਗਿਆ 7ਵੇਂ ਪਾਤਸ਼ਾਹ ਦਾ। ਅਪ੍ਰੈਲ 1660 ਦੀ ਘਟਨਾ। 7ਵੇਂ ਪਾਤਸ਼ਾਹ ਸ੍ਰੀਨਗਰ ਗਏ ਤੇ ਨਲੂਸ਼ੀ ਦੇ ਕੋਲ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਮਿਲੇ। ਬਾਬਾ ਮੱਖਣ ਸ਼ਾਹ ਜੀ ਨੇ ਇੱਕ ਸਮਾਚਾਰ ਦਿੱਤਾ ਹੈ ਕਿ ਮੇਰੇ ਪਿਤਾ ਬਾਬਾ ਦਾਸਾ ਜੀ ਅਕਾਲ ਚਲਾਣਾ ਕਰ ਗਏ ਨੇ। ਇਹਦਾ ਮਤਲਬ ਕਿ ਬਾਬਾ ਦਾਸਾ ਜੀ ਦਾ ਅਕਾਲ ਚਲਾਣਾ ਅਪ੍ਰੈਲ 1660 ਦੇ ਵਿੱਚ ਹੋਇਆ। ਔਰ ਮੇਰੇ ਖਿਆਲ ਦੇ ਨਾਲ ਅਸੀਂ ਇਤਿਹਾਸ ਦੀ ਇਸ ਘਟਨਾ ਤੋਂ ਵਾਕਿਫ ਨਹੀਂ ਹੋਵਾਂਗੇ ਕਿ ਗੁਰੂ ਹਰਰਾਏ ਸਾਹਿਬ ਆਪਣਾ ਪ੍ਰਚਾਰਕ ਦੌਰਾ ਉਸ ਇਲਾਕੇ ਦਾ ਛੱਡ ਕੇ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਦੇ ਨਾਲ ਹੀ ਉਹਨਾਂ ਦੇ ਪਿੰਡ ਚਲੇ ਗਏ। ਉੱਥੇ ਜਾ ਕੇ ਪਰਿਵਾਰ ਦੇ ਨਾਲ ਮਾਤਮਪੁਰਸ਼ੀ ਕੀਤੀ। ਇੱਕ ਸਰੋਤ ਤਾਂ ਇੱਥੋਂ ਤੱਕ ਕਹਿੰਦਾ ਹੈ ਕਿ ਉਹਨਾਂ ਦਾ ਜਿਹੜਾ 10ਵੀਂ ਦਾ ਜਿਹੜੀਆਂ ਰਸਮਾਂ ਸੀ ਧਾਰਮਿਕ ਉਹਨਾਂ ਦੇ ਅਕਾਲ ਚਲਾਣੇ ਦੀਆਂ, ਉਹ ਵੀ ਗੁਰੂ ਹਰਰਾਏ ਸਾਹਿਬ ਨੇ ਆਪਣੇ ਹੱਥੀਂ ਕੀਤੀਆਂ। ਹੁਣ ਤੁਸੀਂ ਵੇਖ ਲਓ ਕਿ ਇਸ ਪਰਿਵਾਰ ਦਾ ਕਿੰਨਾ ਚੰਗਾ ਸੰਬੰਧ ਹੋਵੇਗਾ ਗੁਰੂ ਸਾਹਿਬ ਦੇ ਨਾਲ, ਜਾਂ ਗੁਰੂ ਸਾਹਿਬ ਦੇ ਪਰਿਵਾਰ ਦੇ ਨਾਲ, ਜਾਂ ਜਿਹੜੀ ਗੁਰੂ ਸਾਹਿਬ ਦੀ ਚੱਲਦੀ ਆ ਰਹੀ ਪੀੜ੍ਹੀ ਸੀ ਉਹਦੇ ਨਾਲ ਇਹ ਪਰਿਵਾਰ ਕਿਸ ਤਰ੍ਹਾਂ ਪੀੜ੍ਹੀਆਂ ਦੇ ਨਾਲ ਜੁੜਦਾ ਰਿਹਾ। ਔਰ ਉਸ ਦੇ ਨਾਲ ਫਿਰ ਗੁਰੂ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਨੂੰ ਆਪਣੇ ਨਾਲ ਹੀ ਲੈ ਕੇ ਅਗਲੇ ਪਿੰਡ ਗਏ ਨੇ, ਜਿਹੜਾ ਭਾਈ ਕੀਰਤੀਆ ਦਾ ਪਿੰਡ ਸੀ। ਨਾਮ ਹੈ ਗਲੋਟੀਆਂ ਖੁਰਦ, ਪਾਕਿਸਤਾਨ ਦੇ ਜ਼ਿਲ੍ਹੇ ਵਜ਼ੀਰਾਬਾਦ ਦੇ ਵਿੱਚ। ਗਲੋਟੀਆਂ ਖੁਰਦ ਜਿਸ ਵੇਲੇ ਗਏ ਤੇ ਉੱਥੋਂ ਦੇ ਇੱਕ ਨੰਦ ਰਾਮ ਨਾਂ ਦੇ ਖੱਤਰੀ ਨੇ ਆ ਕੇ ਗੁਰੂ ਸਾਹਿਬ ਨੂੰ ਮੱਥਾ ਟੇਕਿਆ ਤੇ ਕਿਹਾ, ਉਮਰ ਬਹੁਤ ਹੋ ਚੁੱਕੀ ਹੈ, ਮੇਰੇ ਘਰ ਔਲਾਦ ਕੋਈ ਨਹੀਂ, ਬਖਸ਼ਿਸ਼ ਕਰੋ। ਗੁਰਦੇਵ ਪਾਤਸ਼ਾਹ ਨੇ ਕਿਹਾ, ਗੁਰੂ ਨਾਨਕ ਦੇ ਦਰ ਤੋਂ ਬਖਸ਼ਿਸ਼ ਤਾਂ ਹੋ ਸਕਦੀ ਹੈ, ਪਰ ਨੰਦ ਰਾਮ ਜੀ 3 ਗੱਲਾਂ ਦਾ ਖਿਆਲ ਰੱਖਿਓ, ਕੇਸਾਂ ਦੀ ਬੇਅਦਬੀ ਨਹੀਂ ਕਰਨੀ, ਤੰਬਾਕੂ ਦੀ ਵਰਤੋਂ ਨਹੀਂ ਕਰਨੀ ਤੇ ਆਏ ਗਏ ਅਭਿਆਗਤ ਦੀ ਸੇਵਾ ਕਿਰਤ ਕਰਕੇ ਕਰਨੀ। ਇਹ 3 ਉਪਦੇਸ਼ ਦਿੱਤੇ ਗੁਰਦੇਵ ਪਾਤਸ਼ਾਹ ਨੇ। ਨੰਦ ਰਾਮ ਸਿੱਖ ਬਣ ਗਿਆ। ਇਹ ਉਸ ਸਮੇਂ ਦੀ ਘਟਨਾ ਹੈ 1660 ਮਈ ਦੀ, ਜਦੋਂ ਨੰਦ ਰਾਮ ਸਿੱਖ ਬਣਿਆ। ਤੇ ਇਹ ਜਿਹੜਾ ਨੰਦ ਰਾਮ ਸੀ ਇਹਦੇ ਘਰ ਅੱਗੋਂ 2 ਪੁੱਤਰਾਂ ਨੇ ਜਨਮ ਲਿਆ, ਬਾਗਮਲ ਔਰ ਭਾਗਮਲ। ਔਰ ਬਾਗਮਲ ਤੇ ਭਾਗਮਲ ਦੇ ਜਿਹੜੇ ਵਿਆਹ ਨੇ ਉਹ ਹੋਏ ਨੇ ਭਾਈ ਕਨ੍ਹਈਏ ਦੀਆਂ ਪੋਤਰੀਆਂ ਬੀਬੀ ਕੌਰਾਂ ਔਰ ਬੀਬੀ ਗੌਰਾਂ ਦੇ ਨਾਲ। ਤੇ ਬੀਬੀ ਕੌਰਾਂ ਦੀ ਕੁੱਖੋਂ ਬਾਗਮਲ ਦੇ ਘਰ ਜਨਮ ਲਿਆ ਹੈ ਹਕੀਕਤ ਸਿੰਘ ਨੇ, ਜਿਹਦੇ ਇਤਿਹਾਸ ਦੀ ਅਸੀਂ ਕੋਈ ਖੋਜ ਨਾ ਕੀਤੀ, ਅਸੀਂ ਹਕੀਕਤ ਰਾਏ ਬਣਾ ਦਿੱਤਾ।
ਹੁਣ ਤੁਸੀਂ ਵੇਖੋ, ਜਿਹਦਾ ਦਾਦਕਾ ਪਰਿਵਾਰ ਨੰਦ ਰਾਮ ਜਿਹੜਾ 7ਵੇਂ ਪਾਤਸ਼ਾਹ ਦੇ ਸਮੇਂ ਸਿੱਖ ਬਣ ਗਿਆ, ਜਿਹਦਾ ਨਾਨਕਾ ਪਰਿਵਾਰ ਭਾਈ ਕਨ੍ਹਈਆ ਜੀ, ਉਹਨਾਂ ਦਾ ਪੁੱਤਰ ਲੱਛੀ ਰਾਮ ਸਿੰਘ, ਜਿਹਦੀਆਂ ਅੱਗੋਂ ਬੇਟੀਆਂ ਨੇ ਬੀਬੀ ਕੌਰਾਂ ਤੇ ਬੀਬੀ ਗੌਰਾਂ, ਜਿਹਦਾ ਨਾਨਕਾ ਪਰਿਵਾਰ ਸਿੱਖ, ਜਿਹੜਾ ਵਿਆਹਿਆ ਹੋਇਆ ਬਟਾਲੇ ਸਰਦਾਰ ਕਿਸ਼ਨ ਸਿੰਘ ਉੱਪਲ ਦੀ ਬੇਟੀ ਨੰਦ ਕੌਰ ਦੇ ਨਾਲ, ਉਹ ਹਕੀਕਤ ਰਾਏ ਕਿਵੇਂ ਹੋ ਗਿਆ ਜੀ? ਨਾਨਕਾ ਪਰਿਵਾਰ ਸਿੱਖ, ਸਹੁਰਾ ਪਰਿਵਾਰ ਸਿੱਖ, ਦਾਦਕਾ ਪਰਿਵਾਰ ਸਿੱਖ, ਤੇ ਇਹ ਜਿਹੜੇ ਸਰਦਾਰ ਕਿਸ਼ਨ ਸਿੰਘ ਉੱਪਲ ਨੇ, ਇਹਨਾਂ ਭਾਈ ਡਲ ਸਿੰਘ ਦੇ ਕੋਲੋਂ ਅੰਮ੍ਰਿਤ ਛਕਿਆ, ਤੇ ਭਾਈ ਡਲ ਸਿੰਘ ਨੇ ਬੁੱਧ ਸਿੰਘ ਬਟਾਲਵੀਏ ਤੋਂ ਅੰਮ੍ਰਿਤ ਛਕਿਆ, ਤੇ ਬੁੱਧ ਸਿੰਘ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲੋਂ ਅੰਮ੍ਰਿਤ ਛਕਿਆ। ਸਾਰਾ ਹੀ ਪਰਿਵਾਰ ਅੰਮ੍ਰਿਤਧਾਰੀ। ਤੇ ਜਿਨ੍ਹਾਂ ਨੇ ਹਕੀਕਤ ਰਾਏ ਨੂੰ ਸ਼ਹੀਦ ਕਰਨ ਦਾ ਫਤਵਾ ਦੇਣ ਵਾਲੇ, ਹਕੀਕਤ ਸਿੰਘ ਜਿਹੜਾ ਸੀ, ਜਿਨ੍ਹਾਂ ਨੂੰ ਇਹ ਹਕੀਕਤ ਸਿੰਘ ਨੂੰ ਫਤਵਾ ਦੇਣ ਵਾਲੇ ਕਾਜ਼ੀ ਅਬਦੁਲ ਹਕ ਦਾ ਸਿਰ ਵੱਢਿਆ ਸੀ ਸਰਦਾਰ ਡਲ ਸਿੰਘ ਤੇ ਮਲਾ ਸਿੰਘ, ਉਹ ਹਕੀਕਤ ਰਾਏ ਦੀ ਘਰਵਾਲੀ ਦੇ ਸਕੇ ਚਾਚੇ ਸੀ। ਹੁਣ ਤੁਸੀਂ ਅੰਦਾਜ਼ਾ ਲਾ ਲਓ। ਤੇ ਮੈਂ ਇਸ ਪਰਿਵਾਰ ਦੀ ਇੱਕ ਹੋਰ ਗੱਲ ਸਾਂਝੀ ਕਰ ਦੇਵਾਂ। ਹਕੀਕਤ ਰਾਏ ਦੀ ਇੱਕ ਭੂਆ ਸੀ ਸੁਰਸਤੀ, ਸਰਸਵਤੀ ਨਾਮ ਵੀ ਉਸਦਾ ਇਤਿਹਾਸ 'ਚ ਆਉਂਦਾ ਹੈ। ਤੇ ਸਰਸਵਤੀ ਦਾ ਵਿਆਹ ਹੋਇਆ ਸੀ ਸ਼ਿਵਰਾਮ ਕਪੂਰ ਦੇ ਨਾਲ, ਤੇ ਸ਼ਿਵਰਾਮ ਕਪੂਰ ਦੇ ਘਰ ਇੱਕ ਬੱਚੀ ਨੇ ਜਨਮ ਲਿਆ ਜਿਸ ਦਾ ਨਾਮ ਸਾਹਿਬ ਕੰਵਰ ਰੱਖਿਆ ਗਿਆ, ਤੇ ਇਹਦਾ ਵਿਆਹ ਹੋਇਆ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ। ਹੁਣ ਤੁਸੀਂ ਵੇਖ ਲਓ ਕਿ ਹਕੀਕਤ ਰਾਏ ਦਾ ਪਰਿਵਾਰ ਹਕੀਕਤ ਰਾਏ ਸੀ ਜਾਂ ਹਕੀਕਤ ਸਿੰਘ ਸੀ। ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਰਿਸ਼ਤੇਦਾਰੀ, ਨੰਦ ਰਾਮ ਦੇ ਪੁੱਤਰਾ ਤੇ ਭਾਈ ਕਨ੍ਹਈਏ ਦੇ ਦੋਹਤਰੇ ਦੇ ਵਿੱਚੋਂ ਸਰਦਾਰ ਕਿਸ਼ਨ ਸਿੰਘ ਉੱਪਲ ਦਾ ਜਵਾਈ ਅਸੀਂ ਹਕੀਕਤ ਰਾਏ ਬਣਾ ਦਿੱਤਾ। ਕਿਉਂ ਬਣਾਇਆ? ਇਤਿਹਾਸ ਦੀ ਖੋਜ ਨਹੀਂ ਕੀਤੀ ਸੀ। ਸੋ ਉਸ ਤੋਂ ਬਾਅਦ ਗੁਰੂ ਹਰ ਰਾਏ ਸਾਹਿਬ ਪੰਜਾਬ ਨੂੰ ਆ ਗਏ ਤੇ ਬਾਬਾ ਜੀ ਆਪਣੇ ਕਾਰੋਬਾਰ ਦੇ ਵਿੱਚ ਵਿਅਸਤ ਹੋ ਗਏ। ਹੁਣ ਗੱਲ ਆ ਜਾਂਦੀ ਹੈ ਕਿ ਜਹਾਜ਼ ਦੀ ਘਟਨਾ ਦੀ। ਉਹ ਤਾਰੀਖ ਕਿਹੜੀ ਸੀ? ਉਹ ਹੈ 1664 ਫੱਗਣ। ਜਿਹੜਾ ਡੇਮੂ ਦਾ ਭੰਵਰ ਹੈ, ਇਹ ਪੁਰਤਗਾਲ ਦੇ ਕੋਲ ਪੈਂਦਾ ਹੈ, ਜਿੱਥੇ ਜਹਾਜ਼ ਉਹ ਜਿਹੜਾ ਸੀ ਉਹ ਫਸਿਆ, ਜਿਸ ਦਾ ਜ਼ਿਕਰ ਸਾਨੂੰ ਇਤਿਹਾਸ ਦੇ ਵਿੱਚ ਮਿਲਦਾ ਹੈ। ਇਸ ਗੱਲ ਦਾ ਜ਼ਿਕਰ ਸਰਦਾਰ ਹਰਪਾਲ ਸਿੰਘ ਕਸੂਰ ਨੇ ਖੋਜ ਕਰਕੇ ਕੀਤਾ ਕਿ ਇਹ ਡੇਮੂ ਦਾ ਭੰਵਰ ਸੀ। ਉੱਥੇ ਜਿਹੜਾ ਜਹਾਜ਼ ਫਸਿਆ ਤੇ ਉੱਥੇ ਜਿਹੜੀ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਨੇ ਅਰਦਾਸ ਕੀਤੀ ਹੈ, ਉਹ ਅਰਦਾਸ ਲੁਬਾਣਕੀ ਬੋਲੀ ਦੇ ਵਿੱਚ ਹੈ ਔਰ ਮੇਰੇ ਕੋਲ ਪਈ ਹੋਈ ਹੈ। ਇਹ 1963 ਦੇ ਵਿੱਚ ਆਲੋਚਨਾ ਮਾਸਿਕ ਪੱਤਰ ਦੇ ਵਿੱਚ ਛਪੀ ਸੀ। ਉਹ ਲੁਬਾਣਕੀ ਬੋਲੀ ਦੇ ਵਿੱਚ ਹੈ, ਜਿਹੜੀ ਬਾਬਾ ਮੱਖਣ ਸ਼ਾਹ ਲੁਬਾਣਾ ਨੇ ਅਰਦਾਸ ਕੀਤੀ। ਤੇ ਅਰਦਾਸ ਕਿਸ ਨੂੰ ਕੀਤੀ? ਅਰਦਾਸ ਕੀਤੀ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਨਾਮ ਲੈ ਕੇ, ਕਿਉਂਕਿ ਉਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਗੁਰਤਾ ਗੱਦੀ ਤੇ ਸੀ। ਤੇ ਉਹ ਜਦੋਂ ਵਾਪਸ ਦਿੱਲੀ ਆਏ ਨੇ, ਇੱਥੇ ਆ ਕੇ ਪਤਾ ਲੱਗਾ ਲੱਖੀ ਸ਼ਾਹ ਵਣਜਾਰੇ ਦੇ ਕੋਲੋਂ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੋਤੀ ਜੋਤ ਸਮਾ ਚੁੱਕੇ ਨੇ। ਜਿਹੜੀ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਦੀ ਜਹਾਜ਼ ਦੇ ਵਿੱਚ ਅਰਦਾਸ ਹੈ, ਉਹ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਨਾਮ ਨੂੰ ਸੰਬੋਧਿਤ ਹੈ, ਕਿਉਂਕਿ ਉਦੋਂ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਕਿ ਗੁਰੂ ਸਾਹਿਬ ਇੰਨੀ ਛੋਟੀ ਆਯੂ 'ਚ ਜੋਤੀ ਜੋਤ ਸਮਾ ਚੁੱਕੇ ਨੇ। ਹੁਣ ਬਾਬਾ ਲੱਖੀ ਸ਼ਾਹ ਵਣਜਾਰਾ ਦੇ ਨਾਲ ਉਹਨਾਂ ਦਾ ਕੀ ਸੰਬੰਧ ਸੀ? ਇਹ ਵੀ ਇੱਕ ਇਤਿਹਾਸ ਦੀ ਬੜੀ ਅਹਿਮ ਕੜੀ ਹੈ, ਇਹਨੂੰ ਸਮਝਣਾ ਬਹੁਤ ਜ਼ਰੂਰੀ ਹੈ। 1952 ਦੇ ਵਿੱਚ ਤੁਸੀਂ ਸਾਰੇ ਨਾਮ ਜਾਣਦੇ ਹੋਵੋਗੇ, ਬੇਗੋਵਾਲ ਤੋਂ ਬਾਬਾ ਹਰਨਾਮ ਸਿੰਘ ਜੀ। ਬਾਬਾ ਹਰਨਾਮ ਸਿੰਘ ਨੇ ਇੱਕ ਕਿਤਾਬ ਲਿਖੀ ਸੀ ਬਾਬਾ ਮੱਖਣ ਸ਼ਾਹ ਲੁਬਾਣਾ 1952 ਦੇ ਵਿੱਚ। ਅੱਜ ਉਹ ਵੀ ਕਿਤਾਬ ਸਾਡੇ ਕੋਲ ਕਿਸੇ ਕੋਲ ਨਹੀਂ ਹੈਗੀ, ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਪਈ ਹੋਈ ਹੈ। ਉਹਦੇ ਵਿੱਚ ਜ਼ਿਕਰ ਹੈ ਕਿ ਬਾਬਾ ਮੱਖਣ ਸ਼ਾਹ ਲੁਬਾਣਾ ਤੇ ਲੱਖੀ ਸ਼ਾਹ ਵਣਜਾਰਾ ਦੀ ਵਪਾਰਕ ਸਾਂਝ ਸੀ। ਉਹ ਇੱਥੇ ਵਪਾਰ ਕਰਦੇ ਸੀ ਤੇ ਅੱਗੋਂ ਵਪਾਰ ਨੂੰ ਬਾਹਰਲੇ ਦੇਸ਼ਾਂ ਦੇ ਵਿੱਚ ਹੋਰ ਥਾਵਾਂ 'ਤੇ ਲੈ ਕੇ ਜਾਣ ਦੀ ਜਿਹੜੀ ਜ਼ਿੰਮੇਵਾਰੀ ਸੀ ਉਹ ਬਾਬਾ ਮੱਖਣ ਸ਼ਾਹ ਲੁਬਾਣਾ ਦੀ ਸੀ। ਸੋ ਇਹਨਾਂ ਦੀ ਦੋ ਪਰਿਵਾਰਾਂ ਦੀ ਆਪਸ ਦੇ ਵਿੱਚ ਵਪਾਰਕ ਸਾਂਝ ਸੀ। ਹੁਣ ਇਸ ਸਾਂਝ ਦੇ ਵਿੱਚ ਇੱਕ ਹੋਰ ਸ਼ਹੀਦ ਪਰਿਵਾਰ ਜੁੜ ਜਾਂਦਾ ਹੈ। ਹੁਣ ਉਸ ਪਰਿਵਾਰ ਨੂੰ ਤੁਸੀਂ ਇਸ ਬਰਾਦਰੀ 'ਚੋਂ ਬਾਹਰ ਕਰਕੇ ਕਿਵੇਂ ਵੇਖੋਗੇ? ਉਹ ਪਰਿਵਾਰ ਉਹ ਜੁੜ ਜਾਂਦਾ ਹੈ ਕਿ ਲੱਖੀ ਸ਼ਾਹ ਵਣਜਾਰਾ ਜੀ ਦੀ ਇੱਕ ਬੇਟੀ ਹੈ ਜਿਸ ਦਾ ਨਾਮ ਸੀਤੋ ਬਾਈ ਹੈ, ਜਿਹੜੀ ਅੰਮ੍ਰਿਤ ਛਕ ਕੇ ਬਸੰਤ ਕੌਰ ਬਣਦੀ ਹੈ। ਤੇ ਸੀਤੋ ਬਾਈ ਦਾ ਆਨੰਦ ਕਾਰਜ ਹੋਇਆ ਭਾਈ ਬਨੀ ਸਿੰਘ ਦੇ ਨਾਲ। ਹੁਣ ਅਗਲਾ ਇੱਕ ਹੋਰ ਪਰਿਵਾਰ ਇਸ ਪਰਿਵਾਰ ਦੇ ਨਾਲ ਜੁੜ ਜਾਂਦਾ, ਭਾਈ ਮਨੀ ਸਿੰਘ ਦਾ ਖਾਨਦਾਨ। ਉਹ ਵੀ ਭਾਰਦਵਾਜ ਰਾਜਪੂਤ ਨੇ, ਪਰ ਉਹ ਇਹ ਵਪਾਰ ਦਾ ਕੰਮ ਨਹੀਂ ਕਰਦੇ। ਅਸੀਂ ਇਸ ਕਰਕੇ ਉਹਨਾਂ ਨੂੰ ਵਣਜਾਰੇ ਨਹੀਂ ਕਹਿੰਦੇ, ਪਰ ਕੋਈ ਸਰੋਤਾਂ ਦੇ ਵਿੱਚ ਮਨੀ ਸਿੰਘ ਵਣਜਾਰਾ ਸ਼ਬਦ ਵੀ ਆਉਂਦਾ ਹੈ। ਹੁਣ ਤੁਸੀਂ ਆਪ ਸੋਚ ਲਓ ਕਿ ਇਹ ਪਰਿਵਾਰ ਕਿਸ ਤਰ੍ਹਾਂ ਦੇ ਨਾਲ ਜੁੜੇ ਹੋਏ ਨੇ। ਤੇ ਭਾਈ ਮਨੀ ਸਿੰਘ ਦੇ 10 ਪੁੱਤਰ ਨੇ, ਜਿਨ੍ਹਾਂ 'ਚੋਂ 2 ਜਿਉਂਦੇ ਬਚਦੇ ਨੇ, 8 ਸ਼ਹੀਦ ਹੁੰਦੇ ਨੇ। ਬਚਿੱਤਰ ਸਿੰਘ ਉਹਨਾਂ ਦਾ ਬੇਟਾ ਹੈ, ਅਜੈਬ ਸਿੰਘ ਉਹਨਾਂ ਦਾ ਬੇਟਾ ਹੈ, ਅਨਿਕ ਸਿੰਘ ਉਹਨਾਂ ਦਾ ਬੇਟਾ ਹੈ, ਉਦੇ ਸਿੰਘ ਉਹਨਾਂ ਦਾ ਬੇਟਾ ਹੈ। ਇਹ ਸਾਰੇ ਸ਼ਹੀਦ ਹੁੰਦੇ ਨੇ। 10 ਦੇ ਵਿੱਚੋਂ 8 ਪੁੱਤਰ ਜਿਹੜੇ ਨੇ ਉਹ 1704 ਤੋਂ ਲੈ ਕੇ 1720 ਤੱਕ ਸ਼ਹੀਦ ਹੁੰਦੇ ਨੇ।
8 ਪੁੱਤਰ, ਅੱਗੋਂ ਪੋਤਰੇ, ਅੱਗੋਂ ਪੋਤਰਿਆਂ ਦੇ ਪੁੱਤਰ, ਪੜਪੋਤਰੇ, ਤੇ ਤਕਰੀਬਨ ਇੱਕ ਪਰਿਵਾਰ ਦੇ 56 ਜੀ ਸ਼ਹੀਦ ਹੁੰਦੇ ਨੇ ਭਾਈ ਮਨੀ ਸਿੰਘ ਦੇ ਪਰਿਵਾਰ ਦੇ। ਲੱਖੀ ਸ਼ਾਹ ਵਣਜ਼ਾਰਾ ਦੇ ਕੋਲ ਬਾਬਾ ਮੱਖਣ ਸ਼ਾਹ ਲੁਬਾਣਾ ਆਏ ਤੇ ਉਹਨਾਂ ਨੂੰ ਆ ਕੇ ਦੱਸਿਆ ਕਿ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਜੋਤੀ ਜੋਤ ਸਮਾ ਚੁੱਕੇ ਨੇ ਤੇ ਆਖਰੀ ਬਚਨ ਉਹਨਾਂ ਦੇ ਨੇ ਬਾਬਾ ਬਸੇ ਬਕਾਲੇ ਗ੍ਰਾਮ, ਤੇ ਉਹਨਾਂ ਦੀ ਗੁਰਤਾ ਗੱਦੀ ਦੀਆਂ ਜਿਹੜੀਆਂ ਰਸਮਾਂ ਨੇ ਉਹ ਸਾਰੀਆਂ ਭਾਈ ਦਰਗਾਹੀ ਮੱਲ ਤੇ ਮਨੀ ਸਿੰਘ ਜਿਹੜੇ ਬਾਅਦ ਚ ਬਣਦੇ ਨੇ ਉਹਨਾਂ ਦੇ ਰਾਹੀਂ ਬਕਾਲੇ ਭੇਜ ਦਿੱਤੀਆਂ ਨੇ। ਹੁਣ ਬਾਬਾ ਸ਼ਬਦ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਬਾਬਾ ਬਕਾਲਾ ਨਹੀਂ ਸੀ, ਕੇਵਲ ਬਕਾਲਾ ਸੀ। ਬਾਬਾ ਬਕਾਲਾ ਉਦੋਂ ਬਣਿਆ ਹੈ ਜਦੋਂ 8ਵੇਂ ਪਾਤਸ਼ਾਹ ਦੇ ਮੁਖਾਰਬਿੰਦ ਚੋਂ ਇਹ ਸ਼ਬਦ ਨਿਕਲਿਆ ਬਾਬਾ ਬਸੇ ਬਕਾਲੇ ਗ੍ਰਾਮ। ਤੇ ਅਸੀਂ ਸਾਰੇ ਜਾਣਦੇ ਹਾਂ ਕਿ ਸਾਡੇ ਪੰਜਾਬੀ ਸੱਭਿਆਚਾਰ 'ਚ ਦਾਦੇ ਨੂੰ ਬਾਬਾ ਕਿਹਾ ਜਾਂਦਾ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦੇ ਦਾਦਾ ਜੀ ਲੱਗਦੇ ਸੀ। ਬਾਬਾ ਦਾਦੇ ਵਾਸਤੇ ਸ਼ਬਦ ਵਰਤਿਆ ਕਿ ਜਿਹੜਾ ਦਾਦਾ ਹੁਣ ਗੁਰਤਾ ਗੱਦੀ ਦਾ ਅਧਿਕਾਰੀ ਉਹ ਹੈ। ਤੇ ਹੁਣ ਇੱਥੇ ਬਾਬਾ ਮੱਖਣ ਸ਼ਾਹ ਲੁਬਾਣਾ ਆਏ ਨੇ ਤੇ ਜਦੋਂ ਆਏ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਇੱਕ ਹਵਾਲੇ ਨੂੰ ਪੜ੍ਹ ਕੇ ਵੇਖੋ, ਤੁਹਾਨੂੰ ਅੰਦਾਜ਼ਾ ਲੱਗ ਜਾਵੇਗਾ ਕਿ ਉਹਨਾਂ ਸਮਿਆਂ ਦੇ ਵਿੱਚ ਉਹਨਾਂ ਦਾ ਆਰਥਿਕ ਪੱਧਰ ਕਿਵੇਂ ਦਾ ਹੈ। ਹੁਦੇ ਸਵਾਰ ਪੰਚ ਸੈ ਸੰਗ ਉਠਾਏ ਤੀਰ ਤਲਵਾਰ ਤੁਫੰਗ, ਕਿ ਹਰ ਵੇਲੇ ਉਹਨਾਂ ਦੇ ਨਾਲ 500 ਯੋਧਿਆਂ ਦੀ ਫੌਜ ਹੁੰਦੀ ਸੀ। ਜੇਕਰ ਪੁਰਾਤਨ ਸਰੋਤਾਂ ਨੂੰ ਪੜ੍ਹੋ ਤੇ ਸਾਰੇ ਘਟਨਾਕ੍ਰਮ ਨੂੰ ਅਸੀਂ ਸੰਕੋਚੀਏ ਤੇ ਬਾਬਾ ਮੱਖਣ ਸ਼ਾਹ ਲੁਬਾਣਾ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਭੋਰੇ ਦੇ ਵਿੱਚ ਇੱਕ ਮੀਟਿੰਗ ਵੀ ਹੁੰਦੀ ਹੈ। ਹੁਣ ਮੀਟਿੰਗ ਅੰਦਰ ਹੋਈ ਹੈ, ਅੰਦਰ ਕੀ ਗੱਲਾਂ ਬਾਤਾਂ ਹੋਈਆਂ ਕੋਈ ਇਤਿਹਾਸਕਾਰ ਨਹੀਂ ਲਿਖ ਸਕਦਾ ਕਿ ਕੀ ਵਰਤਾਰਾ ਵਾਪਰਿਆ, ਅੰਦਰ ਕੀ ਗੱਲਬਾਤ ਹੋਈ ਹੈ। ਉਸ ਤੋਂ ਬਾਅਦ ਬਾਹਰ ਆ ਕੇ ਜਿਹੜਾ ਸ਼ਬਦ ਉਚਾਰਿਆ ਹੈ ਬਾਬਾ ਮੱਖਣ ਸ਼ਾਹ ਲੁਬਾਣਾ ਨੇ, ਜਿਹੜਾ ਅਸੀਂ ਸਾਰੇ ਕਹਿੰਦੇ ਗੁਰੂ ਲਾਦੋ ਰੇ, ਇਹ ਲੁਬਾਣਕੀ ਬੋਲੀ ਦਾ ਗੁਰੂ ਲਾਦੋ ਰੇ। ਤੇ ਅਸੀਂ ਕੁਦਰਤਨ ਕੁਝ ਸਰੋਤ ਜਿਹੜੇ ਐਸੇ ਨੇ ਉਹਨਾਂ ਦਾ ਇਤਿਹਾਸਕ ਪਿਛੋਕੜ ਨਾ ਜਾਣਨ ਕਰਕੇ ਅਸੀਂ ਦਿਹਾੜਿਆਂ ਦਾ ਨਾਮਕਰਨ ਹੀ ਬਰਬਾਦ ਕਰ ਦਿੱਤਾ। ਅਸੀਂ ਕਹਿਤਾ ਰੱਖੜ ਪੁੰਨਿਆ ਦਾ ਮੇਲਾ। ਉਹ ਕਿਉਂ ਬਣਾ ਦਿੱਤਾ ਜੀ? ਇਹ ਸੀ ਤਾਂ ਗੁਰੂ ਲਾਦੋਰੇ ਦਿਵਸ। ਰੱਖੜ ਪੁੰਨਿਆ ਦੇ ਨਾਲ ਤੇ ਸਾਡਾ ਸੰਬੰਧ ਹੀ ਕੋਈ ਨਹੀਂ, ਨਾ ਰੱਖੜੀ ਦੇ ਨਾਲ ਸਾਡਾ ਕੋਈ ਸੰਬੰਧ। ਹੁਣ ਪਿਛਲੇ ਸਾਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਿੱਠੀਆਂ ਲਿਖੀਆਂ ਗਈਆਂ, ਮੈਂ ਵੀ ਉਦੋਂ ਨਿਊਯਾਰਕ ਸੀ। ਉਸ ਚਿੱਠੀਆਂ ਦੇ ਉੱਪਰ ਅਵਤਾਰ ਸਿੰਘ ਮੱਕੜ ਨੇ ਕਾਰਵਾਈ ਕਰਕੇ ਸ਼੍ਰੋਮਣੀ ਕਮੇਟੀ ਨੇ ਹੁਣ ਮਤਾ ਪਾਸ ਕੀਤਾ ਕਿ ਅੱਗੇ ਤੋਂ ਕਦੇ ਵੀ ਰੱਖੜ ਪੁੰਨਿਆ ਨਹੀਂ ਲਿਖਿਆ ਜਾਵੇਗਾ, ਗੁਰੂ ਲਾਦੋਰੇ ਦਿਵਸ ਲਿਖਿਆ ਜਾਵੇਗਾ। ਪਰ ਇਹ ਨਾਮਕਰਨ ਕਿਉਂ ਹੋ ਗਿਆ? ਬਿਲਕੁਲ ਉਸ ਤਰ੍ਹਾਂ ਹੋ ਗਿਆ ਜਿਵੇਂ ਬੰਦੀ ਛੋੜ ਦਿਵਸ ਸਾਡਾ ਦੀਵਾਲੀ ਦੇ ਨਾਲ ਜੁੜ ਗਿਆ। ਉਹ ਕਿੰਜ ਹੋਇਆ ਕਿ ਕੁਦਰਤਨ ਜਿਸ ਦਿਨ 6ਵੇਂ ਪਾਤਸ਼ਾਹ ਗਵਾਲੀਅਰ ਦੇ ਕਿਲੇ 'ਚੋਂ ਰਿਹਾ ਹੋ ਕੇ 26 ਅਕਤੂਬਰ ਨੂੰ ਹਰੀਦਾਸ ਦਰੋਗੇ ਦੇ ਘਰ ਆਏ ਨੇ, ਉਸ ਦਿਨ ਦੀਵਾਲੀ ਸੀ। ਅਸੀਂ ਦੀਵਾਲੀ ਦੇ ਨਾਲ ਉਸ ਨੂੰ ਜੋੜ ਲਿਆ ਤੇ ਬਿਲਕੁਲ ਘਟਨਾਕ੍ਰਮ ਇੰਝ ਹੀ ਵਾਪਰਿਆ ਕਿ ਜਦੋਂ ਜਿਸ ਦਿਨ ਬਾਬਾ ਮੱਖਣ ਸ਼ਾਹ ਲੁਬਾਣਾ ਨੇ ਇਹ ਨਾਅਰਾ ਲਾਇਆ ਕੋਠੇ ਤੇ ਚੜ੍ਹ ਕੇ ਕਿ ਗੁਰੂ ਲਾਦੋਰੇ, ਉਸ ਦਿਨ ਰੱਖੜੀ ਦਾ ਦਿਨ ਪੁੰਨਿਆ ਦਾ, ਅਸੀਂ ਰੱਖੜ ਪੁੰਨਿਆ ਦਾ ਮੇਲਾ ਬਣਾ ਲਿਆ। ਹੁਣ ਤੁਸੀਂ ਵੇਖੋ ਕਿ ਇਤਿਹਾਸ ਦਾ ਕਿੰਨਾ ਵੱਡਾ ਪੱਖ ਸੀ ਗੁਰੂ ਲਾਦੋਰੇ ਤੇ ਪ੍ਰਗਟ ਕਰਨ ਦੇ ਵਿੱਚ ਬਾਬਾ ਮੱਖਣ ਸ਼ਾਹ ਦੀ ਜਿਹੜੀ ਭੂਮਿਕਾ ਹੈ ਉਹ ਇਸ ਕਰਕੇ ਅਹਿਮ ਹੈ ਕਿ ਗੁਰੂ ਸਾਹਿਬ ਦੇ ਆਲੇ ਦੁਆਲੇ ਜਿੰਨੇ ਵੀ ਲੋਕ ਸੀ ਉਹ ਗੁਰੂ ਸਾਹਿਬ ਦੇ ਵੈਰੀ ਬਣੇ ਹੋਏ ਸੀ। ਔਰ ਆਮ ਲੋਕਾਂ ਦੇ ਵਿੱਚ ਇਸ ਗੱਲ ਦਾ ਪ੍ਰਚਾਰ ਸੀ ਕਿ ਸ਼ਾਇਦ ਗੁਰੂ ਧੀਰਮਲ ਹੈ। ਕਿਉਂ? ਕਿਉਂਕਿ ਜਿਹੜੀ ਹੱਥ ਲਿਖਤ ਬੀੜ ਸੀ ਉਹ ਧੀਰਮਲ ਦੇ ਕੋਲ ਸੀ ਤੇ ਲੋਕਾਂ ਤੱਕ ਇਹ ਗੱਲ ਲੈ ਕੇ ਜਾਣੀ, ਇਹਦੇ ਵਾਸਤੇ ਇੱਕ ਤਾਕਤ ਦੀ, ਇੱਕ ਬਲ ਦੀ ਲੋੜ ਸੀ ਤੇ ਬਾਬਾ ਮੱਖਣ ਸ਼ਾਹ ਲੁਬਾਣੇ ਦੇ ਕੋਲ ਉਹ ਬਲ ਸੀ, ਉਹ ਤਾਕਤ ਸੀ ਕਿ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਨੇ ਗੁਰੂ ਸਾਹਿਬ ਨੂੰ ਪ੍ਰਗਟ ਵੀ ਕੀਤਾ ਔਰ ਉੱਥੇ ਜਿੰਨੇ ਵੀ ਮਸੰਦ, ਖਾਸ ਕਰਕੇ ਸ਼ੀਹੇ ਮਸੰਦ ਵਰਗੇ ਜਿਨ੍ਹਾਂ ਗੁਰੂ ਸਾਹਿਬ ਦੇ ਉੱਪਰ ਗੋਲੀ ਵੀ ਚਲਾਈ ਸੀ, ਉਹਨਾਂ ਦੀਆਂ ਵੀ ਮਸ਼ਕਾਂ ਬੰਨੀਆਂ, ਸਜ਼ਾਵਾਂ ਵੀ ਦਿੱਤੀਆਂ, ਬੀੜ ਵੀ ਵਾਪਸ ਲਈ। ਇਹ ਗੱਲ ਵੱਖਰੀ ਹੈ ਕਿ ਗੁਰੂ ਸਾਹਿਬ ਨੇ ਕਿਹਾ ਕਿ ਕੋਈ ਗੱਲ ਨਹੀਂ, ਬੀੜ ਵਾਪਸ ਦੇ ਦਿਓ, ਅਸੀਂ ਕੋਈ ਝਗੜਾ ਨਹੀਂ ਕਰਨਾ ਇਹਨਾਂ ਦੇ ਨਾਲ। ਨਹੀਂ ਤੇ ਬਾਬਾ ਮੱਖਣ ਸ਼ਾਹ ਲੁਬਾਣਾ ਨੇ ਤਾਂ ਇੱਕ ਸਰੋਤ ਕਹਿੰਦਾ ਇੱਥੋਂ ਤੱਕ ਕਿਹਾ ਕਿ ਜੇ ਤੁਸੀਂ ਕਹੋ ਤੇ ਅਸੀਂ ਇਹਨਾਂ ਨੂੰ ਇੱਥੇ ਹੀ ਸੌਦਾ ਲਾ ਦਿੰਦੇ, ਪਰ ਗੁਰੂ ਸਾਹਿਬ ਨੇ ਕਿਹਾ ਨਹੀਂ, ਅਸੀਂ ਇੰਜ ਨਹੀਂ ਕਰਨਾ। ਉਸ ਤੋਂ ਬਾਅਦ ਜਦੋਂ ਗੁਰੂ ਸਾਹਿਬ ਗਏ ਨੇ ਅੰਮ੍ਰਿਤਸਰ, ਜਿਹਦੇ ਬਾਰੇ ਇੱਕ ਕਹਾਵਤ ਬਣੀ ਹੈ, ਨਹਿ ਮਸੰਦ ਤੁਮ ਅੰਮ੍ਰਿਤ ਸੜੀਏ ਤ੍ਰਿਸ਼ਨਾ ਅਗਨ ਤੇ ਅੰਤਰ ਸੜੀਏ, ਤੇ ਉਦੋਂ ਵੀ ਬਾਬਾ ਮੱਖਣ ਸ਼ਾਹ ਲੁਬਾਣਾ ਗੁੱਸੇ 'ਚ ਆ ਗਏ। ਕਹਿੰਦੇ ਇਹ ਮਸੰਦ ਕੌਣ ਹੁੰਦੇ ਨੇ ਜਿਹੜੇ ਸਾਨੂੰ ਅੰਦਰੋਂ ਵੜਨ ਤੋਂ ਰੋਕਣ, ਅਸੀਂ ਇਹਨਾਂ ਦੇ ਨਾਲ ਵੀ ਤਲਵਾਰ ਸਾਂਝੀ ਕਰ ਸਕਦੇ ਹਾਂ। ਗੁਰੂ ਪਾਤਸ਼ਾਹ ਨੇ ਉੱਥੇ ਵੀ ਰੋਕ ਦਿੱਤਾ। ਉਸ ਤੋਂ ਬਾਅਦ ਜਦੋਂ ਅਨੰਦਪੁਰ ਸਾਹਿਬ ਗਏ ਨੇ, ਜਦੋਂ ਅਨੰਦਪੁਰ ਸਾਹਿਬ ਦੀ ਜ਼ਮੀਨ ਖਰੀਦੀ ਹੈ ਤੇ ਉਦੋਂ ਵੀ 500 ਮੋਹਰਾਂ ਬਾਬਾ ਮੱਖਣ ਸ਼ਾਹ ਲੁਬਾਣਾ ਨੇ ਭੇਟ ਕੀਤੀਆਂ ਨੇ, ਜਿਸ ਦਾ ਜ਼ਿਕਰ ਸਾਨੂੰ ਇਤਿਹਾਸ ਦੇ ਵਿੱਚ ਮਿਲਦਾ ਹੈ।
ਹੁਣ ਤੁਸੀਂ ਆਪ ਅੰਦਾਜ਼ਾ ਲਗਾ ਲਓ ਕਿ ਇਹ ਪਰਿਵਾਰ ਕਿਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਦੇ ਨਾਲ ਜੁੜਿਆ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹਾਦਤ ਹੁੰਦੀ ਹੈ, ਸਾਨੂੰ ਉੱਥੇ ਕੋਈ ਰੋਲ ਨਹੀਂ ਨਜ਼ਰ ਆਉਂਦਾ ਬਾਬਾ ਮੱਖਣ ਸ਼ਾਹ ਲਵਾਣਾ ਜੀ ਦਾ, ਲੱਖੀ ਸ਼ਾਹ ਵਣਜਾਰਾ ਜੀ ਦਾ ਆਉਂਦਾ। ਉਹ ਕਿਉਂ ਨਹੀਂ ਆਉਂਦਾ? ਕਿਉਂਕਿ ਗੁਰੂ ਸਾਹਿਬ ਦੀ ਸ਼ਹਾਦਤ ਹੁੰਦੀ ਹੈ 1675 ਦੇ ਵਿੱਚ, ਤੇ ਬਾਬਾ ਮੱਖਣ ਸ਼ਾਹ ਲਵਾਣਾ 1674 ਦੇ ਵਿੱਚ 1 ਸਾਲ ਪਹਿਲਾਂ ਅਕਾਲ ਚਲਾਣਾ ਕਰ ਚੁੱਕਿਆ। ਇਹਨਾਂ ਦੇ 3 ਪੁੱਤਰਾਂ ਦਾ ਇਤਿਹਾਸ ਜ਼ਿਕਰ ਆਉਂਦਾ ਹੈ, ਚੰਦੂ ਰਾਮ, ਉਹਦੇ ਤੋਂ ਬਾਅਦ ਖੁਸ਼ਹਾਲ ਚੰਦ, ਤੇ ਉਹਦੇ ਤੋਂ ਬਾਅਦ ਲਾਲ ਚੰਦ। ਇਹ ਜਿਹੜੇ 3 ਪੁੱਤਰ ਨੇ, ਇਹਨਾਂ ਤਿੰਨਾਂ ਨੇ ਹੀ 1699 ਦੀ ਵਿਸਾਖੀ ਵਾਲੇ ਦਿਨ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲੋਂ ਖੰਡੇ ਬਾਟੇ ਦੀ ਬਾਹੂ ਲਈ। ਖੁਸ਼ਹਾਲ ਚੰਦ ਖੁਸ਼ਹਾਲ ਸਿੰਘ ਬਣਿਆ, ਚੰਦੂ ਰਾਮ ਜਵੰਦ ਸਿੰਘ ਬਣਿਆ, ਲਾਲ ਚੰਦ ਲਾਲ ਸਿੰਘ ਬਣਿਆ। ਤਿੰਨਾਂ ਹੀ ਪੁੱਤਰਾਂ ਨੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲੋਂ ਖੰਡੇ ਬਾਟੇ ਦੀ ਬਾਹੂ ਲਈ, ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਾਲ ਚੰਦ ਜੀ ਨੂੰ ਆਪਣਾ ਹੱਥ ਲਿਖ ਕੇ ਇੱਕ ਹੁਕਮਨਾਮਾ ਬਖਸ਼ਿਸ਼ ਕੀਤਾ। ਤੁਸੀਂ ਕਾਹਨ ਸਿੰਘ ਨਾਭਾ ਹੁਣਾਂ ਦਾ ਮਹਾਨ ਕੋਸ਼ ਪੜ੍ਹ ਕੇ ਉਹ 'ਚ ਗੁਜਰਾਤ ਸ਼ਬਦ ਦੀ ਖੋਜ ਕਰਿਓ, ਉਹਦੇ ਵਿੱਚ ਤੁਹਾਨੂੰ ਜ਼ਿਕਰ ਮਿਲੇਗਾ ਕਿ ਗੁਜਰਾਤ ਨਗਰ ਦੇ ਵਿੱਚ ਇੱਕ ਲਾਲ ਸਿੰਘ ਨਾਂ ਦਾ ਸਿੱਖ ਰਹਿੰਦਾ ਸੀ, ਜਿਸ ਕੋਲ ਗੁਰੂ ਗੋਬਿੰਦ ਸਿੰਘ ਦਾ ਹੱਥ ਲਿਖਤ ਹੁਕਮਨਾਮਾ ਸੀ, ਪਰ 1947 ਦੇ ਰੌਲੇ ਤੋਂ ਬਾਅਦ ਉਹ ਹੁਕਮਨਾਮਾ ਜਿਹੜਾ ਸੀ ਉਹ ਗਵਾਚ ਗਿਆ। ਮੈਂ ਬੜੀ ਲੱਭਣ ਦੀ ਕੋਸ਼ਿਸ਼ ਕੀਤੀ, ਪਹਿਲਾਂ ਪਤਾ ਲੱਗਾ ਕਿ ਇੰਗਲੈਂਡ ਕਿਸੇ ਪਰਿਵਾਰ ਦੇ ਕੋਲ ਹੈ, ਮੈਂ ਮਿਲਿਆ, ਉਹਨਾਂ ਦੇ ਕੋਲ ਨਹੀਂ ਸੀ। ਫਿਰ ਪਤਾ ਲੱਗਾ ਕਿ ਦਿੱਲੀ ਦੇ ਕੋਲ ਕਿਸੇ ਪਰਿਵਾਰ ਦੇ ਕੋਲ ਹੈ, ਪਿਪਲੀ ਦੇ ਕੋਲ ਉਹ ਪਰਿਵਾਰ ਰਹਿੰਦਾ, ਮੈਂ ਉੱਥੇ ਵੀ ਗਿਆ ਪਰ ਉਹ ਨਹੀਂ ਮਿਲ ਸਕਿਆ। ਉਹ ਜਿਹੜਾ ਇਤਿਹਾਸਕ ਹੁਕਮਨਾਮਾ ਸੀ ਉਹ ਗਵਾਚ ਚੁੱਕਾ ਹੈ। ਜੇ ਸਾਨੂੰ ਉਹ ਮਿਲ ਜਾਵੇ ਤੇ ਉਹਦੇ ਵਿੱਚੋਂ ਹੋਰ ਵੀ ਕਈ ਇਤਿਹਾਸ ਦੀਆਂ ਤੰਦਾਂ ਖੁੱਲ੍ਹ ਸਕਦੀਆਂ ਨੇ। ਖੈਰ, ਲਾਲ ਸਿੰਘ ਜੀ ਤਾਂ ਵਾਪਸ ਗੁਜਰਾਤ ਆ ਗਏ, ਆਪਣੇ ਕਾਰ ਵਿਹਾਰ ਦੇ ਵਿੱਚ ਲੱਗ ਗਏ, ਤੇ ਭਾਈ ਜਵੰਦ ਸਿੰਘ ਤੇ ਭਾਈ ਖੁਸ਼ਹਾਲ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਰਹਿ ਗਏ। ਹੁਣ ਆ ਜਾਓ ਸਤੰਬਰ 1700, ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਰਬਾਰ ਲੱਗਾ ਹੋਇਆ, ਤੇ ਚਤਰ ਸਿੰਘ ਬਰਾੜ ਨੇ ਆ ਕੇ ਕਲਗੀਧਰ ਪਾਤਸ਼ਾਹ ਨੂੰ ਸੂਚਨਾ ਦਿੱਤੀ ਹੈ ਕਿ ਪਹਾੜੀ ਰਾਜੇ ਇੱਕ ਮਸਤ ਹਾਥੀ ਨੂੰ ਤਿਆਰ ਕਰਕੇ ਲੋਹਗੜ੍ਹ ਦਾ ਕਿਲ੍ਹਾ ਤੋੜਨ ਵਾਸਤੇ ਲਿਆ ਰਹੇ ਨੇ। ਹੁਣ ਗੁਰੂ ਸਾਹਿਬ ਦਾ ਨਿਵਾਸ ਤਾਂ ਆਨੰਦਗੜ੍ਹ ਦੇ ਵਿੱਚ, ਕਿਲ੍ਹੇ ਹੋਰ ਵੀ ਨੇ, ਲੋਹਗੜ੍ਹ ਦਾ ਕਿਲ੍ਹਾ ਹੀ ਕਿਉਂ ਤੋੜਿਆ ਜਾ ਰਿਹਾ? ਲੋਹਗੜ੍ਹ ਦੇ ਕਿਲ੍ਹੇ ਦੇ ਉੱਪਰ ਹਮਲਾ ਇਸ ਕਰਕੇ ਕੀਤਾ ਜਾ ਰਿਹਾ ਹੈ ਕਿ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਇਸ ਪਰਿਵਾਰ ਨੇ ਕਬੀਲੇ ਲਿਆਂਦੇ ਸੀ ਰਾਜਪੂਤਾਨੇ ਦੇ, ਜਿਹੜੇ ਹਥਿਆਰ ਤਿਆਰ ਕਰਦੇ ਸੀ, ਉਹ ਸਾਰੇ ਹਥਿਆਰ ਜਿਹੜੇ ਨੇ ਉਹ ਲੋਹਗੜ੍ਹ ਦੇ ਕਿਲ੍ਹੇ 'ਚ ਤਿਆਰ ਕਰਾਏ ਜਾਂਦੇ ਸੀ। ਉਹਨਾਂ ਦਾ ਰੱਖ ਰਖਾਅ ਸਾਰਾ ਲੋਹਗੜ੍ਹ ਦੇ ਕਿਲ੍ਹੇ ਦੇ ਵਿੱਚ ਹੁੰਦਾ ਸੀ। ਇਸ ਕਰਕੇ ਪਹਾੜੀ ਰਾਜਿਆਂ ਨੂੰ ਸੀਗਾ ਕਿ ਲੋਹਗੜ੍ਹ ਦੇ ਕਿਲ੍ਹੇ ਨੂੰ ਕਬਜ਼ਾ ਕਰ ਲਓ, ਤੇ ਜੇਕਰ ਗੁਰੂ ਸਾਹਿਬ ਦੀ ਫੌਜ ਹਥਿਆਰਾਂ ਤੋਂ ਰਹਿਤ ਹੋ ਜਾਵੇਗੀ ਤਾਂ ਲੜਨਾ ਕਿੰਨੇ? ਇਸ ਕਰਕੇ ਲੋਹਗੜ੍ਹ ਨੂੰ ਚੁਣਿਆ ਗਿਆ। ਹੁਣ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਜਿਹੜਾ ਵਾਰਤਾਲਾਪ, ਜਿਹੜਾ ਘਟਨਾਕ੍ਰਮ ਹੈ, ਤੁਸੀਂ ਸਾਰੇ ਜਾਣਦੇ ਹੋ ਕਿ ਦੁਨੀ ਚੰਦ ਭੱਜ ਗਿਆ, ਬਚਿੱਤਰ ਸਿੰਘ ਨੇ ਮੁਕਾਬਲਾ ਕੀਤਾ। ਬਚਿੱਤਰ ਸਿੰਘ ਦੇ ਨਾਲ 2 ਸਿੱਖ ਹੋਰ ਗਏ ਨੇ, ਜਿਨ੍ਹਾਂ 'ਚੋਂ ਇੱਕ ਸ਼ਹੀਦ ਹੋਇਆ, ਅਸੀਂ ਇਤਿਹਾਸ 'ਚ ਨਹੀਂ ਜਾਣਦੇ। ਬਚਿੱਤਰ ਸਿੰਘ ਦੇ ਨਾਲ 2 ਸਿੱਖ ਹੋਰ ਤੋਰੇ ਨੇ, ਇੱਕ ਭਾਈ ਮੱਖਣ ਸ਼ਾਹ ਲਵਾਣਾ ਜੀ ਦਾ ਪੁੱਤਰ ਖੁਸ਼ਹਾਲ ਸਿੰਘ, ਤੇ ਦੂਸਰਾ ਉਦੇ ਸਿੰਘ। ਇਹਨਾਂ ਤਿੰਨਾਂ ਨੂੰ ਕਲਗੀਧਰ ਪਾਤਸ਼ਾਹ ਨੇ ਆਪ ਸ਼ਸਤਰ ਦਿੱਤੇ ਨੇ। ਸਿਰਫ ਸਾਨੂੰ ਨਾਗਨੀ ਦਾ ਚੇਤਾ ਹੈ ਕਿਉਂਕਿ ਉਹ ਜ਼ਿਆਦਾ ਪ੍ਰਸੰਗ ਸਾਡੀ ਮਾਨਸਿਕ ਸੱਤਾ 'ਚ ਬੈਠਾ ਹੋਇਆ ਹੈ। ਬਚਿੱਤਰ ਸਿੰਘ ਨੂੰ ਕਲਗੀਧਰ ਪਾਤਸ਼ਾਹ ਨੇ ਨਾਗਨੀ ਬਖਸ਼ਿਸ਼ ਕੀਤੀ ਹੈ, ਉਦੇ ਸਿੰਘ ਨੂੰ ਕਰਪਾ ਬਰਸ਼ਾ ਦਿੱਤਾ ਹੈ, ਤੇ ਖੁਸ਼ਹਾਲ ਸਿੰਘ ਨੂੰ ਸ਼ਮਸ਼ੀਰ ਦਿੱਤੀ ਹੈ। ਇਹ 3 ਯੋਧੇ ਫੌਜ ਦੀ ਅਗਵਾਈ ਕਰਕੇ ਮੈਦਾਨੇ ਜੰਗ ਦੇ ਵਿੱਚ ਗਏ ਨੇ। ਮਸਤ ਹਾਥੀ ਦੇ ਨਾਲ ਜਿਹੜਾ ਮੁਕਾਬਲਾ ਹੈ ਉਹ ਬਚਿੱਤਰ ਸਿੰਘ ਨੇ ਕੀਤਾ ਹੈ। ਉਦੇ ਚੰਦ ਦਾ ਜਿਹੜਾ ਸਿਰ ਹੈ, ਉਹ ਕੇਸਰੀ ਚੰਦ ਦਾ ਸਿਰ ਜਿਹੜਾ ਉਹ ਉਦੇ ਸਿੰਘ ਵੱਢ ਕੇ ਲੈ ਕੇ ਆਇਆ, ਤੇ ਉਸ ਜੰਗ ਦੇ ਵਿੱਚ ਭਾਈ ਖੁਸ਼ਹਾਲ ਸਿੰਘ ਸ਼ਹਾਦਤ ਪ੍ਰਾਪਤ ਕਰ ਗਏ ਬਾਬਾ ਮੱਖਣ ਸ਼ਾਹ ਦੇ ਬੇਟੇ। ਉਸ ਤੋਂ ਬਾਅਦ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਨੂੰ ਛੱਡਦੇ ਨੇ, ਜਦੋਂ ਔਰੰਗਜ਼ੇਬ ਦੀ ਲਿਖੀ ਹੋਈ ਕੁਰਾਨ ਦੇ ਉੱਪਰ ਇੱਕ ਕਸਮ ਆਉਂਦੀ ਹੈ, ਜਿਸ ਦੇ ਉੱਪਰ ਲਿਖਿਆ ਕਿ ਤਸ਼ਰੀਫ ਦਰ ਕਸਬਾ ਕਾਂਗੜ ਕੁਨਦ ਵਜ਼ਾਂ ਪਸ ਮੁਲਾਕਾਤ ਬਾਹਮ ਸ਼ਬਦ। ਫਾਰਸੀ ਦੇ ਸ਼ਬਦ ਨੇ, ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜ਼ਫਰਨਾਮੇ ਦੇ ਵਿੱਚ ਲਿਖੇ ਹੋਏ ਨੇ, ਤੇ ਨਾਲ ਇਹ ਵੀ ਲਿਖਿਆ ਹੈ ਕਿ ਔਰੰਗਜ਼ੇਬ ਬੇਸ਼ੱਕ ਮੈਂ ਕੁਝ ਨਹੀਂ ਸੰਭਾਲਿਆ, ਪਰ ਤੇਰੀ ਭੇਜੀ ਹੋਈ ਉਹ ਮੁਕੱਦਸ ਕੁਰਾਨ ਸ਼ਰੀਫ ਮੇਰੇ ਕੋਲ ਹੈ, ਜਿਸ ਤੇ ਤੂੰ ਕਸਮ ਲਿਖੀ ਸੀ। ਤੁਰਾ ਗਰ ਬਬਾਇਦ ਬਕੌਲੇ ਕੁਰਾਨ ਬਨਿਸਦੇ ਸ਼ਮਾਰਾ ਰਸਾਨ ਮਹਮਾ। ਜੇਕਰ ਤੂੰ ਉਹ ਆਪਣੀ ਮੁਕੱਦਸ ਕੁਰਾਨ ਸ਼ਰੀਫ ਵੇਖਣਾ ਚਾਹੁੰਦਾ, ਮੇਰੇ ਕੋਲ ਪਈ ਹੈ। ਹੁਣ ਤੁਸੀਂ ਵੇਖੋ ਗੁਰੂ ਕੈਸਾ ਆਪਣਾ ਤੇ ਪਰਿਵਾਰ, ਰਾਜ, ਤਾਜ, ਬਾਜ ਕੁਝ ਨਹੀਂ ਸੰਭਾਲਿਆ, ਪਰ ਕਿਸੇ ਗੈਰ ਧਰਮ ਦੀ ਪਵਿੱਤਰ ਪੁਸਤਕ ਨੂੰ ਹੀ ਸੰਭਾਲ ਕੇ ਰੱਖਿਆ। ਤੁਰਾ ਗਰ ਬਬਾਇਦ ਬਕੌਲੇ ਕੁਰਾਨ ਬਨਿਸਦੇ ਸ਼ਮਾਰਾ ਰਸਾਨ ਮਹਮਾ।
ਤੇ ਚਮਕੌਰ ਦੀ ਗੜੀ ਦੇ ਵਿੱਚ ਦੁਨੀਆ ਦੀ ਅਸਾਵੀਂ ਜੰਗ ਹੋਈ ਹੈ। ਉਸ ਅਸਾਵੀਂ ਜੰਗ ਦੇ ਵਿੱਚ ਲੜ ਕੇ ਸ਼ਹੀਦ ਹੋਇਆ ਬਾਬਾ ਮੱਖਣ ਸ਼ਾਹ ਲਬਾਣਾ ਦਾ ਦੂਸਰਾ ਪੁੱਤਰ ਜਵੰਦ ਸਿੰਘ, ਜਿਸ ਦਾ ਜ਼ਿਕਰ ਮੈਕਸ ਆਰਥਰ ਮੈਕਾਲਫ ਨੇ ਆਪਣੀ ਕਿਤਾਬ ਸਿੱਖ ਇਤਿਹਾਸ ਭਾਗ 2 ਦੇ ਵਿੱਚ ਕੀਤਾ। ਤੀਸਰਾ ਪੁੱਤਰ ਜਿਹੜਾ ਸੀ ਉਸ ਦਾ ਪਰਿਵਾਰ ਚੱਲਦਾ ਹੈ। ਸੋ ਇੰਨਾ ਵੱਡਾ ਇਹ ਪਰਿਵਾਰਕ ਪਿਛੋਕੜ ਹੈ। ਹੁਣ ਜੇ ਅਸੀਂ ਆ ਜਾਈਏ ਰਣਜੀਤ ਸਿੰਘ ਦੇ ਰਾਜ ਤੱਕ, ਰਣਜੀਤ ਸਿੰਘ ਦੇ ਰਾਜ ਦਾ ਜਿਹੜਾ ਜ਼ਮੀਨੀ ਬੰਦੋਬਸਤ ਹੈ ਉਸ ਦਾ ਜ਼ਿਕਰ ਕੀਤਾ ਹੈ ਸਰਦਾਰ ਕਰਮ ਸਿੰਘ ਹਿਸਟੋਰੀਅਨ ਨੇ। ਕਿਤਾਬ ਹੈ ਬਹੁਮੁੱਲੇ ਇਤਿਹਾਸਕ ਲੇਖ, ਜ਼ਰੂਰ ਪੜ੍ਹਿਓ ਕਿਤੇ ਤੁਹਾਨੂੰ। ਉਸ ਜ਼ਮੀਨੀ ਬੰਦੋਬਸਤ ਵਿੱਚ ਇੱਕ ਗੱਲ ਸਾਹਮਣੇ ਆਉਂਦੀ ਹੈ ਕਿ ਰਣਜੀਤ ਸਿੰਘ ਦਾ ਇੱਕ ਸ਼ਾਹੀ ਫਰਮਾਨ ਹੈ ਕਿ ਲਬਾਣੇ ਪਰਿਵਾਰ ਟੈਕਸ ਮੁਕਤ ਨੇ, ਕਰ ਤੋਂ ਮੁਕਤ ਨੇ। ਬਾਕੀ ਸਾਰੇ ਜਿੰਨੇ ਵੀ ਲੋਕ ਨੇ ਜ਼ਰਾਇਤੀ ਖੇਤਰ ਦੇ ਜਿਹੜੇ ਜ਼ਮੀਂਦਾਰ ਕਰਦੇ ਨੇ, ਜ਼ਮੀਨ ਦੀ ਵਾਹੀ ਕਰਦੇ ਨੇ ਜਾਂ ਕੋਈ ਵੀ ਕੰਮ ਕਰਦੇ ਨੇ, ਉਹਨਾਂ ਕੋਲ ਸਰਕਾਰੀ ਕਰ ਲਿਆ ਜਾਂਦਾ ਹੈ, ਲਬਾਣੇ ਪਰਿਵਾਰਾਂ ਕੋਲ ਨਹੀਂ ਲਿਆ ਜਾਂਦਾ। ਕਿਉਂ ਨਹੀਂ ਲਿਆ ਜਾਂਦਾ? ਥੱਲੇ ਕਾਰਨ ਵੀ ਦਿੱਤਾ ਹੈ। ਇਹ ਉਹ ਪਰਿਵਾਰ ਨੇ ਜਿਨ੍ਹਾਂ ਦੇ ਕੋਲ ਕਰ ਲੈਣ ਦੀ ਲੋੜ ਨਹੀਂ। ਇਹ ਇੰਨੇ ਇਮਾਨਦਾਰ ਨੇ ਕਿ ਜਦੋਂ ਵੀ ਕਿਸੇ ਮੁਹਿੰਮ ਦੇ ਵਿੱਚ, ਕਿਸੇ ਜੰਗ ਦੇ ਵਿੱਚ ਮੈਨੂੰ ਸਰਮਾਏ ਦੀ ਲੋੜ ਹੁੰਦੀ ਹੈ, ਇਹ ਸਭ ਕੁਝ ਲਿਆ ਕੇ ਮੇਰੇ ਅੱਗੇ ਢੇਰੀ ਕਰ ਦਿੰਦੇ ਨੇ। ਕਿੰਨੀ ਇਮਾਨਦਾਰੀ ਹੋਵੇਗੀ। ਰਣਜੀਤ ਸਿੰਘ ਦੇ ਨਾਲ ਕਿਵੇਂ ਦੇ ਸੰਬੰਧ ਹੋਣਗੇ ਕਿ ਰਣਜੀਤ ਸਿੰਘ ਦੇ ਪੁੱਤਰ ਮਹਾਰਾਜਾ ਦਲੀਪ ਸਿੰਘ ਨੇ ਜਦੋਂ ਮਲਕਾ ਵਿਕਟੋਰੀਆ ਦੇ ਕੋਲੋਂ ਮੰਗ ਕੀਤੀ ਹੈ ਨਾ ਕਿ ਸਾਡਾ ਰਾਜ ਵਾਪਸ ਦਿੱਤਾ ਜਾਵੇ, ਉਹਨੇ ਨਾਲ ਸਪੈਸ਼ਲ ਇਹਨਾਂ 14 ਤੋਂ 17 ਪਿੰਡਾਂ ਦੀ ਮੰਗ ਕੀਤੀ ਹੈ ਜਿਹੜੇ ਜੇਹਲਮ ਦੇ ਕੰਢੇ ਦੇ ਉੱਪਰ ਸਾਲਟ ਰੇਂਜਸ ਦੇ ਪਿੰਡ ਸੀ ਜਿੱਥੇ ਲਬਾਣੇ ਪਰਿਵਾਰ ਵਸਦੇ ਸੀ। ਇੰਨਾ ਵਿਲੱਖਣ ਤੇ ਵੱਖਰਾ ਇਤਿਹਾਸ ਹੈ ਸਾਡਾ। ਵਕਤ ਮੈਂ ਤੁਹਾਡਾ ਥੋੜ੍ਹਾ ਜ਼ਿਆਦਾ ਲੈ ਗਿਆ, ਖਿਮਾ ਦਾ ਜਾਚਕ ਹੈ। ਇਸ ਨੂੰ ਸੰਭਾਲਣ ਦਾ ਯਤਨ ਕਰੀਏ, ਇਸ ਨੂੰ ਸਮਝਣ ਦਾ ਯਤਨ ਕਰੀਏ। ਪਰ ਗੱਲ ਫਿਰ ਉੱਥੇ ਆ ਜਾਵੇਗੀ ਕਿ ਬਾਬਾ ਸੋਹਣ ਗੁਰੂ ਨਾਨਕ ਸਾਹਿਬ ਨਾਲ ਕਿਉਂ ਜੁੜਿਆ ਸੀ? ਕਿ ਗੁਰੂ ਸਾਹਿਬ ਨੇ ਕਿਹਾ ਸੀ ਸ਼ਬਦ ਦੇ ਨਾਲ ਜੁੜੇਗਾ ਤੇ ਪੀੜ੍ਹੀਆਂ ਜੁੜੀਆਂ ਰਹਿਣਗੀਆਂ। ਪੀੜ੍ਹੀਆਂ ਹੀ ਗੁਰੂ ਘਰ ਦੇ ਨਾਲ ਜੁੜੀਆਂ ਰਹੀਆਂ ਕਿਉਂਕਿ ਬਾਬਾ ਸੋਹਣ ਸ਼ਬਦ ਦੇ ਨਾਲ ਜੁੜ ਗਿਆ ਸੀ। ਅੱਜ ਜੇ ਅਸੀਂ ਵੀ ਚਾਹੁੰਦੇ ਹਾਂ ਕਿ ਸਾਡੀ ਗੋਦ ਦੇ ਵਿੱਚ ਖੇਡ ਰਿਹਾ ਬਚਪਨ ਸਿੱਖੀ ਦੇ ਨਾਲ ਜੁੜਿਆ ਰਹੇ ਤਾਂ ਕਿਸੇ ਦੇਹਧਾਰੀ ਨੇ ਕੁਛ ਨਹੀਂ ਜੇ ਦੇਣਾ, ਸਾਨੂੰ ਸ਼ਬਦ ਦੇ ਨਾਲ ਜੁੜਨਾ ਪਵੇਗਾ। ਇੰਨੀਆਂ ਬੇਨਤੀਆਂ ਪ੍ਰਵਾਨ, ਫਤਿਹ ਦੀ ਸਾਂਝ ਗੱਜ ਕੇ ਆਖਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।